ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਅਸੀਂ ਹਾਜ਼ਰ ਅੱਜ ਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਨੇ ਆ ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਉਹ 7 ਤੋਂ 8 ਹੁੰਦਾ ਹੈ ਔਰ ਨਵੇਂ ਵਿਸ਼ੇ ਤੇ ਨਵੇਂ ਮਹਿਮਾਨ ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਰੂਬਰੂ ਕਰਿਆ ਜਾਣ ਔਰ ਇਸੇ ਲੜੀ ਦੇ ਵਿੱਚ ਅੱਜ ਅਸੀਂ ਇੱਕ ਅਜਿਹੇ ਵਿਸ਼ੇ ਨੂੰ ਛੋਹਣ ਜਾ ਰਹੇ ਹਾਂ ਜਿਸ ਦੀ ਚਰਚਾ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਔਰ ਸਟੂਡੈਂਟਸ ਦਾ ਮਸਲਾ ਜਿਹੜਾ ਉਹ ਹਮੇਸ਼ਾ ਹੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉੱਭਰਿਆ ਰਹਿੰਦਾ ਔਰ ਖਾਸ ਕਰਕੇ ਗੱਲ ਕਰਾਂ ਕੈਨੇਡਾ ਦੀ ਔਰ ਕੈਨੇਡਾ ਦੇ ਵਿੱਚ ਟੋਰਾਂਟੋ GTA ਵਾਈਡ ਸੋ ਸਟੂਡੈਂਟਸ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਖੁੰਡ ਚਰਚਾਵਾਂ ਜਾਂ ਇਹ ਕਹਿ ਲਓ ਕਿ ਵੀ ਕੋਈ ਵੀ ਮਸਲਾ ਹੋਵੇ ਤਾਂ ਜਾਂ ਕੋਈ ਚੋਰੀ ਹੋਈ ਹੈ ਜਾਂ ਕੁਝ ਕੋਈ ਲੜਾਈ ਝਗੜਾ ਹੋਇਆ ਜਾਂ ਕੁਝ ਵੀ ਕੋਈ ਗਲਤ ਹੋਇਆ ਨੈਗੇਟਿਵ ਹੋਇਆ ਤਾਂ ਹਮੇਸ਼ਾ ਇਹੀ ਕਿਹਾ ਜਾਂਦਾ ਕਿ ਹੋ ਸਕਦਾ ਸਟੂਡੈਂਟਸ ਹੀ ਹੋਣ ਇਹੀ ਜਿਹੜੀ ਚਰਚਾ ਦੰਤ ਕਥਾ ਚੱਲਦੀ ਰਹਿੰਦੀ ਹੈ ਪਰ ਇਹ ਜ਼ਰੂਰੀ ਨਹੀਂ ਹੈ ਕਿ ਵੀ ਹਰੇਕ ਮਸਲੇ ਦੇ ਵਿੱਚ ਜਾਂ ਹਰੇਕ ਕਾਰਨ ਸਟੂਡੈਂਟਸ ਦੇ ਕਰਕੇ ਹੀ ਹੋਵੇ ਇਹਦੇ ਉੱਪਰ ਅੱਜ ਅਸੀਂ ਚਰਚਾ ਕਰ ਰਹੇ ਹਾਂ ਔਰ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਟੀਵੀ ਸੈੱਟ ਉੱਪਰ ਦੇਖ ਰਹੇ ਹੋ ਨਾਲ ਦੀ ਨਾਲ ਮੈਂ ਅਪੀਲ ਕਰ ਦਵਾਂ ਕਿ ਜੇ ਅਗਰ ਤੁਸੀਂ ਟੀਵੀ ਸੈੱਟ ਉੱਪਰ ਇਸ ਪ੍ਰੋਗਰਾਮ ਨੂੰ ਦੇਖਣ ਦੇ ਹਾਲਾਤ 'ਚ ਨਹੀਂ ਆ ਜਾਂ ਤੁਸੀਂ ਅੰਦਰ ਬਾਹਰ ਹੋ ਕਿਤੇ ਤਾਂ ਤੁਸੀਂ ਫੇਸਬੁੱਕ ਤੇ ਵੀ ਇਸ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਦੇਖ ਸਕਦੇ ਹੋ ਔਰ ਅਗਰ ਕੋਈ ਕਾਲ ਕਰਨੀ ਚਾਹੁੰਦੇ ਆ ਜਾਂ ਸੁਝਾਅ ਜਾਂ ਸਵਾਲ ਕਰਨਾ ਚਾਹੁੰਦੇ ਆ ਪ੍ਰੋਗਰਾਮ ਦੇ ਦੌਰਾਨ ਜਾਂ ਪ੍ਰੋਗਰਾਮ ਤੋਂ ਬਾਅਦ ਨੰਬਰ ਇਹੀ ਕੋਈ 905 790 9099 ਸਟੂਡੀਓ ਦਾ ਨੰਬਰ ਹੈ ਔਰ ਇਹੀ ਨੰਬਰ ਸਕਰੀਨ ਦੇ ਥੱਲੇ ਵੀ ਫਲੈਸ਼ ਹੋ ਰਿਹਾ ਅੱਜ ਵਿਸ਼ੇ ਦੇ ਬਾਰੇ ਮੈਂ ਤੁਹਾਡਾ ਨਾਲ ਜਾਣਕਾਰੀ ਜਿਹੜੀ ਦੱਸ ਚੁੱਕਿਆ ਕਿ ਵੀ ਸਟੂਡੈਂਟਸ ਨੂੰ ਲੈ ਕੇ ਵੀ ਸਟੂਡੈਂਟਸ ਦੀਆਂ ਲੜਾਈਆਂ ਵੀ ਕਿਉਂ ਹੋ ਰਹੀਆਂ ਨੇ ਸਟੂਡੈਂਟਸ ਖੁਦਕੁਸ਼ੀਆਂ ਵੀ ਕਰਨ ਲੱਗ ਪਏ ਨੇ ਕੈਨੇਡਾ ਦੇ ਵਿੱਚ ਕਰ ਰਹੇ ਹਨ ਔਰ ਉਸ ਤੋਂ ਬਾਅਦ ਸਟੂਡੈਂਟਸ ਦੀ ਜੇ ਗੱਲ ਕਰੀਏ ਤਾਂ ਇੱਥੋਂ ਦੇ ਜਿਹੜੇ ਨਾਗਰਿਕ ਹੈ ਔਰ ਸਟੂਡੈਂਟਸ ਹੈ ਉਹਨਾਂ ਦੇ ਵਿੱਚ ਵੱਧ ਰਿਹਾ ਪਾੜਾ ਉਹਦੇ ਕੀ ਕਾਰਨ ਨੇ ਅੱਜ ਉਹਦੇ ਬਾਰੇ ਅਸੀਂ ਚਰਚਾ ਕਰਾਂਗੇ ਤੁਹਾਡਾ ਵੀ ਕੋਈ ਸਵਾਲ ਸੁਝਾਅ ਜਾਂ ਕੋਈ ਜਾਣਕਾਰੀ ਹੋਈ ਤਾਂ ਜ਼ਰੂਰ ਕਾਲ ਕਰਿਓ ਫੀਡਬੈਕ ਦਿਓ 905 790 9099 ਔਰ ਉਚੇਚੇ ਤੌਰ ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਟੋਰਾਂਟੋ ਦੀ ਔਰ GTA ਵਾਈਡ ਜਾਣੀ ਮਾਨੀ ਹਸਤੀ ਜੇ ਮੈਂ ਕਹਾਂ ਕਿ ਇਹਨਾਂ ਨੂੰ ਕਿਸੇ ਤਾਰੀਫ ਦੀ ਲੋੜ ਨਹੀਂ ਹੈ ਮੁਹਤਾਜ ਨਹੀਂ ਹੈ ਤਾਰੀਫ ਦੇ ਤਾਂ ਸ਼ਾਇਦ ਇਹ ਕੋਈ ਅਤਕਥਨੀ ਨਹੀਂ ਹੋਵੇਗੀ ਔਰ ਮੇਰੀ ਮੁਰਾਦ ਹੈ ਇੰਦਰਜੀਤ ਸਿੰਘ ਬੱਲ ਹੋਣਾ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਮਿਹਰਬਾਨੀ ਜੀ ਥੈਂਕ ਯੂ ਸੋ ਮਚ ਸੋ ਬੱਲ ਸਾਹਿਬ ਮੈਂ ਇਸ ਤੋਂ ਪਹਿਲਾਂ ਕਿ ਆਪਾਂ ਜਿਹੜੇ ਅੱਜ ਦੇ ਸਵਾਲ ਨੇ ਉਹਨਾਂ ਬਾਰੇ ਚਰਚਾ ਕਰਾਂ ਔਰ ਬਹੁਤ ਲੰਬੇ ਅਰਸੇ ਤੋਂ ਤੁਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਹੋ ਔਰ ਇੱਕ ਅਜਿਹੇ ਬਿਜ਼ਨਸ ਦੇ ਨਾਲ ਜੁੜੇ ਹੋਏ ਜਿੱਥੇ ਆਪਾਂ ਕਹਿੰਦੇ ਨਾ ਵੀ ਖੁਸ਼ੀਆਂ ਜੁੜੀਆਂ ਜਾਂ ਹੋਰ ਹੈ ਲੇਕਿਨ ਜਿਹੜਾ ਤੁਹਾਡਾ ਬਿਜ਼ਨਸ ਹੈ ਜਿਹੜਾ ਤੁਹਾਡਾ ਕੰਮ ਹੈ ਉਹਦੇ ਵਿੱਚ ਸੇਵਾ ਨਾਲੇ ਪੁੰਨ ਤੇ ਨਾਲੇ ਫਲੀਆਂ ਦੋਨੇ ਕੰਮ ਕਰ ਰਹੇ ਹੋ ਪਰ ਇੱਕ ਫਿਊਨਰਲ ਹੋਮਸ ਜਿਹੜੇ ਤੁਸੀਂ ਉਹ ਰਨ ਕਰਦੇ ਹੋ ਉਹਦੇ ਬਾਰੇ ਵੀ ਥੋੜੀ ਬਹੁਤੀ ਆਪਾਂ ਚਰਚਾ ਕਰਾਂਗੇ ਲੇਕਿਨ ਕਿੰਨੇ ਸਮੇਂ ਤੋਂ ਤੁਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਹੋ ਔਰ ਕਿੰਨੇ ਸਮੇਂ ਤੋਂ ਜਿਹੜਾ ਅੱਜ ਦਾ ਮਾਹੌਲ ਹੈ ਤੇ ਪਹਿਲਾਂ ਦਾ ਮਾਹੌਲ ਹੈ ਉਹਦੇ ਬਾਰੇ ਸੰਖੇਪ ਜੀ ਜਾਣਕਾਰੀ ਦਿਓ ਮੈਂ ਹਿੰਦੁਸਤਾਨ 20 ਸਾਲ ਦੀ ਉਮਰ 'ਚ ਛੱਡਿਆ ਜੀ 1973 ਦੇ ਵਿੱਚ ਜੀ ਤੇ 3 ਸਾਲ ਮੈਂ ਗ੍ਰੀਕ ਮਰਚੈਂਟ ਨੇਵੀ 'ਚ ਸੀ ਅੱਛਾ ਸੋ ਵੀ ਆਰ ਸੇਲਿੰਗ ਅਰਾਊਂਡ ਦਾ ਵਰਲਡ ਤੇ 76 ਫਿਰ ਮੈਂ ਕੈਨੇਡਾ ਆ ਗਿਆ ਜੀ 76 ਔਨਵਰਡਸ ਦੇਖੋ 44 ਵਰੇ ਹੋ ਗਏ ਨੇ ਜੀ ਤੇ ਮੇਰੀ ਆਲਮੋਸਟ ਮੈਂ ਸਮਝਦਾ ਕਿ ਜ਼ਿਆਦਾ ਜਿਹੜਾ ਲਾਈਫ ਆ ਉਹ ਕੈਨੇਡਾ ਦੇ ਵਿੱਚ ਹੀ ਗੁਜ਼ਰੀ ਜੀ ਮੈਂ ਇੱਥੇ ਦੀ ਕਮਿਊਨਿਟੀ ਨੂੰ ਆਪਣੀ ਨੂੰ ਇਹ ਪ੍ਰਫੁੱਲਤ ਹੁੰਦੇ ਦੇਖਿਆ ਜੀ ਨੰਬਰ ਵੱਧਦੇ ਦੇਖੇ ਔਰ ਕਿਹਨਾਂ ਪ੍ਰੋਬਲਮ ਦੇ ਵਿੱਚੋਂ ਅਸੀਂ ਗਏ ਹਾਂ ਗੁਰਦੁਆਰਿਆਂ ਦੇ ਕਿਹੜੇ ਸੰਘਰਸ਼ ਸੀ ਆਰਗੇਨਾਈਜੇਸ਼ਨਸ ਦੇ ਕਿਹੜੇ ਸੰਘਰਸ਼ ਸੀ ਕਿਹੜੀਆਂ ਸਾਨੂੰ ਪ੍ਰੋਬਲਮਸ ਉਹ ਮੈਂ ਸਾਰੀਆਂ ਆਪਣੇ ਪਿੰਡੇ ਤੇ ਵੀ ਹਟਾਈਆਂ ਤੇ ਉਹਨਾਂ ਨੂੰ ਦੇਖਿਆ ਵੀ ਆ ਨੇੜੇ ਖੜ ਕੇ ਦੇਖਿਆ ਤੱਕ ਕੇ ਦੇਖਿਆ ਤੇ ਅੱਜ ਇੰਨੀ ਜਿਹੜੀ ਪ੍ਰਫੁੱਲਤ ਸਾਡੀ ਕਮਿਊਨਿਟੀ ਹੈ ਖਾਸ ਕਰਕੇ ਪੀਲ ਰੀਜਨ ਦੇ ਵਿੱਚ ਬਰੈਂਪਟਨ ਜਿਸ ਨੂੰ ਅਸੀਂ ਆਪਣਾ ਘਰ ਕਹਿੰਦੇ ਹਾਂ ਇਹ ਇੱਕ ਦਿਨ ਦੇ ਵਿੱਚ ਇਹ ਗੱਲ ਬਣੀ ਨਹੀਂ ਹੈ ਇਹਦੇ ਪਿੱਛੇ ਬਹੁਤ ਜਿਹੜੀ ਸਾਡੀ ਪਹਿਲੀ ਪੀੜ੍ਹੀ ਸੀ 70s ਦੇ ਵਿੱਚ ਉਹਨਾਂ ਦੀ ਮਿਹਨਤ ਦਾ ਬਹੁਤ ਵੱਡਾ ਹੱਥ ਹੈ ਜੀ ਇਹਦੇ ਵਿੱਚ ਬਿਲਕੁਲ ਔਰ ਬਲ ਸਾਹਿਬ ਮਾਹੌਲ ਦੀ ਜੇ ਮੈਂ ਗੱਲ ਕਰਾਂ ਉਦੋਂ ਤੇ ਹੁਣ ਦਾ ਜਿਵੇਂ ਥੋੜਾ ਜਿਹਾ ਕੰਪੈਰੀਜ਼ਨ ਮੈਂ ਚਾਹਣਾ ਤੁਸੀਂ ਵੀ ਤੁਲਨਾਤਮਕ ਅਧਿਐਨ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਨਾ ਵੀ ਤੁਲਨਾਤਮਕ ਅਧਿਐਨ ਪਰ ਸੰਖੇਪ ਦੇ ਵਿੱਚ ਦੱਸੋ ਵੀ ਕੀ ਫੀਲ ਕਰ ਰਹੇ ਹੋ ਕੀ ਮਹਿਸੂਸ ਹੋ ਰਿਹਾ ਤੁਹਾਨੂੰ 70 ਦੇ ਵਿੱਚ ਜਦੋਂ ਕੈਨੇਡਾ 'ਚ ਨੌਜਵਾਨ ਆਉਣੇ ਸ਼ੁਰੂ ਹੋਏ ਸਾਰਿਆਂ ਦੀ ਉਮਰ 18 ਸਾਲ ਤੋਂ ਲੈ ਕੇ ਤੇ 25 ਸਾਲ ਤੱਕ ਸੀ ਜਿਹੜੇ 72 ਤੋਂ ਲੈ ਕੇ 75 6 ਤੱਕ ਆਏ ਔਰ ਟੋਟਲ ਗਿਣਤੀ ਇੱਥੇ 1500 ਸੀ ਜੀ ਅੱਛਾ ਔਰ ਮੋਸਟਲੀ ਉਹ ਪਿੰਡਾਂ ਵਿੱਚੋਂ ਸਨ ਤੇ ਪਿੰਡਾਂ ਦੇ ਵਿੱਚੋਂ ਜੇ ਕਿਸੇ ਪਰਿਵਾਰ ਦੇ ਵਿੱਚ ਕਿਸੇ ਬਾਪ ਦੇ 4 ਪੁੱਤਰ ਸਨ
ਤੇ ਉਹਨੇ ਜਿਹੜਾ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਸੀ ਉਹ ਭਾਵੇਂ ਉਮਰ 'ਚ ਵੱਡਾ ਹੋਵੇ ਜਾਂ ਮਿਡਲ 'ਚ ਹੋਵੇ ਜਾਂ ਛੋਟਾ ਹੋਵੇ ਉਹਨੂੰ ਭੇਜਿਆ ਤਾਂ ਕਿ ਆਪਣੇ ਪਰਿਵਾਰ ਨੂੰ ਲੁੱਕ ਆਫਟਰ ਪਿੱਛੇ ਕਰ ਸਕੇ। ਠੀਕ ਹੈ। ਉਹ ਜਦੋਂ ਫਿਰ 1-2 ਸਾਲ ਜਿੱਥੇ ਪੱਕੇ ਹੋ ਗਏ ਜੀ, ਫਿਰ ਜਾ ਕੇ ਉਹਨਾਂ ਨੇ ਸਾਰਿਆਂ ਨੇ ਵਿਆਹ ਕਰਾਏ ਜੀ, ਆਪਣੇ ਪਰਿਵਾਰ ਸੱਦੇ। 76 77 ਦੇ ਵਿੱਚ ਉਹਨਾਂ ਦੇ ਪਰਿਵਾਰ ਆਉਣੇ ਸ਼ੁਰੂ ਹੋ ਗਏ, ਫਿਰ ਉਹਨਾਂ ਦੇ ਆਪਣੇ ਬੱਚੇ ਹੋ ਗਏ, ਫਿਰ ਉਹਨੇ ਆਪਣੇ ਮਾਂ-ਬਾਪ ਤੇ ਭੈਣ ਭਰਾ ਸੱਦੇ ਜੀ, ਉਹਨਾਂ ਨੂੰ ਸੈਟਲ ਕੀਤਾ ਤੇ ਫਿਰ ਉਹਨੇ ਬਹੁਤ ਸਖਤ ਮਿਹਨਤ ਕੀਤੀ। ਫੈਕਟਰੀਜ਼ ਦੇ ਵਿੱਚ ਜ਼ਿਆਦਾ ਲੋਕ ਉਦੋਂ ਕੰਮ ਕਰਦੇ ਸਨ। ਠੀਕ ਹੈ। ਉਦੋਂ ਟਰੱਕਿੰਗ ਇੰਡਸਟਰੀ ਦੇ ਵਿੱਚ ਤਕਰੀਬਨ 5 ਡਰਾਈਵਰ ਹੁੰਦੇ ਸਨ ਜੀ ਸਾਰੇ GTA ਦੇ ਵਿੱਚ, ਪਰ ਗਿਣਤੀ ਵੀ ਸਾਡੀ ਬਹੁਤ ਥੋੜੀ ਸੀ ਜੀ। ਫਿਰ 81 ਦੇ ਵਿੱਚ ਫਿਰ ਦੁਬਾਰਾ ਕੈਨੇਡਾ ਜਦੋਂ ਖੁੱਲਿਆ ਤੇ ਇੱਥੇ ਰਿਫਿਊਜੀਜ਼ ਆਉਣੇ ਸ਼ੁਰੂ ਹੋ ਗਏ। ਠੀਕ ਹੈ। ਕਿਉਂਕਿ ਪੰਜਾਬ 'ਚ ਹਾਲਾਤ ਜਿਹੜੇ ਇਹ ਠੀਕ ਨਹੀਂ ਸਨ ਤੇ ਉਹਦੇ ਵਿੱਚ ਵੀ ਕਾਫੀ ਸਾਡੇ ਨੌਜਵਾਨ ਜਿਹੜੇ ਪੰਜਾਬ ਤੋਂ ਇੱਥੇ ਆਏ। ਫਿਰ ਫੈਮਿਲੀ ਕਲਾਸ ਦੇ ਵਿੱਚ ਸਾਡੇ ਪਰਿਵਾਰ ਆਉਣੇ ਸ਼ੁਰੂ ਹੋ ਗਏ। ਐਕਚੁਅਲੀ ਜਿਹੜਾ ਐਕਟ ਸੀ ਨਾ ਇਮੀਗ੍ਰੇਸ਼ਨ ਦਾ 1978 ਦੇ ਵਿੱਚ ਚੇਂਜ ਇਹਨਾਂ ਨੇ ਕੀਤਾ ਸੀ, ਉਹ 'ਚ ਸਾਨੂੰ ਬੜਾ ਸਹਾਈ ਹੋਇਆ। ਉਹ ਪਹਿਲਾਂ ਜਿਹੜੀ ਤੁਹਾਡਾ ਕੈਨੇਡੀਅਨ ਸਿਟੀਜ਼ਨ ਸੀ 5 ਸਾਲ ਤੋਂ ਬਾਅਦ ਮਿਲਦੀ ਹੁੰਦੀ ਸੀ, ਫਿਰ ਤੁਸੀਂ ਪਾਸਪੋਰਟ ਲਓ, ਫਿਰ ਕਿਸੇ ਨੂੰ ਸਪਾਂਸਰ ਕਰੋ। 78 ਦੇ ਵਿੱਚ ਜਿਹੜਾ ਨਵਾਂ ਐਕਟ ਇਮੀਗ੍ਰੇਸ਼ਨ ਦਾ ਆਇਆ, ਉਹਨਾਂ ਨੇ ਕਿਹਾ ਕਿ ਤੁਸੀਂ 3 ਸਾਲ ਬਾਅਦ ਕੈਨੇਡੀਅਨ ਨੈਸ਼ਨਲਿਟੀ ਲੈ ਸਕਦੇ ਹੋ ਤੇ ਆਪਣੇ ਪਰਿਵਾਰਾਂ ਨੂੰ ਸਪਾਂਸਰ ਕਰ ਸਕਦੇ ਹੋ। ਅਜਿਹੀ ਕੋਈ ਸ਼ਰਤ ਨਹੀਂ ਸੀ ਕਿ ਤੁਹਾਡੀ ਇਨਕਮ ਕਿੰਨੀ ਹੋਣੀ ਚਾਹੀਦੀ ਹੈ। ਉਹਦੇ ਵਿੱਚ ਸਾਡੇ ਕਾਫੀ ਪਰਿਵਾਰ ਆਉਣੇ ਸ਼ੁਰੂ ਹੋ ਗਏ। ਅੱਜ ਤਾਂ ਫਿਰ ਤੁਸੀਂ ਦੇਖਦੇ ਹੋ ਜੀ ਕਿ ਬੜੀਆਂ ਰੌਣਕਾਂ ਨੇ ਸਾਡੇ ਸ਼ਹਿਰ ਦੇ ਵਿੱਚ ਜੀ। ਸੋ ਕੋਈ ਵੀ ਮਸਲਾ ਹੋਵੇ, ਕੋਈ ਵੀ ਇਸ਼ੂ ਹੋਵੇ, ਕੋਈ ਲੜਾਈ ਝਗੜਾ, ਕੋਈ ਦੁਰਘਟਨਾ ਹੋਈ ਹੈ, ਕੋਈ ਐਕਸੀਡੈਂਟ ਹੋਇਆ, ਕੋਈ ਚੋਰੀ ਚਕਾਰੀ ਹੋਈ ਹੈ, ਸਾਡਾ ਪਹਿਲਾਂ ਹੀ ਮੱਥਾ ਠਣਕਦਾ ਕਿ ਵੀ, ਜਾਂ ਇਹ ਕਹਿ ਲਓ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੀ ਇਸ ਤਰ੍ਹਾਂ ਤਰੀਕੇ ਨਾਲ ਹੋ ਰਿਹਾ, ਰਿਮਰਸ ਹੋ ਰਿਹਾ ਕਿ ਵੀ ਸਟੂਡੈਂਟਸ ਨੇ ਕੀਤਾ ਹੋਣਾ, ਸਟੂਡੈਂਟਸ ਇਹਦੇ ਵਿੱਚ ਇਨਵੋਲਵ ਹੋਣਗੇ। ਤੇ ਇਹ ਜੋ ਤੁਸੀਂ ਦੇਖ ਰਹੇ ਹੋ ਬਲ ਸਾਹਿਬ, ਕਿਉਂਕਿ ਸਟੂਡੈਂਟਸ ਇਹ ਨਹੀਂ ਹੈ ਕਿ ਵੀ 5 ਉਂਗਲਾਂ ਇੱਕੋ ਜਿਹੀਆਂ ਹੁੰਦੀਆਂ, ਜਦ ਜੇ ਕੋਈ 100 ਸਟੂਡੈਂਟ ਆਇਆ ਤੇ 100 ਦਾ 100 ਹੀ ਮਾੜਾ ਹੈ। ਇਹ ਨਹੀਂ ਗੱਲ ਕਿ ਉਹ ਸਾਰੇ ਚੰਗੇ ਵੀ ਹੋਣਗੇ, ਮਾੜੇ ਵੀ ਹੋ ਸਕਦੇ, ਲੇਕਿਨ ਇਹ ਹੀ ਕਿਉਂ ਕਿ ਅਸੀਂ ਜਦੋਂ ਇੱਥੋਂ ਦੇ ਸਿਟੀਜ਼ਨ ਆ, ਇੱਥੋਂ ਦੇ ਨਾਗਰਿਕ ਆ, ਤੁਸੀਂ ਵੀ ਇੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਹੋ ਔਰ ਬਹੁਤ ਸਾਰਾ ਤੁਹਾਡਾ ਵੱਡਾ ਲਿੰਕ ਇੱਥੇ ਬਣਿਆ ਹੋਇਆ, ਤਾਂ ਇਹ ਕਿਉਂ ਮਹਿਸੂਸ ਕੀਤਾ ਜਾਂਦਾ ਕਿ ਸਟੂਡੈਂਟਸ ਦੇ ਉੱਪਰ ਹਰੇਕ ਗੱਲ ਨੂੰ ਮੜ ਦਿੱਤਾ ਜਾਂਦਾ? ਸਿਰਫ ਸਟੂਡੈਂਟਸ ਹੀ ਨਹੀਂ, ਮੈਂ ਇਹ ਗੱਲ ਥੋੜੀ ਜਿਹੀ ਪਿੱਛੇ ਲੈ ਕੇ ਜਾਵਾਂਗਾ ਕਿ ਜਦੋਂ ਵੀ ਕਿਸੇ ਨਵੀਂ ਕਲਾਸ ਨੇ, ਨਵੀਂ ਆਮਦਿਆ ਕਿਸੇ ਦੀ ਸ਼ੁਰੂ ਹੋਣੀ ਤੇ ਜਿਹੜੀ ਪਹਿਲੀ ਐਸਟੈਬਲਿਸ਼ ਕਮਿਊਨਿਟੀ ਹੈ ਨਾ, ਉਹ 'ਚ ਰੈਜ਼ਿਸਟੈਂਸ ਹੈ ਜੀ, ਉਹਦੀ ਵਿਰੋਧਤਾ ਹੋਣੀ ਹੈ। ਸਾਡੇ ਤੋਂ ਪਹਿਲਾਂ ਜਿਹੜੀਆਂ ਦੂਸਰੀਆਂ ਕੌਮਾਂ ਆਈਆਂ, ਸਾਡੇ ਤੋਂ ਪਹਿਲਾਂ 50-60 ਦੇ ਜਦੋਂ ਇਟਾਲੀਅਨ ਆਏ ਉਹਨਾਂ ਦੀ ਬੜੀ ਵਿਰੋਧਤਾ ਹੋਈ, ਗ੍ਰੀਕਸ ਆਏ ਉਹਨਾਂ ਦੀ ਬੜੀ ਵਿਰੋਧਤਾ ਹੋਈ। ਉਸ ਤੋਂ ਪਹਿਲਾਂ ਜਦੋਂ ਆਇਰਿਸ਼ ਆਏ 100-150 ਸਾਲ ਪਹਿਲਾਂ, ਉਹ ਇੰਗਲਿਸ਼ ਲੋਕਾਂ ਵੱਲੋਂ ਉਹਨਾਂ ਦੀ ਵਿਰੋਧਤਾ ਹੋਈ। ਜਦੋਂ ਵੀ ਕਿ ਨਵੀਂ ਕਮਿਊਨਿਟੀ ਨੇ ਆਉਣਾ ਹੈ, ਉਹਨਾਂ ਨੇ ਇੱਕ ਨਵਾਂ ਕਲਚਰ ਲੈ ਕੇ ਆਉਣਾ ਹੈ, ਉਹਨਾਂ ਨੇ ਆਪਣੀ ਇੱਕ ਨਵੀਂ ਬੋਲੀ ਲੈ ਕੇ ਆਉਣੀ ਆ, ਪਹਿਲੇ ਜਿਹੜੀ ਐਸਟੈਬਲਿਸ਼ ਕਮਿਊਨਿਟੀ ਉਹਨਾਂ ਨੇ ਵਿਰੋਧਤਾ ਕਰਨੀ ਆ। ਜਦੋਂ ਅਸੀਂ 70 ਦੇ ਵਿੱਚ ਆਏ ਆ, ਸਾਡੀ ਬਹੁਤ ਵੱਡੇ ਲੈਵਲ ਤੇ ਵਿਰੋਧਤਾ ਹੋਈ ਜੀ 70s ਦੇ ਵਿੱਚ। ਉਦੋਂ ਸਾਨੂੰ ਵੱਖ-ਵੱਖ ਨਾਵਾਂ ਦੇ ਨਾਲ ਪੁਕਾਰਿਆ ਜਾਂਦਾ ਸੀ। ਅੱਜ ਤੁਸੀਂ ਦਸਤਾਰਾਂ ਦੇਖਦੇ ਹੋ, ਖੁੱਲੀਆਂ ਦਾੜੀਆਂ ਦੇਖਦੇ ਹੋ, ਕਿਰਪਾਨਾਂ ਉੱਤੋਂ ਦੀ ਆਪਣੇ ਪਹਿਰਾਵੇ ਦੇ ਨਾਲ। ਲੇਡੀਜ਼ ਆ ਜਿਹੜੇ ਤੁਸੀਂ ਸੂਟ ਦੇਖ ਰਹੇ ਹੋ ਨਾ, ਇਹ 80s ਦੇ ਵਿੱਚ 84 ਤੋਂ ਪਹਿਲਾਂ ਸੂਟ ਪਾ ਕੇ ਬਾਹਰ ਜਾਣਾ ਵੀ ਇਹ ਬੜਾ ਉਪਰੀ ਦੀ ਗੱਲ ਲੱਗਦੀ ਸੀ। ਬ੍ਰੈਂਬਲੀ ਸਿਟੀ ਸੈਂਟਰ ਦੇ ਵਿੱਚ ਇੱਥੇ 70 ਦੇ 76 ਦੇ ਵਿੱਚ ਇਸੇ ਗੱਲ ਤੋਂ ਹੀ ਇੱਥੇ ਲੜਾਈਆਂ ਹੋ ਗਈਆਂ, ਚਾਕੂ ਚੱਲ ਗਿਆ ਕਿ ਉਹ ਕੋਈ ਸਾੜੀ ਲਾਉਂਦੇ ਸੀ ਲੋਕ ਜਿੰਨੇ ਵੀ ਸੀ, ਔਰ ਇਹ ਸਾਰਿਆਂ ਨੂੰ ਇਹ ਜਿਹੜਾ ਫੇਸ ਕਰਨਾ ਪੈਂਦਾ। ਹੁਣ ਆਪਾਂ ਸਟੂਡੈਂਟਸ ਵੱਲ ਆਉਂਦੇ ਹਾਂ ਜੀ, ਇਹ ਸਟੂਡੈਂਟਸ ਤਕਰੀਬਨ 5-6 ਸਾਲ ਤੋਂ ਜ਼ਿਆਦਾ ਆਉਣੇ ਸ਼ੁਰੂ ਹੋਏ, ਪਹਿਲਾਂ ਵੀ ਆਉਂਦੇ ਸਨ। 68 67 ਤੋਂ ਇੱਥੇ ਸਟੂਡੈਂਟ ਆਏ ਨੇ ਟੋਰਾਂਟੋ ਯੂਨੀਵਰਸਿਟੀ ਦੇ ਵਿੱਚ। ਹੁਣ ਉਹ ਬਿਰਧ ਨੇ, ਸਾਡੀ ਉਮਰ ਤੋਂ ਵੱਡੇ ਨੇ, ਪਰ ਉਹ ਉੱਥੋਂ ਯੂਨੀਵਰਸਿਟੀ ਕਰਕੇ ਇੱਥੇ ਯੂਨੀਵਰਸਿਟੀਆਂ ਵਿੱਚ ਆਉਂਦੇ ਸਨ। ਉਹਨਾਂ ਦਾ ਮਿਆਰ ਹੋਰ ਸੀ, ਉਹਨਾਂ ਦੀ ਤਾਲੀਮ ਹੋਰ ਸੀ। ਅੱਜ ਕੱਲ ਜਿਹੜੇ ਸਟੂਡੈਂਟਸ ਆਏ ਨੇ, ਆ ਰਹੇ ਨੇ, ਉਹਨਾਂ ਦਾ ਬਹੁਤਾ ਜਿਹੜਾ ਉਹਨਾਂ ਦਾ ਨਿਸ਼ਾਨਾ ਹੈ ਜੀ, ਉਹ PR ਲੈਣਾ ਹੈ। ਆਪਾਂ ਇਹਨੂੰ ਡਿਨਾਈ ਨਹੀਂ ਕਰ ਸਕਦੇ, ਔਰ ਨਥਿੰਗ ਰੋਂਗ ਵਿਦ ਦੈਟ। ਜੇ ਮੁਲਕ ਦਾ ਕਾਨੂੰਨ ਤੁਹਾਨੂੰ ਅਲਾਉ ਕਰਦਾ ਹੈ ਤੇ ਤੁਸੀਂ ਇਸ ਤਰੀਕੇ ਦੇ ਨਾਲ ਆਉਂਦੇ ਹੋ ਤੇ ਉਹ, ਪਰ ਉਹਨਾਂ ਦੇ ਵਿੱਚ ਕੁਝ % ਲੋਕ ਐਸੇ ਵੀ ਆ ਗਏ ਜਿਨ੍ਹਾਂ ਦੇ ਪੇਰੈਂਟਸ ਦੇ ਕੋਲ ਬਹੁਤ ਪੈਸਾ ਸੀ ਉੱਥੇ, ਉਹ ਪਤਾ ਨਹੀਂ ਜਾਇਜ਼ ਤਰੀਕੇ ਨਾਲ ਜਾਇਜ਼, ਉਹ ਦੱਸ ਸੈਪਰੇਟ ਇਸ਼ੂ। ਉਹਨਾਂ ਕੋਲ ਇੰਨੇ ਪੈਸੇ ਸਨ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਮਹਿੰਗੀਆਂ ਕਾਰਾਂ ਵੀ ਲੈ ਦਿੱਤੀਆਂ। ਔਰ ਉਹਨਾਂ ਨੂੰ ਇਹ ਵੀ ਪਤਾ ਵੀ ਇਹ ਪੜ੍ਹਨ ਵਾਲੇ ਵੀ ਨਹੀਂ, ਉਹ ਆ ਕੇ ਉਹਨਾਂ ਨੇ ਆਈਲੈਟਸ ਤੇ, ਨਿਆਣੇ ਤੇ ਸਾਰੇ ਅੰਗਰੇਜ਼ੀ ਸਕੂਲਾਂ ਜਾਂਦੇ, ਆਈਲੈਟ ਤੇ ਕਰ ਹੀ ਲੈਣਗੇ ਜੀ। ਉਹ ਆ ਗਏ, ਫਿਰ ਉਹਨਾਂ ਦੇ ਸਕੂਲਾਂ ਦੇ ਵਿੱਚ ਦਿਲ ਕਿੱਥੇ ਲੱਗਣਾ ਸੀ ਜੀ। ਉਹ ਜਦੋਂ ਘਰਦਿਆਂ ਨੇ ਕਹਿਤਾ ਵੀ ਚੰਗਾ ਅਸੀਂ ਤੈਨੂੰ ਪੈਸੇ ਭੇਜਾਂਗੇ, ਤੂੰ ਅੱਛਾ ਖਾਣਾ ਪੀਣਾ ਤੇ ਰਹਿ ਛਕਣੀ, ਕਾਰਾਂ ਵਧੀਆ ਲੈਤੀਆਂ, ਉਹ ਫਿਰ ਜਿਹੜੇ ਦੂਸਰੇ ਸਟੂਡੈਂਟ ਸੀ ਉਹਨਾਂ ਤੇ ਬੈਡ ਇਨਫਲੂਐਂਸ ਹੋਇਆ।
ਪਰ ਇਹ ਕੁਝ ਪਰਸੈਂਟੇਜ ਜੀ, ਮੈਂ ਇਹਨਾਂ ਨੂੰ 2% ਤੋਂ ਜ਼ਿਆਦਾ ਨਹੀਂ ਗਿਣਦਾ। ਬਿਲਕੁਲ ਠੀਕ ਹੈ। ਈਵਨ ਜਦੋਂ ਸਾਡਾ ਜ਼ਮਾਨਾ ਸੀ ਉਹਦੇ ਵਿੱਚ ਵੀ ਕੁਝ ਲੜਾਕੇ ਟਾਈਮ ਮੁੰਡੇ ਸਨ, ਸਾਰਿਆਂ ਦੇ ਹੁੰਦੇ ਨੇ, ਉਹਦੇ ਹੁੰਦੇ ਆ ਜੀ, ਟਾਈਮ ਟੂ ਟਾਈਮ ਦਾ ਜਿਹੜਾ ਉਹ ਇੱਕ ਖੂਨ ਉਬਾਲੇ ਮਾਰਦਾ, ਕਈ ਉਸ ਚੀਜ਼ ਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਲੈ ਲੈਂਦੇ ਨੇ, ਜਾਂ ਇਹ ਕੋਈ ਯੂਟਿਲਾਈਜ਼ ਕਰ ਲੈਂਦੇ ਨੇ। ਸੋ ਕਈ ਵਾਰੀ ਉਸ ਚੀਜ਼ ਨਹੀਂ ਸੰਭਲਿਆ ਜਾਂਦਾ ਉਸ ਸਮੇਂ। ਕਈ ਵਾਰੀ ਆਪਾਂ ਰਿਵਾਇਵਰੀ ਜਿਹੜੀਆਂ ਨਾ ਦੁਸ਼ਮਣੀਆਂ ਉਹ ਪਿੱਛੇ ਕਾਲਜਾਂ ਤੋਂ ਲੈ ਕੇ ਆਉਂਦੇ ਆ, ਸਕੂਲਾਂ ਤੋਂ ਲੈ ਕੇ ਆਉਂਦੇ ਆ, ਉਹ ਉੱਥੇ ਵੀ ਉਹਨਾਂ ਦੀਆਂ ਇੱਕ ਤਰ੍ਹਾਂ ਦੀ ਕੰਫਰਟ੍ਰੇਸ਼ਨ ਸੀ ਤੇ ਇੱਥੇ ਆ ਕੇ ਵੀ। ਸੋ ਉਹ ਜਿਹੜੇ 1-2% ਨੇ ਜੀ, ਉਹ ਜਦੋਂ ਇਹੋ ਜਿਹੀਆਂ ਗੱਲਾਂ ਆਪਾਂ ਦੇਖਦੇ ਆ, ਮਹਿੰਗੀਆਂ ਕਾਰਾਂ ਜੀ, ਤੇ ਉਹਦੇ ਪਿੱਛੇ ਅਜੀਬ ਨਾਂ ਲਿਖਵਾਏ ਨੇ। ਬਿਲਕੁਲ ਠੀਕ ਹੈ। ਉੱਥੇ ਹਥਿਆਰਾਂ ਦੀਆਂ ਫੋਟੋਆਂ ਜਾਂ ਹਥਿਆਰਾਂ ਦੇ ਨਾਂ ਜਾਂ ਹੋਰ ਟ੍ਰਾਈਬਸ ਤੇ ਕਬੀਲਿਆਂ ਤੇ ਬਰਾਦਰੀ ਦੇ ਨਾਂ ਤੇ ਉਹਨਾਂ ਰਖਵਾਏ ਨੇ, ਤੇ ਉਹ ਪ੍ਰਵੋਕ ਕਰਦੇ ਨੇ ਜੀ ਦੂਜਿਆਂ ਨੂੰ। ਤੇ ਉਹ ਬੱਚੇ ਹੁਣ ਪੜ੍ਹਨ ਵਾਲੇ ਤੇ ਹੈ ਨਹੀਂ। ਇੱਥੇ ਇੱਕ ਸਟੂਡੈਂਟ ਨੂੰ ਰਹਿਣ ਵਾਸਤੇ $25,000 ਤੋਂ $30,000 ਦੀ ਸਾਲ ਦੀ ਲੋੜ ਹੈ ਜੀ। ਬਿਲਕੁਲ ਠੀਕ। ਤੇ ਸਰਕਾਰ ਤੇ 20 ਘੰਟੇ ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੰਦੀ ਹੈ, ਤੇ ਉਹਨਾਂ ਦੇ ਵਿਚਾਰੇ ਮਿਨੀਮਮ ਵੇਜਸ ਤੇ ਮੋਸਟਲੀ ਕਰਦੇ ਨੇ। ਕਰੋਨਾ ਦੇ ਸਮੇਂ 'ਚ ਜ਼ਰੂਰ ਥੋੜਾ ਜਿਹਾ ਸਮਾਂ ਵਧਾ ਦਿੱਤਾ ਹੈ, ਇੱਥੇ ਵਧਿਆ ਜੀ। ਬਿਲਕੁਲ ਠੀਕ ਹੈ। ਅੱਛਾ, ਕੋਈ ਜੌਬ ਸਿਕਿਉਰਿਟੀ ਵਗੈਰਾ ਦੀ ਨਿਕਲੀਆਂ ਜੀ। ਅੱਛਾ, ਪਹਿਲੀ ਗੱਲ ਤੇ ਜਿਹੜੀ ਕੈਨੇਡੀਅਨ ਬੋਰਨ ਬੱਚੇ ਆ ਸਾਡੇ, ਉਹ ਜੇ ਕਾਲਜ ਜਾਂਦੇ ਤੇ ਯੂਨੀਵਰਸਿਟੀ ਉਹਨਾਂ ਦੀ ਫੀਸ ਜੇ ਸਪੋਜ਼ $5,000 ਈਅਰ ਆ, ਇਹਨਾਂ ਨੂੰ $2.5 ਗੁਣਾ ਦੇਣਾ ਪੈਂਦਾ। $12,500 ਇਹਨਾਂ ਨੇ ਦੇ ਦਿੱਤਾ। $500 ਕਹਿੰਦੇ ਰਿਹਾਇਸ਼ ਦਾ ਲਾ ਲਓ ਮਹੀਨੇ ਦਾ, $6,000 ਉਹ ਹੋ ਗਿਆ, 500 ਰੋਟੀ ਦਾ, 6,000 ਉਹ ਹੋ ਗਿਆ। ਫਿਰ ਇੰਟਰਟੇਨਮੈਂਟ ਆ, ਜੇ ਗੱਡੀ ਰੱਖੀ ਹੈ ਤਾਂ ਉਹਦੀ ਹੈਵੀ ਇੰਸ਼ੋਰੈਂਸ ਆ। ਇੱਕ ਸਟੂਡੈਂਟ ਨੂੰ ਸਰਵਾਈਵ ਕਰਨ ਵਾਸਤੇ ਇੱਥੇ $30,000 ਐਟਲੀਸਟ ਚਾਹੀਦਾ ਆ, ਔਰ ਜਿਹੜੇ ਪੜ੍ਹਨ ਵਾਲੇ ਸਟੂਡੈਂਟ ਹੈ ਉਹਨਾਂ ਵਾਸਤੇ ਬਹੁਤ ਮੁਸ਼ਕਲ ਹੈ ਜੀ। ਘਰ ਦੇ ਵੀ ਐਕਸਪੈਕਟ ਕਰਦੇ ਨੇ ਕਿ ਅਸੀਂ 25-30 ਲੱਖ ਰੁਪਈਆ ਤੈਨੂੰ ਖਰਚ ਕੇ ਭੇਜਿਆ ਤੇ ਤੂੰ ਆਪਣੀ ਫੀਸ ਵੀ ਇੱਥੇ ਪੈਦਾ ਕਰ, ਤੇ ਸਾਡੇ ਵੀ ਕੁਛ ਉਹਦਾ ਅੱਗੇ ਜਾ ਕੇ ਆਪਾਂ ਗੱਲਾਂ ਕਰਾਂਗੇ ਉਹਨਾਂ ਤੇ ਉਸ ਚੀਜ਼ ਦਾ ਪ੍ਰੈਸ਼ਰ ਕਿੰਨਾ ਮੈਂਟਲ ਪ੍ਰੈਸ਼ਰ ਹੈ, ਬਹੁਤ ਜ਼ਿਆਦਾ ਬੋਝ ਹੈ, ਬਹੁਤ ਜ਼ਿਆਦਾ ਬੋਝ ਆ। ਆਪਾਂ ਨੂੰ ਮੈਂ ਸਮਝਦਾ ਕਿ ਜਿਹੜੇ 98% ਅੱਛੇ ਸਟੂਡੈਂਟ ਨੇ, ਸਾਡੀ ਸਿੰਪਥੀ ਉਹਨਾਂ ਨਾਲ ਹੋਣੀ ਚਾਹੀਦੀ ਹੈ। ਔਰ ਸਿੰਪਥੀ ਵੀ ਇੱਕ ਪਾਸੇ, ਔਰ ਬਲ ਸਾਹਿਬ ਮੈਨੂੰ ਇਹ ਲੱਗਦਾ ਵੀ ਉਹਨਾਂ ਨੂੰ ਅਸੀਂ ਜੇ ਰਿਸਪੈਕਟ ਕਰੀਏ, ਸਲੂਟ ਕਰੀਏ, ਤੇ ਸ਼ਾਇਦ ਇਹ ਵੀ ਕੋਈ ਅਤਕਥਨੀ ਜਾਂ ਮਾੜੀ ਗੱਲ ਨਹੀਂ ਹੋਏਗੀ, ਕਿਉਂਕਿ ਇੰਨੀ ਛੋਟੀ ਉਮਰ ਦੇ ਵਿੱਚ ਇੰਨੀਆਂ ਵੱਡੀਆਂ ਜ਼ਿੰਮੇਵਾਰੀਆਂ ਲੈ ਕੇ ਚੱਲਣਾ। ਤੇ ਬਲ ਸਾਹਿਬ ਜੇ ਆਪਾਂ ਇਮੇਜਿਨ ਕਰੀਏ ਜਦੋਂ ਤੁਸੀਂ 20 ਸਾਲ ਦੇ ਹੋਵੋਗੇ, ਔਰ ਜਿਹੜੇ ਅੱਜ ਕੱਲ ਬੱਚੇ ਆ ਰਹੇ ਆ ਇਹ ਵੀ ਕੋਈ 20-21-22 ਸਾਲ ਦੇ ਹੁੰਦੇ ਆ, ਔਰ ਸੇਮ ਉਹੀ ਸਮਾਂ, ਔਰ ਇਹ ਕਹਿ ਲਓ ਵੀ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ। ਐਗਜ਼ੈਕਟਲੀ ਜੀ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸਟੂਡੈਂਟਸ, ਇੰਟਰਨੈਸ਼ਨਲ ਸਟੂਡੈਂਟਸ ਪ੍ਰੋਬਲਮ ਨੇ। ਮੈਂ ਕਹਿੰਦਾ ਤੁਹਾਡੇ ਗੱਲ ਮੰਨ ਲਈ ਕਿ ਪ੍ਰੋਬਲਮ ਨੇ, ਪਰ ਇਹ ਅੱਛੀ ਪ੍ਰੋਬਲਮ ਹੈ। ਹਾਂ, ਇਟਸ ਅ ਗੁੱਡ ਪ੍ਰੋਬਲਮ। ਸਾਡੇ ਥ੍ਰੈਸ਼ਹੋਲਡ ਤੇ, ਸਾਡੀ ਦਲਹੀਜ ਤੇ ਇਹ ਅੱਛੀ ਪ੍ਰੋਬਲਮ ਆ। ਨਹੀਂ ਤੇ ਸਾਡੇ ਜਿਹੜੀ ਜਨਰੇਸ਼ਨ ਸੀ ਸਾਡੇ ਵਰਗਿਆਂ ਦੀ, ਇਟਸ ਅ ਫੇਅਰਿੰਗ ਅਵੇ ਨਾਓ। ਹੈਲਥ ਵਾਈਜ਼ ਵੀ ਉਹ ਡਿਟੀਰੀਏਸ਼ਨ ਹੋ ਰਹੀ ਆ। ਅਗਲੇ 10-15 ਸਾਲ ਚ ਉਹਨਾਂ ਨੇ ਨੈਚੁਰਲੀ ਫੁੱਲ ਲਾਈਫ ਵੀ ਆਪਣਾ ਜੀ ਕੇ ਗਏ, 15-20 ਸਾਲ ਚ ਉਹਨਾਂ ਨੇ ਚਲੇ ਜਾਣਾ। ਇਹ ਜੇ ਨਵਾਂ ਬਲੱਡ ਨਾ ਆਉਂਦਾ ਤੇ ਫਿਰ ਅਸੀਂ ਕੀ ਕਰਨਾ ਸੀ? ਫਿਰ ਤੇ ਸਾਡਾ ਇਹ ਸਾਰਾ ਕੁਝ ਇੱਥੇ ਖਤਮ ਹੋ ਜਾਣਾ, ਜਿਹੜੀਆਂ ਅਸੀਂ 50 ਸਾਲ ਮਿਹਨਤ ਕੀਤੀ ਆ। ਔਰ ਦੂਸਰੀ, ਮੈਂ ਹਮੇਸ਼ਾ ਇਹ ਗੱਲ ਕਹਿਣਾ ਆ ਵੀ ਦੇਖੋ, 18 ਸਾਲ ਦੇ ਤਕਰੀਬਨ ਬੱਚੇ 19 ਸਾਲ ਦੇ ਇੱਥੇ ਆ ਰਹੇ ਨੇ, ਉਹ ਗ੍ਰੇਡ 12 ਕਰਦੇ ਨੇ ਤੇ ਫਿਰ ਆਈਲੈਟ ਕਰਕੇ ਆ ਜਾਂਦੇ ਨੇ। 18 ਸਾਲ ਦੇ ਬੱਚੇ ਨੂੰ ਕੋਈ ਬਹੁਤੀ ਸੋਝੀ ਨਹੀਂ ਹੁੰਦੀ, ਜਿਸਮਾਨੀ ਤੌਰ ਤੇ ਬੇਸ਼ੱਕ ਵੱਡਾ ਹੋ ਗਿਆ, ਪਰ ਉਹਨੂੰ ਐਡੀ ਕੋਈ ਸੋਝੀ ਨਹੀਂ ਹੈ। ਇੰਟੈਲੈਕਚੁਅਲ ਲੈਵਲ ਜਿਹੜਾ ਉਹ ਫਿਰ ਉਹਨੂੰ ਐਡਜਸਟ ਕਰਨਾ ਜੀ। ਇੰਡੀਆ ਦੇ ਵਿੱਚੋਂ ਪੇਰੈਂਟਸ ਨੇ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਸੀ। ਉਹਨਾਂ ਨੇ ਤੇ ਕਦੀ ਪਾਣੀ ਦਾ ਗਲਾਸ ਵੀ ਚੱਕ ਕੇ ਉੱਥੇ ਨਹੀਂ ਸੀ ਪੀਤਾ, ਆਪ ਰੋਟੀ ਨਹੀਂ ਸੀ ਖਾਧੀ। ਔਰ ਆਲ ਆਫ ਸਡਨ ਦੇ ਵਿੱਚ ਉਸ ਕੰਟਰੀ ਚੋਂ ਲਿਆ ਕੇ ਵੈਸਟਰਨ ਕੰਟਰੀ ਦੇ ਵਿੱਚ, ਜਿੱਥੇ ਮਨੁੱਖੀ ਲਾਈਫ ਦੀ ਸਪੀਡ ਦਾ ਬਹੁਤ ਜ਼ਿਆਦਾ ਅੰਤਰ ਹੈ, ਉਹਨਾਂ ਨੂੰ ਲਿਆ ਕੇ ਸਿੱਟ ਦੇਣਾ ਸਮੁੰਦਰ ਦੇ, ਜਿਹਨਾਂ ਨੂੰ ਤਰਨਾ ਨਹੀਂ ਆਉਂਦਾ ਜੀ। ਔਰ ਇਹ ਮੈਂ ਮਾਫ ਕਰਨਾ, ਇੱਕ ਕਾਲ ਲੈ ਲਈਏ ਫਿਰ ਉਸ ਤੋਂ ਬਾਅਦ ਚਰਚਾ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦੇ ਆਰਗੇਨਾਈਜ਼ਰ ਤੇ ਉਹਨਾਂ ਦੇ ਮਹਿਮਾਨ ਬਲ ਸਾਹਿਬ ਨੂੰ ਸਤਿ ਸ਼੍ਰੀ ਅਕਾਲ, ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਬਜੈਕਟ ਬੜਾ ਵਧੀਆ ਹੈ। ਬਲ ਸਾਹਿਬ ਤੇ ਵੈਲ ਨੋਨ ਕਮਿਊਨਿਟੀ ਦੇ ਜੀ ਆਰਗੇਨਾਈਜ਼ਰ ਨੇ, ਲੀਡਰ ਨੇ। ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਜਿਹੜੀ ਆ ਆਉਣ ਵਾਲੇ ਜਿਹੜੇ ਬੱਚੇ ਇੱਥੇ ਆਏ ਨੇ ਜੀ, ਇਹਨਾਂ ਦੇ ਬਾਰੇ ਚ ਜਿਹੜੀ ਵੀ ਗੱਲਬਾਤ ਹੁਣੇ ਸੁਣੀ ਹੈ, ਬਸ ਹਰ ਗੱਲ ਤੋਂ ਜਾਣੋ ਨੇ ਬੜਿਆ ਹੁੰਦਾ ਜੀ ਪ੍ਰਕਾਸ਼ ਹੈ, ਔਰ ਕਮਿਊਨਿਟੀ ਦੇ ਵਿੱਚ ਬੜੀ ਸੇਵਾ ਕੀਤੀ ਹੈ, ਕਰ ਵੀ ਰਹੇ ਨੇ। ਬਿਲਕੁਲ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਮਤਲਬ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵਾਂ, ਮਾਫੀ ਚਾਹਾਂਗਾ
ਗਲਤੀਆਂ ਕੀਤੀਆਂ ਨੇ ਇੱਥੇ ਆ ਕੇ ਜੀ ਉਹਨਾਂ ਦੇ ਬਾਰੇ 'ਚ ਰੌਲਾ ਜ਼ਿਆਦਾ ਪਾਇਆ ਜਾ ਰਿਹਾ। ਅਸਲੀਅਤ ਜਿਹੜੀ ਉਹ ਬਹੁਤ ਘੱਟ ਹੈ। ਤੁਸੀਂ ਪਹਿਲੇ ਵੀ 98% ਤੱਕ ਅਪਰੂਵ ਕਰਤਾ ਕਿ 2% ਰਹਿ ਗਏ। ਮੈਂ 2% ਨਹੀਂ, ਮੈਂ ਕਹਿੰਦਾ 0.5% ਅੱਛਾ ਇਦਾਂ ਦੇ ਬੱਚੇ ਹੋਣਗੇ। ਕਿਉਂਕਿ ਮੈਂ ਜਿੱਥੇ ਮੈਂ ਰਹਿਣਾ ਸ਼ੈਲਟਨ ਕਾਲਜ ਹੈ, ਗਾੜੇ ਆਏ ਬ੍ਰੈਂਪਟਨ ਦੇ ਵਿੱਚ, ਔਰ ਉੱਥੋਂ ਮੈਂ 5 ਮਿੰਟ ਦੀ 2 ਮਿੰਟ ਦੀ ਡਰਾਈਵ ਤੇ ਰਹਿਣਾ ਵਾ, ਔਰ ਮੇਰੀ ਬੇਸਮੈਂਟ ਵੀ 4-5 ਬੱਚੇ ਰਹਿੰਦੇ ਆ ਜੀ। ਕਦੀ ਕੋਈ ਪ੍ਰੋਬਲਮ ਨਹੀਂ ਸੁਣੀ। ਕੁਝ ਬੱਚੇ ਜਿਹੜੇ ਬੱਚੇ ਥੋੜੇ ਜਿਹੇ ਖੱਗਮਾਰ ਹੁੰਦੇ ਆ, ਉਹ ਹਰ ਜਗ੍ਹਾ ਹੀ ਹੁੰਦੇ ਆ। ਜਦੋਂ ਜਿੱਥੇ ਅਸੀਂ ਪਿੱਛੋਂ ਆਏ ਹਾਂ, ਕਾਲਜ ਪੜ੍ਹਦੇ ਆਏ ਹਾਂ, ਜਿਹਨੇ ਮੈਂ ਜਿਹਨੇ ਕੀਤੀ ਉੱਥੇ ਵੀ ਇਦਾਂ ਦੇ ਬੱਚੇ ਹੁੰਦੇ ਸੀ। 50% ਹੁੰਦੇ ਹੀ ਹੁੰਦੇ ਆ, ਉਹ ਜੋ ਮਰਜ਼ੀ ਤੁਸੀਂ ਕਰ ਲਓ। ਪਰ ਮੀਡੀਆ ਦੇ ਵਿੱਚ ਜਿਹੜਾ ਜ਼ਿਆਦਾ ਰੌਲਾ ਪਾਉਣਾ ਵੀ ਬੱਚੇ ਬੜੇ ਖਰਾਬ ਨੇ, ਨਹੀਂ, ਇਹ ਅੱਛਾ ਆਈਡੀਆ ਨਹੀਂ ਹੈ। ਸਾਨੂੰ ਗੱਲ ਕਰਨਾ ਚਾਹੀਦਾ ਵਾ, ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਸਿਸਟਮ ਬਣਾਈਏ ਕਿ ਉਹਨਾਂ ਨੂੰ ਕੁਝ ਸਮਝਾਇਆ ਜਾਵੇ ਕਿ ਦੇਖੋ ਉੱਥੋਂ ਤੁਸੀਂ ਆਏ ਹੋ, ਮਾਂ ਪਿਓ ਤੁਹਾਡੇ ਜਿਹੜੇ ਜਿਹਨਾਂ ਦੀ ਗੱਲ ਕਰਦੇ ਹੋ ਤੁਸੀਂ, ਬੜੇ ਬੜੇ ਬੱਚਿਆਂ ਨੂੰ ਜੋ ਕਾਰਾਂ ਵੱਡੀਆਂ ਲੈਤੀਆਂ ਮਾਪਿਆਂ ਨੇ, ਚਲੋ ਪੈਸੇ ਪਤਾ ਕਿੱਦਾਂ ਕਮਾਏ ਸੀ ਉਹਨਾਂ ਨੇ, ਜਿਹੜੇ ਕਿੱਦਾਂ ਮਿਹਨਤ ਕਰਕੇ ਕਮਾਏ ਹੁੰਦੇ ਤੇ ਫਿਰ ਬੜਾ ਔਖਾ ਹੁੰਦਾ ਹੈ ਏਦਾਂ ਦੇ ਕੰਮ ਕਰਨੇ। ਪਰ ਇਹ ਹੈ ਕਿ ਇਹਨਾਂ ਨੂੰ ਇੱਕ ਗੱਲ ਸਮਝਾਉਣੀ ਚਾਹੀਦੀ ਹੈ ਵੀ ਦੇਖੋ ਤੁਹਾਡੀਆਂ 2 ਜ਼ਿੰਮੇਵਾਰੀਆਂ ਨੇ ਜੀ। ਇੱਕ ਤਾਂ ਜ਼ਿੰਮੇਵਾਰੀ ਤੁਹਾਡੀ ਹੈ ਤੁਸੀਂ ਇੱਥੇ ਪੜ੍ਹਨ ਆਏ ਹੋ, ਮਾਂ ਪਿਓ ਨੂੰ ਤੁਹਾਨੂੰ ਚੰਗੇ ਕੰਮ ਵਾਸਤੇ ਭੇਜਿਆ। ਦੂਜਾ ਸਾਡੀ ਜਿਹੜੀ ਕਮਿਊਨਿਟੀ ਹੈ ਉਹਦਾ ਨਾਂ ਖਰਾਬ ਨਾ ਕਰੋ। ਬਿਲਕੁਲ ਸਰ, ਇਹ ਉਹਨਾਂ ਨੂੰ ਦਿਮਾਗ 'ਚ ਪਾਉਣ ਦੀ ਲੋੜ ਹੈ। ਔਰ ਅਗਰ ਅਸੀਂ ਕੋਈ ਸਿਸਟਮ ਬਣਾ ਸਕੀਏ ਜਾਂ ਕੋਈ ਆਰਗੇਨਾਈਜੇਸ਼ਨ ਬਣਾ ਸਕੀਏ ਜਿਹੜੀ ਇਹਨਾਂ ਗੱਲਾਂ ਨੂੰ ਅਵਾਇਡ ਕਰੇ। ਬਾਕੀ ਘਰ ਤੋਂ ਘਰ ਕਿਸੇ ਨੇ ਕਿਸੇ ਸਪੇਰ ਮਾਰਤੀ, ਕਿਸੇ ਨੇ ਕਿਸੇ ਨੂੰ ਸੁਣ ਮਾਰਿਆ, ਕੋਈ ਧੱਕਾ ਮਾਰ ਕੇ ਲੰਘ ਗਿਆ। ਇਹ ਕੰਮ ਤੇ ਦੁਨੀਆ ਤੇ ਚੱਲਦੇ ਆ ਤੇ ਚੱਲਦੇ ਰਹਿਣੇ ਆ। ਬਾਕੀ ਬਾਦਸ਼ਾਹ ਸਾਨੂੰ ਬਹੁਤ ਸਿਆਣੇ ਨੇ, ਔਰ ਮੈਂ ਆਸ ਕਰਦਾ ਕਿ ਮੇਰੀਆਂ ਜਿਹੜੀ ਸੁਜੈਸ਼ਨ ਹੈ ਕੋਈ ਨਾ ਕੋਈ ਕਾਰਾ ਕਰੂ। ਤੁਹਾਡੀਆਂ ਸੁਜੈਸ਼ਨ, ਤੁਹਾਡੇ ਜਿਹੜੇ ਇਹ ਭਾਵ ਨੇ ਪਹੁੰਚ ਚੁੱਕੇ ਆ ਬਲ ਸਾਹਿਬ ਦੇ ਕੋਲ ਵੀ, ਔਰ ਸਾਰੇ ਦਰਸ਼ਕ ਤੁਹਾਨੂੰ ਸੁਣ ਰਹੇ ਨੇ। ਪਰ ਨਾਲ ਦੀ ਨਾਲ ਇੱਕ ਗੱਲ ਮੈਂ ਹੋਰ ਇਹਦੇ ਵਿੱਚ ਇਜ਼ਾਫਾ ਕਰਨਾ ਚਾਹੁੰਦਾ ਕਿ ਅੱਜ ਜੋ ਅਸੀਂ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਅੱਜ ਜੋ ਅਸੀਂ ਵਿਸ਼ਾ ਜੋ ਥੀਮ ਲੈ ਕੇ ਆਏ ਹਾਂ, ਉਹ ਇਹੀ ਹੈ ਕਿ ਸਟੂਡੈਂਟਸ ਦੇ ਉੱਪਰ ਹਰੇਕ ਗੱਲ ਨੂੰ ਮੜ ਦਿੱਤਾ ਜਾਣਾ ਔਰ ਗਲਤ ਠਹਿਰਾ ਦਿੱਤਾ ਜਾਣਾ, ਇਹ ਕਿੱਥੋਂ ਤੱਕ ਦੀ ਸਿਆਣਪ ਹੈ ਔਰ ਕਿੰਨੀ ਕਿ ਇਹ ਚੰਗੀ ਗੱਲ ਹੈ। ਇਸੇ ਗੱਲ ਨੂੰ ਲੈ ਕੇ, ਇਸੇ ਹੀ ਥੀਮ ਨੂੰ ਲੈ ਕੇ ਅੱਜ ਅਸੀਂ ਚਰਚਾ ਕਰ ਰਹੇ ਹਾਂ। ਮੈਂ ਆਹੀ ਗੱਲ ਕਹੀ ਹੈ ਕਿ ਇਹ ਮੀਡੀਆ ਦੇ ਵਿੱਚ ਨਾ ਬਹੁਤ ਲੋੜ ਤੋਂ ਵੱਧ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਹੜਾ ਠੀਕ ਨਹੀਂ ਹੈ ਜੀ। ਪਰ ਇੱਕ ਗੱਲ ਮੈਂ ਇੱਕ ਗੱਲ ਹੋਰ ਇਹਦੇ ਵਿੱਚ ਤੁਹਾਨੂੰ ਐਡ ਕਰ ਰਿਹਾ, ਜਿਵੇਂ ਤੁਸੀਂ ਗੱਲ ਕਹੀ ਹੈ ਕਿ ਵੀ ਮੀਡੀਆ ਦੀ ਗੱਲ ਕਰ ਰਹੇ ਹਾਂ, ਕੀ ਤੁਸੀਂ ਕੀ ਸਮਝਦੇ ਹੋ ਕਿ ਸਾਰੇ ਦਾ ਸਾਰਾ ਮੀਡੀਆ ਹੀ ਇਸ ਤਰ੍ਹਾਂ ਦਾ ਹੈ? ਨਹੀਂ, ਪਰ ਅਸੀਂ ਉਹਨਾਂ ਦੇ ਵਿੱਚੋਂ ਜਿਹੜੇ ਨਹੀਂ ਇਸ ਤਰ੍ਹਾਂ ਦੇ, ਅਸੀਂ ਇਸੇ ਕਰਕੇ ਅੱਜ ਇਹ ਟੌਪਿਕ ਲੈ ਕੇ ਆਏ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ। ਔਰ ਅੱਜ ਬਲ ਸਾਹਿਬ ਨੂੰ ਅਸੀਂ ਤਾਕੀਦ ਕਰਾਂਗੇ ਕਿ ਜਿਹੜੇ ਆਉਣ ਵਾਲੇ ਨਵੇਂ ਸਟੂਡੈਂਟਸ ਹੈ, ਨਵੇਂ ਇੰਟਰਨੈਸ਼ਨਲ ਸਟੂਡੈਂਟਸ ਹੈ, ਉਹਨਾਂ ਲਈ ਕੋਈ ਇਸ ਤਰ੍ਹਾਂ ਦੀ ਕਮੇਟੀ ਗਠਿਤ ਕੀਤੀ ਜਾਵੇ, ਕੋਈ ਯੂਨੀਅਨ ਗਠਿਤ ਕੀਤੀ ਜਾਵੇ ਕਿ ਆਉਣ ਸਾਰ ਉਹਨਾਂ ਨੂੰ 10-15 ਦਿਨ ਦੀ ਕੋਈ ਇਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਵੇ ਜਿਹਦੇ ਵਿੱਚ ਲਾਜ਼, ਰੈਗੂਲੇਸ਼ਨ ਸਾਡੇ ਕੈਨੇਡੀਅਨ ਸਿਸਟਮ ਦੇ ਹੋਣ। ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ। ਸੋ ਬਲ ਸਾਹਿਬ ਇਹਨਾਂ ਨੇ ਜਿਹੜੀ ਉਹ ਸੁਝਾਅ ਦਿੱਤੇ ਨੇ ਉਹ ਤੁਹਾਡੇ ਤੱਕ ਪਹੁੰਚ ਗਿਆ। ਪਰ ਮੈਂ ਕਹਿੰਦਾ ਕਿ ਵੀ ਅੱਜ ਤੁਸੀਂ ਕਮਿਊਨਿਟੀ ਦੇ ਇੱਕ ਵੈਲ ਨੋਨ ਪਰਸਨ ਹੋ, ਔਰ ਤੁਹਾਨੂੰ ਪੂਰੇ GTA ਵਾਈਡ ਕੌਣ ਨਹੀਂ ਜਾਣਦਾ, ਔਰ ਹਰ ਇੱਕ ਬੱਚਾ ਬੁੱਢਾ ਤੁਹਾਨੂੰ ਜਾਣਦਾ। ਪਰ ਅੱਜ ਅਸੀਂ ਵਿਜ਼ਨ ਪੰਜਾਬ TV ਦੀ ਟੀਮ ਵੱਲੋਂ ਔਰ ਸਾਰੇ ਸਿਸਟਮ ਵੱਲੋਂ ਅੱਜ ਤੁਹਾਨੂੰ ਅਸੀਂ ਅਪੀਲ ਬੇਨਤੀ ਕਰਦੇ ਹਾਂ ਕਿ ਤੁਸੀਂ ਕੁਝ ਇਸ ਤਰ੍ਹਾਂ ਦਾ ਗੁਰਦੁਆਰਿਆਂ ਦੇ ਨਾਲ ਜਾਂ ਉਹਨਾਂ ਦੀ ਕਮੇਟੀ ਨਾਲ ਰਲ ਕੇ ਕੋਈ ਕਮੇਟੀ, ਯੂਨੀਅਨ ਜਾਂ ਕੋਈ ਇਸ ਤਰ੍ਹਾਂ ਦਾ ਕਲੱਬ ਮੁਹੱਈਆ ਕਰਵਾਓ ਇੰਟਰਨੈਸ਼ਨਲ ਸਟੂਡੈਂਟਸ ਨੂੰ, ਜਿਹਦੇ ਵਿੱਚ ਹਰੇਕ ਆਉਣ ਵਾਲਾ ਸਟੂਡੈਂਟਸ 10-15 ਦਿਨ ਦੀ ਉਹਦੇ ਵਿੱਚ ਕਲਾਸਿਸ ਲਗਾਉਣ, ਫ੍ਰੀ ਆਫ ਕਾਸਟ ਹੋਵੇ, ਉਹਨਾਂ ਨੂੰ ਕੋਈ ਖਾਣ ਪੀਣ ਵੀ ਫ੍ਰੀ ਦਿੱਤਾ ਜਾਵੇ, ਔਰ ਉਹਨਾਂ ਨੂੰ ਕੈਨੇਡੀਅਨ ਸਿਸਟਮ ਦੇ ਰੂਲ ਐਂਡ ਰੈਗੂਲੇਸ਼ਨਸ ਬਾਰੇ ਸਮਝਾਇਆ ਜਾਵੇ ਕਿ ਭਾਈ ਤੁਸੀਂ ਇਹ ਚੀਜ਼ਾਂ ਡੂ ਐਂਡ ਡੋਂਟਸ, ਇਹ ਚੀਜ਼ਾਂ ਮੈਂ ਅਪੀਲ ਕਰਦਾ ਤੁਹਾਨੂੰ। ਮੈਂ ਤੁਹਾਡੀ ਗੱਲ ਨਾਲ ਐਗਰੀ, ਮੈਂ ਸਮਝਦਾ ਕਿ ਆਪਾਂ ਪ੍ਰੋਗਰਾਮ ਦੇ ਅਖੀਰਲੇ ਪਾਰਟ 'ਚ ਸੋਲੂਸ਼ਨ ਵੱਲ ਆਵਾਂਗੇ। ਪਰ ਮੈਂ ਭਾਈ ਸਾਹਿਬ ਦੀ ਜਿਹੜੀ ਗੱਲ ਹੈ, ਪਹਿਲੀ ਗੱਲ ਤੇ ਮੈਂ ਟੋਟਲੀ ਇਹਨਾਂ ਨੇ ਐਗਰੀ ਹਾਂ ਕਿ ਇਹ ਅਨਨੈਸੈਸਰਲੀ ਜਿਹੜੀ ਜ਼ਿਆਦਾ ਬੈਸ਼ਿੰਗ ਇਹਨਾਂ ਵਿਚਾਰਿਆਂ ਤੇ ਹੁੰਦੀ ਹੈ। ਬਹੁਤੇ ਸਟੂਡੈਂਟ, ਮੈਂ ਤੇ 2% ਕਿਹਾ ਸੀ ਜੀ, ਇਹਦੇ ਦੀ ਗੱਲ ਵੀ ਠੀਕ ਹੋ ਸਕਦੀ ਹੈ ਕਿ 0.5% ਵੀ ਹੋਣ, ਤੇ ਜਿਹੜਾ ਅਗਲਾ 1.5% ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਰਕਮਸਟੈਂਸਸ ਦੇ ਅੰਡਰ ਹੋ ਕੇ ਉਹਨਾਂ ਦੇ ਇਨਫਲੂਐਂਸ ਥੱਲੇ ਆਏ। ਉਹਨਾਂ ਤੇ ਵੀ ਕਈ ਡਰਦੇ ਆਏ ਨੇ, ਕਈਆਂ ਕੋਲ ਰਹਿਣ ਨੂੰ ਜਗ੍ਹਾ ਹੈ ਨਹੀਂ, ਕਈਆਂ ਨੂੰ ਰੋਟੀ ਖਾਣ ਨੂੰ ਜਗ੍ਹਾ ਹੈ ਨਹੀਂ। ਉਹ ਜਿਹੜੇ ਬੱਚੇ ਦੂਜੇ ਆ, ਉਹਨਾਂ ਨੇ ਕਈਆਂ ਕੋਲ ਕਾਰਾਂ ਦੀ ਰਾਈਡ ਲੈਣੀ ਆ।
ਇਸ ਕਰਕੇ ਉਹ ਵਿਚਾਰੇ ਉਹ ਜਿਹੜਾ ਰੌਂਗ ਟਾਈਮ 'ਚ ਤੇ ਰੌਂਗ ਪਲੇਸ ਤੇ ਕਈ ਵਾਰੀ ਫਸ ਜਾਂਦੇ ਨੇ। ਬਿਲਕੁਲ ਸਹੀ। ਮੈਂ ਬਿਲਕੁਲ ਇਹਨਾਂ ਨਾਲ ਐਗਰੀ ਹਾਂ ਕਿ ਸਾਨੂੰ ਇਹ ਸਾਡਾ ਇਹ ਡਿਊਟੀ ਨਹੀਂ ਹੈ ਕਿ ਜੇ ਛੋਟੀ ਜਿਹੀ ਕੋਈ ਗੱਲ ਹੋ ਜਾਂਦੀ ਹੈ ਤੇ ਉਹਨਾਂ ਦੀ ਬੈਸ਼ਿੰਗ ਕਰੀਏ। ਦੂਸਰੀਆਂ ਕਮਿਊਨਿਟੀਆਂ ਦੇ ਵਿੱਚ ਬਹੁਤ ਜ਼ਿਆਦੀਆਂ ਇੱਥੇ ਵਾਰਦਾਤਾਂ ਹੋ ਰਹੀਆਂ ਨੇ ਵਿਦਆਊਟ ਨੇਮਿੰਗ ਐਨੀਬਾਡੀ ਐਂਡ ਵੀ ਆਲ ਨੋ ਦੈਟ ਕਿ ਰੋਜ਼ ਦੇ ਜਿਹੜੇ ਇਨਸੀਡੈਂਟ ਆਪਾਂ ਐਕਸੀਡੈਂਟ ਦੇਖ ਲੈਂਦੇ ਹਾਂ ਸਵੇਰੇ, ਉਹਨਾਂ ਵਿੱਚ CP24 ਤੇ ਕਿੰਨੇ ਸਾਡੇ ਬੰਦੇ ਨੇ। ਜੇ ਇੱਕ ਅੱਧੇ ਬੰਦੇ ਦੀ ਕੋਈ ਗੱਲ ਆ ਗਈ ਤੇ ਸਾਰਾ ਦਿਨ ਆਪਾਂ ਉਸੇ ਗੱਲ ਨੂੰ ਲੈ ਕੇ ਆਪਣਾ ਟਾਈਮ ਬਰਬਾਦ। ਅਗੇਨ ਬਹੁਤ ਸਾਰਾ ਮੀਡੀਆ ਜਿਹੜਾ ਉਹਨਾਂ ਦੇ ਹੱਕ 'ਚ ਵੀ ਗੱਲ ਕਰ ਰਿਹਾ। ਮੈਂ ਸਮਝਦਾ ਸਾਨੂੰ ਉਹਨਾਂ ਨੂੰ ਸਾਂਭਣ ਦੀ ਲੋੜ ਹੈ ਜੀ। ਮੈਂ ਉਹਨੂੰ ਸਾਂਭਣ, ਪਹਿਲੀ ਗੱਲ ਤੇ ਕੈਨੇਡੀਅਨ ਸਰਕਾਰ ਨੂੰ $14 ਬਿਲੀਅਨ ਸਾਲ ਦਾ ਆ ਰਿਹਾ ਔਰ ਸਭ ਤੋਂ ਵੱਡੀ ਇਨਕਮ ਮੈਂ ਕਹਿੰਦਾ ਵੱਡੀ ਇਨਕਮ ਹੈ ਜੀ, $14 ਬਿਲੀਅਨ ਆ ਰਿਹਾ। ਪਰ ਮੈਂ ਕਹਿੰਦਾ ਚਲੋ ਉਹ ਪੈਸੇ ਵੀ ਜੇ ਲੈ ਰਹੇ ਨੇ ਤੇ ਸਾਡੇ ਬੱਚੇ ਕਿਸੇ ਨਾ ਕਿਸੇ ਬਹਾਨੇ ਇੱਥੇ ਆ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਤਾਂ ਕੁਝ ਰਹਿ ਨਹੀਂ ਗਿਆ। ਉਹ ਬੱਚਿਆਂ ਨੂੰ ਕੱਢ ਰਹੇ ਨੇ ਕਿ ਵੀ ਇੱਥੇ ਬੰਦਾ ਡਰੱਗ ਤੇ ਚੱਲ ਜਾਏਗਾ, ਪੁੱਠੇ ਕੰਮਾਂ 'ਚ ਪੈ ਜਾਏਗਾ, ਕਿਸੇ ਕੇਸ ਫਸ ਜਾਏਗਾ ਔਰ ਲੋਕ ਜ਼ਮੀਨਾਂ ਵੇਚ ਕੇ ਕਰਜ਼ਾ ਚੱਕ ਕੇ ਇਹਨਾਂ ਨੂੰ ਇੱਥੇ ਭੇਜ ਰਹੇ ਨੇ। ਦੂਸਰੀ ਗੱਲ ਕੈਨੇਡਾ ਨੂੰ ਬਹੁਤ ਫਾਇਦਾ ਜੀ ਇਹਦਾ। ਇੱਕ ਤੇ $14 ਬਿਲੀਅਨ ਦੀ ਇਹਨਾਂ ਦੀ ਇਕਨੋਮੀ ਹੈ। ਦੂਸਰਾ 18 ਸਾਲ ਦਾ ਬੱਚਾ ਪਾਲ ਪਲੋਸ ਕੇ ਹੈਲਦੀ ਬੰਦਾ ਮੈਡੀਕਲ ਉਹਦਾ ਕਰਵਾ ਕੇ ਉਹਨੂੰ ਅੰਗਰੇਜ਼ੀ ਆਉਣੀ ਚਾਹੀਦੀ ਜਾਂ ਫ੍ਰੈਂਚ ਆਉਣੀ ਚਾਹੀਦੀ ਹੈ। ਉਹ ਅਸੀਂ ਇੱਥੇ ਦੀ ਮਾਰਕੀਟ ਨੂੰ ਦੇ ਰਹੇ ਹਾਂ ਕਿ ਅਗਲੇ 40-45 ਸਾਲ ਤੁਸੀਂ ਇਹਨਾਂ ਕੋਲ ਕੰਮ ਲਾਓ, ਲੇਬਰ ਕਰੋ। 4 ਸਾਲ ਬਾਅਦ ਉਹਨਾਂ ਦੀ PR ਹੁੰਦੀ ਹੈ। 4 ਸਾਲ ਦੇ ਵਿੱਚ ਉਹ ਬਿਲਕੁਲ ਇਸ ਸਿਸਟਮ ਦੇ ਵਿੱਚ ਢਲ ਜਾਂਦੇ ਨੇ। ਉਹ ਕੰਨ 'ਚ ਪਾਇਆ ਨਹੀਂ ਜਿੱਦਾਂ ਕਹਿੰਦੇ ਰੜਕਦੇ। ਫਿਰ ਮੈਂ ਕਹਿੰਦਾ ਵੀ ਜੇ ਕੋਈ ਬੱਚਾ ਗਲਤੀ ਕਰਦਾ ਵੀ ਆ, ਜੇ ਕੋਈ ਹੋਸ਼ਾਪਣ ਕਰਦਾ ਵੀ ਆ, ਆਪਣੇ ਪਿਛਲੇ ਪੇਰੈਂਟਸ ਦੇ ਪੈਸੇ ਭੇਜਾਂ ਜਾਂ ਹੋਰ ਕਿਸੇ ਤਰੀਕੇ ਦੇ ਨਾਲ, ਤੇ ਲੈਟ ਦਾ ਲਾ ਟੇਕ ਕੇਅਰ ਆਫ them ਜੀ। ਕਾਨੂੰਨ ਆਪੇ ਉਹਨਾਂ ਨੂੰ ਚਾਰਜ ਕਰ ਲਏਗਾ ਤੇ ਉਹਨਾਂ ਨੂੰ ਵਾਪਸ ਕਰ ਦੇਗਾ। ਤੇ ਅਸੀਂ ਕਿਉਂ ਉਹਨਾਂ ਨੂੰ ਏਦਾਂ ਉਹਨਾਂ ਦੀ ਬਦਨਾਮੀ ਜਾਂ ਉਹਨਾਂ ਨੂੰ ਬੈਸ਼ਿੰਗ ਕਰੀਏ? ਸਾਨੂੰ ਕਰਨਾ ਕੀ ਚਾਹੀਦਾ ਹੈ? ਸਾਨੂੰ ਉਹਨਾਂ ਦੀਆਂ ਪ੍ਰੋਬਲਮ ਨੂੰ ਸਮਝਣ ਦੀ ਲੋੜ ਹੈ। ਉਹਨਾਂ ਨੂੰ ਸਮਝਾਉਣ ਦੀ ਲੋੜ ਹੈ। ਅੱਗੇ ਜਾ ਕੇ ਆਪਾਂ ਕਰਾਂਗੇ ਜਿਹੜਾ ਤੁਸੀਂ ਜਦੋਂ ਪੁੱਛੋਗੇ ਵੀ ਇਹਦਾ ਸੋਲੂਸ਼ਨ ਕੀ ਆ, ਆਪਾਂ ਉਹਦੀ ਗੱਲ ਕਰਾਂਗੇ। ਸੋ ਇੱਕ ਗੱਲ ਹੋਰ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ ਇੱਕ ਨਿੱਕੀ ਜੀ ਚੀਜ਼ ਵਾਪਰਦੀ ਹੈ ਤਾਂ ਮੈਂ ਜਦੋਂ ਵਾਰ-ਵਾਰ ਮੈਂ ਕਹਿ ਰਿਹਾ ਕਿ ਹਰੇਕ ਚੀਜ਼ ਹੈ ਜਿਹੜੀ ਉਹ ਸਿਹਰਾ ਜਿਹੜਾ ਮੜ ਦਿੱਤਾ ਜਾਂਦਾ ਸਟੂਡੈਂਟਸ ਦੇ ਉੱਪਰ। ਔਰ ਇਹ ਕਹਿ ਲਓ ਕਿ ਛੱਜ ਦੇ ਵਿੱਚ ਛੱਟਣ ਵਾਲਾ ਕੰਮ ਹੈ ਜਿਹੜਾ ਸਾਡਾ ਮੀਡੀਆ ਉਹ ਰੋਲ ਅਦਾ ਕਰ ਰਿਹਾ। ਉਹਦੇ ਵਿੱਚੋਂ ਮੈਂ ਨਹੀਂ ਕਹਿੰਦਾ ਵੀ ਅਸੀਂ ਸੁਰਖਰੂ, ਅਸੀਂ ਵੀ ਵਿੱਚ ਸ਼ਾਮਿਲ ਹੈ, ਲੇਕਿਨ ਸਾਡੀ ਜਿਹੜੀ ਕੋਸ਼ਿਸ਼ ਹੈ ਹਮੇਸ਼ਾ ਇਹ ਰਹਿੰਦੀ ਹੈ ਕਿ ਕੁਝ ਪੋਜ਼ਿਟਿਵ, ਕੁਝ ਵਿਲੱਖਣ ਔਰ ਕੁਝ ਅਥੈਂਟਿਕ ਜਿਹੜਾ ਸਹੀ ਹੈ, ਸਹੀ ਨੂੰ ਸਹੀ ਕਿਹਾ ਜਾਵੇ, ਗਲਤ ਨੂੰ ਗਲਤ ਕਿਹਾ ਜਾਵੇ। ਔਰ ਇਹ ਜਿਹੀ ਰੋਲ ਅਦਾ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਜਿਹੜੇ ਪੋਜ਼ਿਟਿਵ ਆਪਾਂ ਗੱਲ ਕਰਾਂਗੇ ਇਹਨਾਂ ਬਾਰੇ ਜੀ। ਨਵੇਂ ਸਾਲ ਗੁਰਦੁਆਰਾ ਸਾਹਿਬ ਦੀ ਸਟੇਜ ਤੇ ਮੈਂ ਬੋਲ ਰਿਹਾ ਸੀਗਾ, ਰਾਤ ਦੇ 10-11 ਵਜੇ ਦਾ ਟਾਈਮ ਸੀ ਜੀ। ਔਰ ਮੈਂ ਦੇਖਿਆ ਦੂਰ ਤੱਕ ਮੱਥਾ ਟੇਕਣ ਵਾਲਿਆਂ ਦੀ ਲਾਈਨ ਲੱਗੀ ਆ। ਉਹਦੇ ਵਿੱਚ ਮੈਂ ਸਮਝਦਾ ਕੋਈ 95% ਸਟੂਡੈਂਟਸ ਹਨ। ਉਹਨਾਂ ਦੇ ਹੱਥਾਂ ਵਿੱਚ ਕਿਸੇ ਦੇ ਹੱਥ 'ਚ ਦੁੱਧ ਦਾ ਬੈਗ ਸੀ, ਕਿਸੇ ਦੇ ਹੱਥ 'ਚ ਮਠਿਆਈ ਦਾ ਡੱਬਾ ਸੀ, ਕਿਸੇ ਦੇ ਹੱਥ 'ਚ ਆਟੇ ਦਾ ਬੈਗ ਸੀ। ਉਹ ਕੰਟਰੀਬਿਊਟ ਕਰ ਰਹੇ ਨੇ ਸਾਡੀ ਸੁਸਾਇਟੀ ਨੂੰ। ਅੱਜ ਵੀ ਗੁਰਦੁਆਰਿਆਂ ਦੇ ਵਿੱਚ ਕੋਈ ਸਫਾਈ ਕਰ ਰਿਹਾ, ਕੋਈ ਲੰਗਰ ਦੀ ਸੇਵਾ ਹੁਣ ਤੇ ਲੰਗਰ ਬੰਦ ਨੇ। ਪਹਿਲਾਂ ਉਹਨਾਂ ਦਾ ਪੋਜ਼ਿਟਿਵ ਪਾਸਾ ਆਪਾਂ ਦੇਖੀਏ, ਨਾ ਕਿ ਇੱਕ ਬੱਚੇ ਨੇ ਗਲਤੀ ਕੀ। ਜੇ ਸਾਡਾ ਆਪਣਾ ਬੱਚਾ ਸਾਡੇ ਘਰ ਦੇ ਵਿੱਚ ਕੋਈ ਗਲਤੀ ਕਰ ਲਏਗਾ ਤੇ ਅਸੀਂ ਇਦਾਂ ਕਰਾਂਗੇ, ਆਪਾਂ ਨਹੀਂ ਕਰਾਂਗੇ। ਗੱਲ ਸਾਹਿਬ ਇੱਕ ਕਾਲ ਲੈ ਲਈਏ, ਮਾਫ ਕਰਨਾ ਤੁਹਾਡੀ ਗੱਲ ਵਿੱਚ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਜੀ ਜੀ ਕੋਈ ਸਵਾਲ ਜਾਂ ਸੁਝਾਅ ਦੇਣਾ ਚਾਹੁੰਦੇ ਹੋ? ਥੋੜੀ ਆਵਾਜ਼ ਥੋੜੀ ਉੱਚੀ ਰੱਖੋ ਆਪਣੀ। ਹਾਂਜੀ, ਮੈਂ ਸਿਰਫ ਇਹ ਕਹਿਣਾ ਸੀਗਾ ਵੀ ਜਿਹੜੀ ਗੱਲ ਚੱਲ ਰਹੀ ਆ ਉਹਦੇ ਵਿੱਚ ਮੈਂ ਪੂਰਾ ਐਗਰੀ ਕਰਦਾ, ਕਿਉਂਕਿ ਦਲਜੀਤ ਸਿੰਘ ਬਾਨੂ ਜਿਹੜਾ ਵਿਊ ਦੇ ਰਹੇ ਆ ਉਹਦੇ ਚ ਪੋਜ਼ਿਟਿਵਿਟੀ ਬਹੁਤ ਹੋਣੀ ਚਾਹੀਦੀ ਆ। ਔਰ ਪਰਫੈਕਸ਼ਨ ਤੇ ਕਿਸੇ ਗੱਲ 'ਚ ਵੀ ਨਹੀਂ ਹੁੰਦੀ ਜੀ। ਪਰਫੈਕਸ਼ਨ ਇਜ਼ ਸਮਥਿੰਗ ਦੈਟ ਇਜ਼ ਵੀ ਕਾਲ ਯੂਟੋਪੀਆ। ਜਦੋਂ ਵੀ ਅਸੀਂ ਵੀ ਕੈਨ ਐਸਪਾਇਰ ਫॉर ਪਰਫੈਕਸ਼ਨ, ਪਰ ਥੋੜੀ ਬਹੁਤੀ ਤੇ ਗੱਲ ਕਿਸੇ ਵਿੱਚੋਂ 1-2% ਬਿਲਕੁਲ 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 ਨਹੀਂ, ਤੁਹਾਡੀ ਗੱਲ ਬਿਲਕੁਲ ਸਮਝ ਚੁੱਕੇ ਹਾਂ ਅਸੀਂ। ਤੁਹਾਡਾ ਭਾਵ ਇਹ ਹੈ ਕਿ ਵੀ ਗਲਤੀ ਹਰੇਕ ਇਨਸਾਨ ਤੋਂ ਹੁੰਦੀ ਹੈ, ਹਰੇਕ ਤੋਂ ਹੀ ਗਲਤੀ ਹੋਣ ਦੇ ਸੰਭਾਵਨਾਵਾਂ ਹੁੰਦੀਆਂ ਨੇ। ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਸੁਝਾਅ ਸਾਡੇ ਤੱਕ ਪਹੁੰਚ ਗਿਆ। ਕਾਲ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਸ਼ੁਕਰੀਆ ਜੀ। ਜੀ ਬਲ ਸਾਹਿਬ 1 ਮਿੰਟ ਦਾ ਆਪਾਂ ਲੈ ਕੇ ਬ੍ਰੇਕ ਤੋਂ ਬਾਅਦ ਆਪਾਂ ਹਾਜ਼ਰ ਹੋਵਾਂਗੇ। ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਫਿਰ ਉਸ ਤੋਂ ਬਾਅਦ ਕਾਲਰ ਦੀ ਗੱਲ ਨਾਲ ਵੀ ਆਪਾਂ ਅੱਗੇ ਚਰਚਾ ਕਰਾਂਗੇ। ਹੋਰ ਵੀ ਬਹੁਤ ਸਾਰੇ ਸਵਾਲ ਹੈ। ਸੋ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਦਰਸ਼ਕੋ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ, ਕਿਤੇ ਜਾਇਓ ਨਾ, ਇਉਂ ਗਏ ਔਰ ਇਉਂ ਆਏ। ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਫੁੱਲਾਂ ਵਰਗੀ ਜ਼ਿੰਦਗੀ, ਕਦੇ ਰੋਵਾਂ ਕਦੇ ਹੱਸਾਂ, ਕੁਝ ਐਦਾਂ ਦੀਆਂ ਨੇ ਸਾਡੇ ਕੈਨੇਡਾ ਦੀਆਂ ਸੱਥਾਂ।
ਗੱਲ ਕਰਾਂਗੇ ਘਰ ਦੀ ਯਾਦ ਦਿਵਾਉਣ ਵਾਲੀ ਤੜਕੇ ਦੀ ਖੁਸ਼ਬੂ ਦੀ ਤੇ ਜ਼ਿੰਦਗੀ ਦੀਆਂ ਮੁਸ਼ਕਿਲਾਂ ਨਾਲ ਰੂਬਰੂ ਕਰਵਾਉਂਦੀ ਸਟੂਡੈਂਟ ਲਾਈਫ ਦੀ, ਰਸਤਿਆਂ ਦੇ ਮੁਸਾਫਿਰ ਟਰੱਕ ਡਰਾਈਵਰਾਂ ਦੀ ਤੇ ਦਿਲ ਨੂੰ ਬਹਿਲਾਉਣ ਵਾਲੀਆਂ ਬੀਬੀਆਂ ਦੀਆਂ ਨਿਵੇਕਲੀਆਂ ਗੱਲਾਂ ਦੀ। ਪ੍ਰੋਗਰਾਮ ਵਿਜ਼ਨ ਔਨ ਲੋਕੇਸ਼ਨ 'ਚ ਗੱਲ ਕਰਾਂਗੇ ਤੁਹਾਡੇ ਨਾਲ, ਤੁਹਾਡੇ ਬਾਰੇ ਔਰ ਤੁਹਾਡੇ ਹੀ ਦਰਬਾਰ 'ਚ। ਸੈਲੀਬ੍ਰਿਟੀਜ਼ ਦੀ ਜ਼ਿੰਦਗੀ ਦੇ ਅਣਛੂਹੇ ਪਲ, ਜਾਣਾਂਗੇ ਸਿਤਾਰਿਆਂ ਦੀ ਚਮਕਦੀ ਜ਼ਿੰਦਗੀ ਪਿਛਲੇ ਰਾਹ, ਕੁਝ ਗੱਲਾਂ ਸਟਰਗਲ ਦੀਆਂ, ਕਰਾਂਗੇ ਕੁਝ ਮਸਤੀ ਸਿਤਾਰਿਆਂ ਦੇ ਨਾਲ। ਪ੍ਰੋਗਰਾਮ ਦ ਸਟਾਰਸ ਵਿਦ ਰੋਸ਼ਨ ਪ੍ਰਿੰਸ, ਸਿਰਫ ਵਿਜ਼ਨ ਪੰਜਾਬ ਟੀਵੀ ਤੇ। ਚਾਹੇ 7 ਸਮੁੰਦਰ ਪਾਰ ਦੀ ਹੋਵੇ ਖਬਰ, ਚਾਹੇ ਕਿਸੇ ਵੀ ਸਰਕਾਰ ਦੀ ਹੋਵੇ ਖਬਰ, ਹਰ ਸ਼ੈ ਤੱਕ ਜਾਂਦੇ ਹਾਂ, ਹਰ ਖਬਰ ਦੀ ਤਹਿ ਤੱਕ ਜਾਂਦੇ ਹਾਂ। ਪੰਜਾਬ ਦੀ ਟੀਸ, ਪੰਜਾਬ ਦਾ ਦਰਦ ਵੀ ਖੋਲ ਸੁਣਾਉਂਦੇ ਹਾਂ। ਹਰ ਖਬਰ ਦੀ ਲੈਂਦੇ ਹਾਂ ਖਬਰ, ਪ੍ਰੋਗਰਾਮ ਖਬਰਾਂ ਦੀ ਖਬਰ ਵਿੱਚ ਮੇਰੇ ਨਾਲ ਜਾਣੀ ਕਿ ਦੀਪਕ ਸ਼ਰਮਾ ਚਨਾਥਲ ਨਾਲ ਸ਼ਾਮੀ 8:30 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੇਖਣਾ ਨਾ ਭੁੱਲਣਾ ਖਬਰਾਂ ਦੀ ਖਬਰ। मैं क्या आओ जी, मैं क्या बैठो जी, मैं क्या जी दो साडा साथ, आजो 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 बैठो टीवी दे पास, हसीए हसाइए जीतो नाल ते बल दे नाल ਅਸੀਂ ਖੜਾਵਾਂਗੇ ਤੁਹਾਡੇ ਸਾਰਿਆਂ ਦੇ ਦਿਲ ਦੀਆਂ ਕਮੀਆਂ। जदों देखोगे विजन पंजाब ते ਜਮਨੀਆਂ इंडियन कज़ीन ਦਾ ਸਵਾਦ ਹੁਣ ਕੈਨੇਡਾ 'ਚ? ਜੀ ਹਾਂ, ਇੰਡੀਅਨ ਕਜ਼ੀਨ ਦਾ ਸਵਾਦ ਮਿਲੇਗਾ ਵਿਨੀਪੈਗ ਮੈਨੀਟੋਬਾ ਦੇ ਸਿਰਫ ਤੇ ਸਿਰਫ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਦੇ ਵਿੱਚ। ਉਹ ਵੀ ਕਿਸੇ ਇੱਕ ਜਗ੍ਹਾ ਨਹੀਂ ਬਲਕਿ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਸਰਵਸ ਯੂ ਔਨ 3 ਲੋਕੇਸ਼ਨਸ। For memorable food and exceptional value, you can contact us at, you can also mail us at ਸੁਖਬੀਰ ਦੇ ਪੈਸਿਆਂ ਵਾਲੇ ਟਰੱਕ। ਕੈਪਟਨ ਦੀ ਸੱਚੀਆਂ ਕਿਤੇ ਪੱਕ ਠੱਕ, ਕਿੱਥੇ ਪਏ ਨੇ ਮੋਦੀ ਦੇ 15 ਲੱਖ। ਪੱਪੂ ਹੋਏਗਾ ਪਾਸ ਜਾਂ ਫਿਰ ਕਟੇਗੀ ਨੱਕ। ਸੰਗਰੂਰ ਵਾਲਾ ਮਾਨ ਤੇ ਠੋਕੋ ਤਾਲੀ ਵਾਲਾ ਸਿੱਧੂ ਕਿਵੇਂ ਤੋੜਦੇ ਨੇ ਵਿਰੋਧੀਆਂ ਦੇ ਲੱਕ। ਗਾਇਕਾਂ ਦੇ ਊਟ ਪਟਾਂਗ ਗੀਤਾਂ ਦੇ ਅਸਲ ਮਾਇਨੇ ਕਾਨੂੰਨ ਦੇ ਰਖਵਾਲਿਆਂ ਤੇ ਲੀਡਰਾਂ ਨੇ ਕਿੱਥੇ, ਕਿਉਂ ਤੇ ਕਿਵੇਂ ਖਿਲਾਰੀ ਖੱਪ। ਸਮਾਜ 'ਚ ਵਾਪਰਦੇ ਹਰ ਮਸਲੇ ਦੀ ਉਧੇੜਾਂਗੇ ਪਰਤ ਤੇ ਕਰਾਂਗੇ ਟੀਕਾ ਟਿੱਪਣੀ ਆਪਣੇ ਉਲਟ ਪੁਲਟ ਨਜ਼ਰੀਏ ਦੇ ਨਾਲ। ਸਾਡੇ ਖਾਸ ਪ੍ਰੋਗਰਾਮ ਉਲਟ ਪੁਲਟ 'ਚ ਦੇਖਣਾ ਨਾ ਭੁੱਲਣਾ ਮੰਡੇ ਟੂ ਫਰਾਈਡੇ ਰਾਤੀ 10 ਵਜੇ ਓਨਲੀ ਔਨ ਵਿਜ਼ਨ ਪੰਜਾਬ ਟੀਵੀ। ਸਿਆਸਤ ਹੋਵੇ ਜਾਂ ਧਰਮ, ਪੰਜਾਬ ਵਾਸੀਆਂ ਮੁਤਾਬਕ ਉਜਾੜਾ ਹੋਣ ਜਾ ਰਿਹਾ। ਮੁੱਦਾ ਉਹ ਜੋ ਹੋਵੇ ਸਰਗਰਮ। ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਕਬਜ਼ੇ ਹੇਠ ਲੈ ਲਈਆਂ ਨੇ। ਸਿਆਸੀ ਲੀਡਰਾਂ ਦੇ ਵਾਅਦਿਆਂ ਦਾ ਕੀ ਹੈ ਸੱਚ? ਇਹ ਜੋ ਨਸ਼ਿਆਂ ਦਾ ਕੰਮ ਹੈ, ਜੋ ਆਮ ਆਦਮੀ ਕਹਿੰਦੇ 4 ਮਹੀਨਿਆਂ 'ਚ ਮੈਂ ਖਤਮ ਕਰ ਦੂੰ, ਮੈਂ ਇਹ 4 ਹਫ਼ਤਿਆਂ ਦੇ ਵਿੱਚ ਉਹਦੇ ਲੱਕ ਤੋੜ ਕੇ ਛੱਡ। ਪੁਲਿਸ ਪ੍ਰਸ਼ਾਸਨ ਤੇ ਸਰਕਾਰ ਦਾ ਵੀ ਜਾਣਾਂਗੇ ਪੱਖ। ਆਵਾਮ ਨਾਲ ਜੁੜੇ ਹਰ ਮਸਲੇ ਦੀ ਕਰਾਂਗੇ ਕੋ। ਆਖਿਰ ਕੈਪਟਨ ਨੂੰ ਆਪਣੇ ਬਿਆਨ ਤੋਂ ਮੁੜਨਾ ਕਿਉਂ ਪਿਆ? ਸਾਡੀ ਖਾਸ ਪੇਸ਼ਕਸ਼ ਸਟੋਰੀ ਆਫ ਦਾ ਡੇ ਵਿਜ਼ਨ ਸਪੈਸ਼ਲ ਓਨਲੀ ਔਨ ਵਿਜ਼ਨ ਪੰਜਾਬ ਟੀਵੀ। ਹੁਣ ਤੁਹਾਡੇ ਸੁਪਨਿਆਂ ਦਾ ਘਰ ਖਰੀਦਣਾ ਤੇ ਪ੍ਰਾਪਰਟੀ ਨੂੰ ਵੇਚਣਾ ਹੋਇਆ ਹੋਰ ਵੀ ਸੁਖਾਲਾ, ਕਿਉਂਕਿ ਹੁਣ ਹਰਪ੍ਰੀਤ ਰੱਖਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਣਗੇ ਤੁਹਾਡਾ ਸਾਥ। ਹਰਪ੍ਰੀਤ ਰੱਖਰਾ ਦਿਵਾਉਣਗੇ ਤੁਹਾਡੀ ਪ੍ਰਾਪਰਟੀ ਤੇ ਬੈਸਟ ਅਤੇ ਫਾਇਦੇਮੰਦ ਡੀਲ। ਅੱਜ ਹੀ ਆਪਣਾ ਨਵਾਂ ਘਰ ਪ੍ਰੀ ਕੰਸਟਰਕਸ਼ਨ ਸਾਈਟ ਜਾਂ ਕੰਡੋਜ਼ ਬੁੱਕ ਕਰਾਉਣ ਲਈ ਕਾਲ ਕਰੋ ਹਰਪ੍ਰੀਤ ਰੱਖੜਾ ਨੂੰ 6477205454 ਤੇ 647 720 5454 ਤੇ।
ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਔਰ ਵਿਜ਼ਨ ਪੰਜਾਬ ਟੀਵੀ ਦੇ ਨਾਲ ਜੋ ਅੱਜ ਅਸੀਂ ਪੇਸ਼ ਕਰ ਰਹੇ ਹਾਂ ਪ੍ਰੋਗਰਾਮ, ਉਸ ਦਾ ਨਾਮ ਹੈ ਵਿਜ਼ਨ ਪ੍ਰਾਈਮ ਟਾਈਮ ਸ਼ੋ। ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ ਔਰ ਸਮਾਂ ਇਸ ਦਾ ਹੁੰਦਾ ਹੈ 7 ਤੋਂ 8। ਜ਼ਰੂਰ ਦੇਖਿਆ ਕਰੋ ਔਰ ਸਾਨੂੰ ਫੀਡਬੈਕ ਆਪਣੀ ਦੇਣੀ ਨਾ ਭੁੱਲਿਆ ਕਰੋ। 905 790 9099 ਸਟੂਡੀਓ ਦਾ ਨੰਬਰ ਹੈ। ਇਹੀ ਨੰਬਰ ਸਕਰੀਨ ਦੇ ਥੱਲੇ ਵੀ ਫਲੈਸ਼ ਹੋ ਰਿਹਾ ਔਰ ਕੋਈ ਵੀ ਸਵਾਲ ਸੁਝਾਅ ਜਾਂ ਕੋਈ ਜਾਣਕਾਰੀ ਤੁਸੀਂ ਇਸ ਮਾਧਿਅਮ ਜ਼ਰੀਏ, ਇਸ ਮੰਚ ਦੇ ਮਾਧਿਅਮ ਜ਼ਰੀਏ ਤੁਸੀਂ ਸਾਂਝੀ ਕਰਨੀ ਚਾਹੁੰਦੇ ਆ, ਦੱਸਣੀ ਚਾਹੁੰਦੇ ਆ ਤਾਂ ਉਹੀ ਨੰਬਰ 905 790 9099। ਸੋ ਅੱਜ ਜੋ ਵਿਸ਼ਾ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ, ਵਿਸ਼ਾ ਬੜਾ ਗੰਭੀਰ ਵੀ ਹੈ, ਚਿੰਤਾਜਨਕ ਵੀ ਹੈ, ਪਰ ਜੇ ਦੇਖਿਆ ਜਾਵੇ ਤਾਂ ਉਹ ਸਾਡਾ ਹੀ ਫਰਜ਼ ਹੈ ਔਰ ਅਸੀਂ ਉਸ ਫਰਜ਼ ਨੂੰ ਕਿਵੇਂ ਮੁਨਕਰ ਹੋ ਸਕਦੇ ਹਾਂ ਉਹਦੇ ਬਾਰੇ ਅਸੀਂ ਚਰਚਾ ਕਰ ਰਹੇ ਹਾਂ। ਚਰਚਾ ਦਾ ਵਿਸ਼ਾ ਉਹਦੇ ਬਾਰੇ ਵੀ ਥੋੜਾ ਜਿਹਾ ਦੱਸ ਦੇਵਾਂ ਕਿ ਵਿਦਿਆਰਥੀਆਂ ਦੇ ਉੱਪਰ ਹਰੇਕ ਚੀਜ਼ ਜਾਂ ਹਰੇਕ ਐਲੀਗੇਸ਼ਨ ਕਿਉਂ ਲਗਾ ਦਿੱਤਾ ਜਾਂਦਾ। ਕੈਨੇਡਾ ਦੇ ਵਿੱਚ ਆਏ ਹੋਏ ਇੰਟਰਨੈਸ਼ਨਲ ਵਿਦਿਆਰਥੀ ਹੈ ਜੋ, ਜੇ ਗੱਲ ਕਰੀਏ ਕੋਈ ਦੁਰਘਟਨਾ ਵਾਪਰਦੀ ਹੈ, ਐਕਸੀਡੈਂਟ ਹੁੰਦਾ, ਕੋਈ ਚੋਰੀ ਚਕਾਰੀ ਹੁੰਦੀ ਹੈ, ਲੜਾਈ ਝਗੜਾ ਹੁੰਦਾ, ਸਾਰੇ ਦੇ ਸਾਰੇ ਜਦੋਂ ਇਲਜ਼ਾਮ ਜੇ ਕਹਿ ਲਓ ਕਿ ਵੀ ਅਸੀਂ ਵਿਦਿਆਰਥੀਆਂ ਦੇ ਸਿਰ ਮੜ ਦਿੰਦੇ ਹਾਂ, ਕਾਰਨ ਕੀ ਹੈ? ਸੋ ਇਸੇ ਕਰਕੇ ਕਿਤੇ ਨਾ ਕਿਤੇ ਸ਼ਾਇਦ ਇਹ ਵੀ ਸਾਹਮਣੇ ਆ ਰਿਹਾ ਕਿ ਕੁਝ ਕਿਤੇ ਬੱਚੇ ਜੋ ਅੱਜ ਕੱਲ੍ਹ ਇੱਥੋਂ ਦੇ ਕੈਨੇਡਾ ਦੇ ਵਸਨੀਕ ਹੈ, ਸਿਟੀਜ਼ਨ ਹੈ, ਨਾਗਰਿਕ ਹੈ, ਉਹਨਾਂ ਦੇ ਵਿਚਕਾਰ ਤੇ ਬੱਚਿਆਂ ਦੇ ਵਿਚਕਾਰ ਜਿਹੜਾ ਉਹ ਪਾੜਾ ਵੱਧਦਾ ਹੀ ਜਾ ਰਿਹਾ। ਫਿਰ ਬੱਚਿਆਂ ਦੀ ਸੁਸਾਈਡ ਦੀ ਗੱਲ ਕਰੀਏ, ਉਹਦੇ ਕੀ ਕਾਰਨ ਨੇ? ਲੜਾਈਆਂ ਝਗੜੇ ਕਿਉਂ ਹੋ ਰਹੇ ਆ? ਓਵਰਡੋਜ਼ ਦੀ ਗੱਲ ਕਰੀਏ, ਡਿਪਰੈਸ਼ਨ ਦੀ ਗੱਲ ਕਰੀਏ, ਬੱਚਿਆਂ ਦੀ ਇੱਥੇ ਇੰਟਰਨੈਸ਼ਨਲ ਸਟੂਡੈਂਟਸ ਦੀ ਮੌਤ ਹੋ ਰਹੀ ਹੈ, ਕਤਲ ਹੋ ਰਹੇ ਨੇ, ਕਿਉਂ ਹੋ ਰਹੇ ਆ? ਔਰ ਉਹਨਾਂ ਦੀਆਂ ਕਈ ਵਾਰੀ ਤਾਂ ਜਿਹੜੀਆਂ ਡੈੱਡ ਬੋਡੀਜ਼ ਨੂੰ ਭੇਜਣ ਦੇ ਲਈ ਵੀ ਪੈਸੇ ਇਕੱਤਰ ਕੀਤੇ ਜਾਂਦੇ ਆ ਔਰ ਉਹਨਾਂ ਦੇ ਬਾਰੇ ਵੀ ਅਸੀਂ ਚਰਚਾ ਕਰਾਂਗੇ। ਸੋ ਉਚੇਚੇ ਤੌਰ ਤੇ ਚਰਚਾ ਕਰਨ ਦੇ ਲਈ ਸਾਡੇ ਕਮਿਊਨਿਟੀ ਦੇ ਵੈਲ ਨੋਨ ਪਰਸਨ ਜਾਂ ਕਹਿ ਲਓ ਕਿ ਵੀ ਸਮਾਜ ਸੇਵੀ ਸਾਡੇ ਅੱਜ ਸਟੂਡੀਓ ਦੇ ਵਿੱਚ ਆਏ ਨੇ, ਸਰਦਾਰ ਇੰਦਰਜੀਤ ਸਿੰਘ ਬਲ। ਤੁਹਾਡਾ ਫਿਰ ਤੋਂ ਸਵਾਗਤ ਹੈ। ਮਿਹਰਬਾਨੀ ਜੀ, ਥੈਂਕ ਯੂ ਸਰ। ਸੋ ਬਲ ਸਾਹਿਬ, ਸਟੂਡੈਂਟਸ ਨੂੰ ਲੈ ਕੇ ਮੈਂ ਪਿਛਲੇ ਦਿਨੀ ਆਪਾਂ ਬੜਾ ਹੀ ਇੱਕ ਰੋਂਗਟੇ ਖੜੇ ਹੋ ਜਾਂਦੇ ਨੇ ਜਦੋਂ ਆਪਾਂ ਗੱਲਾਂ ਸੁਣਦੇ ਹਾਂ ਕਿ ਵੀ ਬੱਚੇ ਦੀ ਲਾਸ਼ ਭੇਜਣ ਦੇ ਲਈ ਵੀ ਕਈ ਵਾਰੀ ਪੈਸੇ ਇਕੱਠੇ ਕਰਨੇ ਪੈਂਦੇ ਆ, ਇੱਥੇ ਫੰਡ ਰੇਜ਼ ਕੀਤੇ ਜਾਂਦੇ ਆ ਔਰ ਬਹੁਤੀ ਵਾਰੀ ਤਾਂ ਫੰਡ ਰੇਜ਼ ਨੂੰ ਵੀ ਇਸ ਤਰ੍ਹਾਂ ਮੰਨ ਲਿਆ ਜਾਂਦਾ ਕਿ ਵੀ ਇਹ ਇੱਕ ਡਰਾਮਾ ਹੈ ਔਰ ਇਹ ਹਰ ਵਾਰੀ ਕੁਛ ਨਾ ਕੁਛ ਇਸ ਤਰੀਕੇ ਦੇ ਨਾਲ ਕਰਦੇ ਆ। ਸੋ ਬਲ ਸਾਹਿਬ, ਤੁਹਾਡੀ ਨਜ਼ਰ ਦੇ ਵਿੱਚ, ਕਿਉਂਕਿ ਤੁਸੀਂ ਫਿਊਨਰਲ ਹੋਮ ਇੱਕ ਚਲਾਉਂਦੇ ਹੋ ਔਰ ਫਿਊਨਰਲ ਹੋਮ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਸਾਰੇ ਸਿਸਟਮ ਦੇ ਤੁਸੀਂ ਉਸ ਚੀਜ਼ ਦੇ ਉਸ ਪਹਿਲੂ ਨਾਲ ਜੁੜੇ ਹੋਏ ਹੋ। ਸਾਲਾਨਾ ਦੀ ਗੱਲ ਕਰੀਏ ਜਾਂ ਪਿਛਲੇ ਦਿਨਾਂ ਤੋਂ ਲੈ ਕੇ ਅੱਜ ਤੱਕ ਗੱਲ ਕਰੀਏ, ਕਿੰਨੀਆਂ ਕੁ ਡੈਡ ਬੋਡੀਜ਼ ਹੈ ਜਿਹੜੀਆਂ ਸਟੂਡੈਂਟਸ ਦੀਆਂ ਤੁਸੀਂ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਭੇਜੀਆਂ ਔਰ ਉਹਦੇ ਕਾਰਨ ਕੀ ਸੀ? ਇਹਦੇ ਬਾਰੇ ਵੀ ਥੋੜੀ ਜਿਹੀ ਆਪਾਂ ਚਰਚਾ ਕਰੀਏ। ਦੇਖੋ, ਇਹ ਬੜੀ ਡਰਾਵਣੀ ਖਬਰ ਹੈ। ਮੈਂ ਕੌਂਸਲਰ ਜਨਰਲ ਆਫ ਇੰਡੀਆ ਦੇ ਨਾਲ ਚੈੱਕ ਕਰ ਰਿਹਾ ਸੀ ਕਿ ਉਹਨਾਂ ਨੇ ਹੁਣ ਤੱਕ ਕਿੰਨੀਆਂ ਬੋਡੀਜ਼ ਭੇਜੀਆਂ, ਕਿਉਂਕਿ ਗਵਰਨਮੈਂਟ ਆਫ ਇੰਡੀਆ ਹੈਲਪ ਕਰਦੀ ਆ ਉਹਨਾਂ ਪਰਿਵਾਰਾਂ ਦੀ, ਬੀਇੰਗ ਇੰਡੀਅਨ ਨੈਸ਼ਨਲਿਸਟ, ਜਿਹੜੇ ਇੱਥੇ ਡੈਥ ਹੋ ਜਾਂਦੀ ਆ ਤੇ ਜੇ ਪਰਿਵਾਰ ਵਾਲਾ ਰਿਕੁਐਸਟ ਕਰੇ ਕਿ ਸਾਡੇ ਕੋਲ ਪੈਸੇ ਨਹੀਂ ਹੈ ਤੇ ਅਸੀਂ ਇਹ ਬੋਡੀ ਨੂੰ ਸਾਡੇ ਘਰ ਪਹੁੰਚਾਇਆ। ਸਾਰੇ ਕੰਟਰੀਆਂ ਦਾ ਫਰਜ਼ ਵੀ ਹੈ, ਉਹ ਕਰਦੇ ਆ ਜੀ। ਉਹਨਾਂ ਨੇ ਜਦੋਂ ਦੱਸਿਆ ਕਿ ਉਹਨਾਂ ਨੂੰ 32 ਟੋਟਲ ਉਹਨਾਂ ਬੋਡੀਜ਼ ਹੁਣ ਤੱਕ ਭੇਜੀਆਂ ਸਾਲ ਤੇ, ਜਿਹਨਾਂ ਵਿੱਚੋਂ 28 ਦੇ ਵਰ ਸਟੂਡੈਂਟਸ। 28 ਇਹ ਕੱਲ੍ਹ ਕੌਂਸਲਰ ਜਨਰਲ ਆਫ ਇੰਡੀਆ, ਆਪਾਂ ਟੋਰਾਂਟੋ ਦੀ ਗੱਲ ਕਰਦੇ ਹਾਂ, ਇੱਕ ਟੋਰਾਂਟੋ ਦੀ, ਇਹ ਸਿਰਫ ਉਹ 8ਵੇਂ ਉਹਨਾਂ ਦਾ ਉੱਥੇ ਵੀ ਹੋਣਗੇ ਕੇਸਿਸ, ਵੈਨਕੂਵਰ 'ਚ ਵੀ ਹੋਣਗੇ ਔਰ ਇਹ ਟੋਰਾਂਟੋ ਦੀ ਗੱਲ ਕਰ, ਬਹੁਤ ਹਾਈ ਨੰਬਰਸ ਨੇ, ਰੌਂਗਟੇ ਤੁਹਾਡੇ ਖੜੇ ਹੋਣਗੇ ਗੱਲ ਸੁਣ ਕੇ। ਔਰ ਇੰਨੇ ਜ਼ਿਆਦਾ ਸਟੂਡੈਂਟ ਦੀ ਡੈਥ ਜਿਹੜੀ ਆ ਉਹਦੇ ਕਾਰਨ ਕੀ ਨੇ? ਉਹਦੇ ਵਿੱਚ ਮੋਟਰ ਵਹੀਕਲ ਐਕਸੀਡੈਂਟ ਵੀ ਨੇ ਜੀ, 4-5 ਤੇ ਉਹ ਵਿਚਾਰੇ ਮੁੰਡੇ ਟਰੱਕਰ ਸਨ। ਹੁਣ ਉਹ ਕੰਮ ਉਹਨਾਂ ਨੂੰ ਕਰਨਾ ਪੈਂਦਾ ਜੀ ਇੱਥੇ ਸਰਵਾਈਵ ਕਰਨ ਨੂੰ, ਤੇ ਤਜਰਬਾ ਕੋਈ ਹੁੰਦਾ ਨਹੀਂ, ਐਡਾ ਵੱਡਾ ਟ੍ਰੇਲਰ ਲੈ ਕੇ ਜਾਣਾ, ਦੂਰ ਦਰੇਡੇ ਨੀਂਦੇ ਵੀ ਰਹਿਣਾ, ਤੇ ਉਹ ਭਿਆਨਕ ਐਕਸੀਡੈਂਟ ਹੋ ਜਾਂਦੇ ਨੇ ਤੇ ਵਿਚਾਰੇ ਦੀਆਂ ਜਾਨਾਂ ਚਲੇ ਜਾਂਦੀਆਂ ਨੇ। ਫਿਰ ਉਸ ਤੋਂ ਅੱਗੇ ਸੁਸਾਈਡਲ ਕੇਸ ਵੀ ਨੇ ਸਟੂਡੈਂਟਸ ਦੇ ਵਿੱਚ। ਮਾਫ ਕਰਨਾ, ਤੁਹਾਨੂੰ ਇਨਫੋਰਮੇਸ਼ਨ ਮੈਂ ਸਾਰਿਆਂ ਨੂੰ ਦੱਸ ਰਿਹਾ, ਤੁਹਾਨੂੰ ਪਤਾ ਲੱਗ ਸਕੇ ਕਿ ਅਸਲੀਅਤ ਕੀ ਹੈ। ਔਰ ਓਵਰਡੋਜ਼ ਵੀ ਹੈ ਜੀ ਸਟੂਡੈਂਟ ਦੇ ਵਿੱਚ। ਉਹ ਕਿਉਂ ਡਰੱਗਸ ਲੈਂਦੇ ਨੇ, ਕਿਸ ਪ੍ਰੈਸ਼ਰ ਥੱਲੇ ਲੈਂਦੇ ਨੇ, ਕਿ ਉਹ ਸ਼ੌਕ ਨਾ ਕਰਦੇ ਨੇ ਜਾਂ ਉਹਨਾਂ ਦੀ ਲਾਈਫ ਇੰਨੀ ਡੀਰੇਲ ਹੋ ਗਈ ਆ, ਉਹ ਕਿਸੇ ਪਾਸੇ ਜੋਗੇ ਹੀ ਨਹੀਂ ਰਹੇ, ਫਿਰ ਉਹ ਡਰੱਗਸ ਦਾ ਸਹਾਰਾ ਲੈਂਦੇ ਨੇ ਜਾਂ ਕਿਸੇ ਗਲਤ ਸੁਸਾਇਟੀ 'ਚ ਪੈ ਗਏ ਜੀ। ਹਾਂਜੀ, ਔਰ ਫਿਰ ਜਿੱਦਾਂ ਤੋਂ ਪਹਿਲਾਂ ਕਿਹਾ ਸੀ ਕਿ ਮਰਡਰ ਵੀ ਹੋਏ ਨੇ, ਮਰਡਰ ਵੀ ਹੋਏ ਨੇ। ਬਹੁਤ ਵੱਡੀ ਪ੍ਰੋਬਲਮ ਆ, ਸਾਨੂੰ ਉਹਨਾਂ ਦੀਆਂ ਪ੍ਰੋਬਲਮਾਂ ਨੂੰ ਸਮਝਣ ਦੀ ਲੋੜ ਆ। ਇੱਕ ਜ਼ਿੰਦਗੀ ਵੀ ਚੱਲ ਜਾ ਨੌਜਵਾਨ ਬੱਚੇ ਦੀ, ਜਿਹੜਾ 20 ਸਾਲ ਦਾ, ਜਿਹਦੇ ਮਾਂ-ਬਾਪ ਨੇ
ਕਰਜ਼ਾ ਚੱਕ ਕੇ ਉੱਥੋਂ ਭੇਜਿਆ ਗਿਆ ਸੀ। ਹੁਣ ਤੇ ਬੱਚੇ ਇੱਕ ਦੋ ਦਿਨ ਪਰਿਵਾਰਾਂ ਦੇ ਵਿੱਚ ਇਕੱਲੇ ਪੁੱਤਰ ਨੇ ਕਈਆਂ ਦੇ, ਔਰ ਉਹ ਵੀ ਇੱਥੇ ਆ ਕੇ ਤੇ ਫਿਰ ਉਹਦੀ ਬਾਡੀ ਵਾਪਸ ਭੇਜਣੀ ਪਵੇ, ਉਹ ਇੱਕ ਵੱਖਰਾ ਮਸਲਾ ਹੈ ਜੀ। ਉਹਨੂੰ ਕਿੰਨਾ ਸਮਾਂ ਲੱਗਦਾ ਹੈ, ਉਹਦੇ ਵਾਸਤੇ ਪੈਸਿਆਂ ਦੀ ਵੀ ਅਸੀਂ ਜਿੰਨੇ ਜੋਗੇ ਅਸੀਂ ਕਰਦੇ ਹਾਂ, ਜਿਸ ਦੇ ਕਿਸੇ ਨੂੰ ਨਾ ਹੀ ਨਹੀਂ ਕਰਦੇ, ਪਰ ਅਸੀਂ ਵੀ ਕੈਨ ਡੂ ਓਨਲੀ ਸੋ ਮਚ। ਗਵਰਨਮੈਂਟ ਆਫ ਇੰਡੀਆ ਵੀ ਉਹਨਾਂ ਦੀ ਹੈਲਪ ਕਰਦੀ ਆ। ਫਿਰ ਜਿੱਦਾਂ ਤੁਸੀਂ ਕਹਿੰਦੇ ਫੰਡ ਰੇਜ਼ ਵੀ ਹੁੰਦੇ ਨੇ, ਕਰਦੇ ਨੇ ਲੋਕ ਸਾਡੇ ਜਿਹੜੇ ਨੇ ਉਹ ਬੜੇ ਪੈਸ਼ਨੇਟ ਨੇ, ਬੜੇ ਦਿਆਲੂ ਨੇ। ਉਹ ਜਦੋਂ ਸੁਣਦੇ ਨੇ ਕਿ ਕਿਸੇ 20 ਸਾਲ ਦੇ ਬੱਚੇ ਦੀ ਮੌਤ ਹੋ ਗਈ, ਇਹਦੀ ਬੋਡੀ ਭੇਜਣੀ ਆ, ਤੇ ਹਰ ਕੋਈ ਉਹ 'ਚ ਪੈਸੇ ਦੇ ਦਿੰਦਾ ਹੈ। ਪਰ ਬਲ ਸਾਹਿਬ ਕਿਤੇ ਨਾ ਕਿਤੇ ਜਦੋਂ ਸਟੂਡੈਂਟਸ ਦੇ ਜਾਂ ਇੱਥੋਂ ਦੇ, ਆਪਾਂ ਇਹ ਨਹੀਂ ਗੱਲ, ਆਪਾਂ ਜਦੋਂ ਸਟੂਡੈਂਟਸ ਦੀ ਗੱਲ ਕਰਦੇ ਹਾਂ, ਸਾਡੇ ਵਿੱਚੋਂ ਹੀ ਅਸੀਂ ਸਿਟੀਜ਼ਨ ਆ, ਇੱਥੋਂ ਦੇ ਨਾਗਰਿਕ ਆ, ਸਾਡੇ ਵਿੱਚੋਂ ਹੀ ਆ ਜਿਹੜੇ ਲਾਂਛਨ ਲਗਾਉਂਦੇ ਆ ਕਿ ਸਟੂਡੈਂਟਸ ਇਹ ਕਰਦੇ, ਸਟੂਡੈਂਟਸ ਉਹ ਕਰਦੇ ਆ। ਔਰ ਕਈ ਵਾਰੀ ਜਦੋਂ ਆਪਾਂ ਫੰਡ ਰੇਜ਼ ਦੀ ਗੱਲ ਕਰਦੇ ਆ ਵੀ ਸਟੂਡੈਂਟਸ ਦੀ ਡੈਡ ਬੋਡੀ ਨੂੰ ਉਹਨਾਂ ਦੇ ਮਾਪਿਆਂ ਤੱਕ ਸਪੁਰਦ ਕਰਨਾ, ਤਾਂ ਫੰਡ ਰੇਜ਼ ਕੀਤਾ ਜਾ ਰਿਹਾ ਜਾਂ ਪੈਸੇ ਇਕੱਠੇ ਕੀਤੇ ਜਾ ਰਹੇ, ਇੱਕ ਅਨਾਉਂਸਮੈਂਟ ਹੁੰਦੀ ਹੈ। ਸੋ ਉਹਨਾਂ ਚੀਜ਼ਾਂ ਨੂੰ ਵੀ ਲੈ ਕੇ ਕੁਝ ਮਾਤਰਾ ਦੇ ਵਿੱਚ ਇਸ ਤਰ੍ਹਾਂ ਦੇ ਸਾਡੇ ਨਾਗਰਿਕ ਆ ਜਿਹੜੇ ਕਹਿੰਦੇ ਆ ਕਿ ਇਹ ਡਰਾਮਾਬਾਜ਼ੀ ਆ, ਔਰ ਡਰਾਮਾਬਾਜ਼ੀ ਕਿਉਂ ਕੀਤੀ ਜਾ ਰਹੀ ਆ? ਕੀ ਇਸ ਨੇ ਆਪਣੀ ਇੰਸ਼ੋਰੈਂਸ ਨਹੀਂ ਲਈ ਹੋਈ ਸੀ? ਕਿਉਂ ਇੰਨੀਆਂ ਵੱਡੀਆਂ ਗੱਡੀਆਂ ਰੱਖੀਆਂ ਜਾਂਦੀਆਂ? ਕਿਉਂ ਇਹ ਇੰਸ਼ੋਰੈਂਸ ਆਪਣੀ ਲੈ ਕੇ ਆਪਣੇ ਆਪ ਨੂੰ ਸਿਕਿਉਰ ਨਹੀਂ ਕਰਦੇ? ਸੋ ਇਹਦੇ ਬਾਰੇ ਵੀ ਥੋੜਾ ਜਿਹਾ ਮੈਂ ਦੱਸਦਾ ਜੀ। ਮੈਨੂੰ ਲੱਗਦਾ ਕਿ ਆਪਾਂ ਨੂੰ ਇੱਕ ਤੋਂ ਜ਼ਿਆਦਾ ਪ੍ਰੋਗਰਾਮ ਇੱਥੇ ਕਰਨੇ ਪੈਣੇ ਨੇ, ਕਿਉਂਕਿ ਜੇ ਤੇ ਸਟੂਡੈਂਟ ਇਨਰੋਲਡ ਹੈ ਜੀ ਤੇ ਉਹਦੇ ਕਾਲਜ ਦੀ ਇੰਸ਼ੋਰੈਂਸ ਪੇ ਕਰਦੀ ਹੈ ਜੀ। ਬਿਲਕੁਲ ਹਾਂਜੀ। ਉਹ ਕਿਉਂਕਿ ਜਦੋਂ ਉਹਨਾਂ ਨੂੰ ਉੱਥੇ ਦਾਖਲਾ ਮਿਲਦਾ ਹੈ ਨਾ, ਉਹਦੀ ਇੰਸ਼ੋਰੈਂਸ ਕਵਰੇਜ ਹੁੰਦੀ ਹੈ, ਈਵਨ ਫਿਊਨਲ ਤੱਕ ਵੀ ਕਵਰੇਜ ਹੁੰਦੀ ਹੈ। ਤੇ ਜੇ ਸਟੂਡੈਂਟ, ਬਹੁਤ ਸਾਰੇ ਸਟੂਡੈਂਟ ਉਹ ਪੜ੍ਹਾਈ ਛੱਡ ਜਾਂਦੇ ਨੇ ਜੀ, ਉਹ ਜਦੋਂ ਸਟੂਡੈਂਟ ਨਹੀਂ ਰਹੇ ਫੁੱਲ ਟਾਈਮ, ਫਿਰ ਉਹਨੂੰ ਇੰਸ਼ੋਰੈਂਸ ਕਵਰ ਨਹੀਂ ਕਰਦੀ। ਠੀਕ ਹੈ। ਤੇ ਫਿਰ ਉਹ ਆਪਣੇ ਇੱਥੇ ਪੱਕੇ ਹੋਣ ਵਾਸਤੇ ਕਿਸੇ LMI ਕਿਦੋਂ ਬਾਹਰ ਕਰਦੇ ਨੇ, ਕੋਈ ਕੰਮ ਕਰਦੇ ਨੇ, ਉਹ ਕਵਰ ਨਹੀਂ ਕਰਦੇ। ਹਾਂਜੀ। ਇਸ ਕਰਕੇ ਫਿਰ ਕਈ ਵਾਰੀ ਉਹਨਾਂ ਦੇ ਜਿਹੜੇ ਦੋਸਤ ਨੇ, ਮਿੱਤਰ ਨੇ, ਉਹ ਸਾਡੇ ਕੋਲ ਆਉਂਦੇ ਨੇ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਪਹਿਲੇ ਤੇ ਗੱਲ, ਜਿਹੜੇ ਪੇਰੈਂਟਸ ਆ, ਜੇ ਸਟੂਡੈਂਟ ਅਨਮੈਰਿਡ ਆ ਤੇ ਮੋਸਟਲੀ ਅਨਮੈਰਿਡ ਨੇ, ਉਹ ਪੇਰੈਂਟਸ ਤੁਹਾਨੂੰ ਉੱਥੋਂ ਐਫੀਡੇਵਿਟ ਬਣਾ ਕੇ ਨੋਟਰਾਈਜ਼ ਕਰਵਾ ਕੇ ਕਿਸੇ ਨੂੰ ਜ਼ਿੰਮੇਵਾਰੀ ਦੇਣ, ਕਾਨੂੰਨ ਇਹ ਡਿਮਾਂਡ ਕਰਦਾ ਜੀ। ਫਿਰ ਉਹਨਾਂ ਦੇ ਕਈ ਵਾਰੀ ਮਿੱਤਰ ਜਿਹੜੇ ਰੇਡੀਓ ਪ੍ਰੋਗਰਾਮਸ ਤੱਕ ਅਪਰੋਚ ਕਰਦੇ ਨੇ, ਤੇ ਰੇਡੀਓ ਪ੍ਰੋਗਰਾਮ ਵਾਲੇ ਵੀ ਕਈ ਵਾਰੀ ਨਾ ਉਹ ਪੈਸ਼ਨਲ ਗਰਾਊਂਡ ਤੇ ਪੈਸੇ ਇਕੱਠੇ ਕਰਦੇ ਨੇ। ਔਰ ਮੈਂ ਸਮਝਦਾ ਕਿ ਜੇ ਤੇ ਤੁਸੀਂ ਉਹ 'ਚ ਕੋਈ ਕੰਟਰੀਬਿਊਟ ਕੀਤਾ ਹੈ ਤੇ ਤੁਸੀਂ ਬੇਸ਼ੱਕ ਉਹਨਾਂ ਨੂੰ ਪੁੱਛ ਲਓ ਕਿ ਸਾਡੇ ਪੈਸੇ ਕਿੱਥੇ ਜਾ ਰਹੇ ਨੇ। ਜੇ ਆਪਾਂ ਉੱਤੇ $2 ਦਿੱਤੇ ਵੀ ਨਹੀਂ ਤੇ ਉਹਦੀ ਬੈਸ਼ਿੰਗ ਕਰ ਰਹੇ ਆ ਵੀ ਇਹ ਪੈਸੇ ਕਿੱਥੇ ਜਾਣਗੇ, ਆਪਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਜੀ। ਇਹ ਬੜਾ ਔਖਾ ਸਮਾਂ ਹੁੰਦਾ। ਬੜੀ ਦੁੱਖ ਵਾਲੀ ਗੱਲ ਇਹ ਹੈ ਕਿ ਵੀ ਅਸੀਂ ਜਦੋਂ ਆਪਣੇ ਅੰਦਰ ਝਾਤ ਮਾਰੀਏ, ਜਦੋਂ ਅਸੀਂ ਟਿਮ ਹਾਰਟਨ ਦੇ ਜਾਂ ਕਿਤੇ ਚਾਹ ਕਾਫੀ ਬਾਏ ਕਰਨ ਜਾਂਦੇ ਹਾਂ, $5-7-10 ਅਸੀਂ ਬਿਨਾਂ ਪੁੱਛੇ ਦੱਸੇ ਅਸੀਂ ਲਾ ਆਉਂਦੇ ਹਾਂ। ਔਰ ਜੇ ਅਸੀਂ ਸਾਨੂੰ ਕਿਤੇ ਫੰਡ ਰੇਜ਼ ਦੇ ਵਿੱਚ ਜਾਂ ਕਿਸੇ ਦੀ ਮਦਦ ਕਰਨੀ ਪਵੇ ਤਾਂ $5-10 ਦੇਣ ਤੋਂ ਬਾਅਦ ਅਸੀਂ ਵਹੀ ਖਾਤਾ ਫਰੋਲਣਾ ਚਾਹੁੰਦੇ ਹਾਂ ਕਿ ਸਾਨੂੰ ਦੱਸੋ ਵੀ ਕਿੱਥੇ ਲਾਏ। ਸਾਡੀ ਕਮਿਊਨਿਟੀ ਦੇ ਵਿੱਚ ਕਈ ਇਹੋ ਜਿਹੇ ਦਿਆਲੂ ਲੋਕ ਵੀ ਨੇ ਜੀ। ਮੇਰੇ ਕੋਲ ਕਈਆਂ ਬੰਦਿਆਂ ਨੇ ਆਪਣੇ ਨਾਂ ਲਿਖਵਾਏ ਨੇ ਕਿ ਜਦੋਂ ਤੁਹਾਨੂੰ ਲੋੜ ਪਵੇ ਅਸੀਂ ਸਾਰਾ ਹੀ ਖਰਚਾ ਕਰ ਦੇਗਾ। ਅੱਜ ਤੱਕ ਸਾਨੂੰ ਇੱਥੋਂ ਤੱਕ ਨੌਬਤ ਨਹੀਂ ਆਈ। ਪਹਿਲੀ ਗੱਲ ਤੇ ਜੇ ਉਹ ਇਨਰੋਲਡ ਹੈਗਾ ਸਟੂਡੈਂਟ ਤੇ ਉਹਨਾਂ ਦੀ ਇੰਸ਼ੋਰੈਂਸ ਪੇ ਕਰ ਦਿੰਦੀ ਆ, ਜੇ ਨਹੀਂ ਤੇ ਫਿਰ ਗਵਰਨਮੈਂਟ ਆਫ ਇੰਡੀਆ ਉਹਨਾਂ ਦੀ ਮਦਦ ਕਰਦੀ ਆ। ਉਹਨਾਂ ਦੇ ਪੇਰੈਂਟਸ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਦੱਸਣਾ ਪਏਗਾ ਕਿ ਸਾਡੇ ਕੋਲ ਪੈਸੇ ਨਹੀਂ, ਕਿਉਂਕਿ ਗਵਰਨਮੈਂਟ ਆਫ ਇੰਡੀਆ ਦੀ ਜ਼ਿੰਮੇਵਾਰੀ ਕੋ ਪਿੱਛੇ ਉਹਨਾਂ ਕੋਲ ਚੈੱਕ ਕਰਵਾ ਲੈਣ। ਜੇ ਉਹਨਾਂ ਕੋਲ ਵਾਕਈ ਨਹੀਂ ਹੈ ਤੇ ਫਿਰ ਮੋਸਟਲੀ ਉਹ ਹੈਲਪ ਕਰਦੇ ਨੇ ਜੀ, ਬਹੁਤ ਹੈਲਪ ਕਰਦੇ ਨੇ। ਠੀਕ ਹੈ। ਔਰ ਆਪਾਂ ਨੂੰ ਅਨਨੈਸੈਸਰਲੀ ਜਿਹੜਾ ਕੋਈ ਅੱਛਾ ਕੰਮ ਕਰ ਰਿਹਾ ਹੈ, ਕਿਸੇ ਨੂੰ ਪਰਿਵਾਰ ਵਾਸਤੇ ਵੀ ਜੇ ਉਹਨੇ ਫੰਡ ਰੇਜ਼ ਕਰਤਾ ਜਾਂ ਉਹ ਬੋਡੀ ਭੇਜਣ ਨੂੰ ਕਰ ਰਿਹਾ, ਆਪਣਾ ਟਾਈਮ ਦੇਖੋ, ਤੁਹਾਡੇ ਟਾਈਮ ਕਿੰਨੇ ਐਕਸਪੈਂਸਿਵ ਨੇ ਟੀਵੀ ਰੇਡੀਓ ਦੇ, ਉਹਦੇ ਵਿੱਚ ਉਹ ਟਾਈਮ ਲਾ ਰਿਹਾ ਤੇ ਅਨਨੈਸੈਸਰਲੀ ਆਪਾਂ ਨੂੰ ਇਹੋ ਜਿਹੀ ਉੱਤੇ ਸ਼ੰਕਾ ਜ਼ਾਹਰ ਨਹੀਂ ਕਰਨੀ ਚਾਹੀਦੀ। ਸੋ ਬਲ ਸਾਹਿਬ ਇੱਕ ਗੱਲ ਹੋਰ ਹੈ ਜਿਹੜੀ ਆ ਤੁਸੀਂ ਗੱਲ ਕੀਤੀ ਵੀ ਡੈਡ ਬੋਡੀਜ਼, ਔਰ ਜਿਵੇਂ ਥੋੜਾ ਜਿਹਾ ਮੈਂ ਦਰਸ਼ਕਾਂ ਨੂੰ ਵੀ ਇਹ ਦੱਸ ਦਵਾਂ ਕਿ ਬਲ ਸਾਹਿਬ ਦਾ ਜੋ ਇੱਕ ਆਪਣਾ ਬਿਜ਼ਨਸ ਹੈ, ਉਹ ਵੀ ਜੇ ਕੰਮ ਕਹਿ ਲਓ ਵੀ ਸੇਵਾ ਵੀ ਨਾਲ ਦੀ ਨਾਲ ਕਰ ਰਹੇ ਨੇ, ਫਿਊਨਰਲ ਹੋਮਸ ਇਹ ਚਲਾ ਰਹੇ ਨੇ। ਔਰ ਇਹਨਾਂ ਕੋਲੇ ਜੋ ਅੰਕੜਾ ਹੈ ਉਹ 28 ਦੇ ਕਰੀਬ 28 ਦੇ ਕਰੀਬ ਸਟੂਡੈਂਟਸ ਦੀਆਂ ਜਿਹੜੀਆਂ ਡੈਡ ਬੋਡੀਜ਼ ਹੈ ਉਹ ਪੰਜਾਬ ਦੇ ਵਿੱਚ ਭੇਜੀਆਂ ਗਈਆਂ। ਇਹ ਸਿਰਫ ਟੋਰਾਂਟੋ ਵਾਈਡ, GT ਵਾਈਡ ਇਹ ਇੰਨੀ ਕੁ ਜਿਹੜੀ ਅੰਕੜੇ ਸਾਨੂੰ ਮਿਲੇ ਆ ਜੋ ਕਿ ਬਲ ਸਾਹਿਬ ਨੇ ਬਿਆਨ ਕੀਤੇ ਆ। ਸੋ ਤੁਸੀਂ ਇਸ ਚੀਜ਼ ਤੋਂ ਹੀ ਅੰਦਾਜ਼ਾ ਲਗਾ ਲਓ ਕਿ ਵੀ ਜੇ ਸਟੂਡੈਂਟਸ ਆਪਣੀ ਕਿਸੇ ਨੂੰ ਐ ਬਿਨਾਂ ਬੈਠੇ ਬਿਠਾਇਆ ਮੌਤ ਨਹੀਂ ਆਉਂਦੀ, ਔਰ ਉਹ ਕੋਈ ਮਿਹਨਤ ਕਰ ਰਿਹਾ ਸੀ, ਕੋਈ
ਐਕਸੀਡੈਂਟ 'ਚ ਮਾਰਿਆ ਗਿਆ, ਕੋਈ ਹੋਰ ਕਾਰਨ ਬਣ ਸਕਦੇ ਆ, ਲੇਕਿਨ ਉਹਨਾਂ ਦੇ ਉੱਪਰ ਜਿਹੜੇ ਬੋਝ ਨੇ, ਬੋਝ ਦੀ ਪੰਡ ਲੈ ਕੇ ਉਹ ਆਪਣੇ ਘਰਾਂ ਤੋਂ ਤੁਰੇ ਆ ਜਾਂ ਆਪਣੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੇ ਲਈ ਉਹ ਘਰੋਂ ਤੁਰੇ ਆ। ਉਹ ਸਾਰੀਆਂ ਚੀਜ਼ਾਂ ਮੈਂ ਸਮਝਦਾ ਕਿ ਵੀ ਬਲ ਸਾਹਿਬ ਦੱਸ ਰਹੇ ਆ ਕਿ ਵੀ ਉਹਨਾਂ ਨੂੰ ਇਹ ਹੰਡਾਉਣਾ ਪੈ ਰਿਹਾ। ਇਹ ਸੰਤਾਪ ਹੈ ਜੋ ਕਿ ਪ੍ਰਵਾਸ, ਆਪਾਂ ਕਹਿੰਦੇ ਅਸੀਂ ਪ੍ਰਵਾਸ ਹੰਡਾ ਰਹੇ ਹਾਂ, ਸਭ ਤੋਂ ਵੱਡਾ ਪ੍ਰਵਾਸ ਮੈਂ ਕਹਿੰਦਾ ਵਿਸ਼ਵ ਇੰਟਰਨੈਸ਼ਨਲ ਸਟੂਡੈਂਟਸ ਹੰਡਾ ਰਹੇ। ਇਹ ਗੱਲ ਮੈਂ ਕਲੀਅਰ ਕਰਦਾ ਜੀ ਕਿ ਸਾਰੀਆਂ ਬੋਡੀਜ਼ ਸਾਡੇ ਥਰੂ ਹੀ ਨਹੀਂ ਗਈਆਂ, ਇੱਥੇ ਆਪਣੇ ਹੋਰ ਵੀ ਜਿਹੜੇ ਫਿਊਨਰਲਸ ਆ, ਇਹ ਜਿਹੜੇ ਸਟੇਟਸ ਆ, ਇਹ ਕਾਉਂਸਲਰ ਜਨਰਲ ਆਫ ਇੰਡੀਆ ਦੇ ਨੇ, ਉਹਨਾਂ ਬਹੁਤਾਤ ਉਹਨਾਂ ਦੇ ਵਿੱਚੋਂ ਜਿਹੜੀ ਆ ਉਹ ਸਾਡੇ ਹੱਥਾਂ ਦੇ ਵਿੱਚ ਦੀ ਲੰਘ ਕੇ ਗਈ ਜੀ। ਸੋ ਬਲ ਸਾਹਿਬ ਇੱਕ ਤਾਂ ਗੱਲ ਇਹ ਹੋ ਗਈ ਕਿ ਖੁਦਕੁਸ਼ੀਆਂ ਕਰ ਰਹੇ ਨੇ ਕਿ ਵੀ ਉਹਦੇ ਵਿੱਚ ਆਪਾਂ ਡਿਪਰੈਸ਼ਨ ਦੀ ਗੱਲ ਕਰੀਏ ਜਾਂ ਕਹਿ ਲਓ ਕੋਈ ਬੋਝ ਹੈ ਜਾਂ ਉਹਨਾਂ ਤੋਂ ਕਰਜ਼ਾ ਨਹੀਂ ਲਾਇਆ ਜਾ ਰਿਹਾ, ਪਿੱਛੋਂ ਪ੍ਰੈਸ਼ਰ ਆ ਰਿਹਾ ਕਿ ਵੀ ਪੇਰੈਂਟਸ ਕਹਿ ਰਹੇ ਆ ਕਿ ਵੀ ਸਾਡੀ ਜ਼ਮੀਨ ਵੀ ਵਿਕ ਗਈ ਹੈ, ਜ਼ਮੀਨ ਵਿਕਣ ਤੋਂ ਬਾਅਦ ਹੁਣ ਸਾਡੇ ਕੋਲ ਕੱਖ ਵੀ ਨਹੀਂ ਹੈ, ਔਰ ਇੱਧਰ ਕਈ ਵਾਰੀ ਇੱਥੇ ਕੰਮ ਨਹੀਂ ਮਿਲਦਾ ਜਾਂ ਇਹ ਕਹਿ ਲਓ ਕਿ ਵੀ ਵਰਕਲੋਡ ਹੋ ਜਾਂਦਾ, ਸਕੂਲ ਕਾਲਜਸ ਦਾ ਹੋ ਗਿਆ। ਤਾਂ ਕਈ ਬੱਚੇ ਜਿਹੜੇ ਨਾਜ਼ੁਕ ਹੈ ਜਾਂ ਸੈਂਸਿਟਿਵ ਹੈ, ਹਿਰਦੇ ਦਿਲਾਂ ਵਾਲੇ ਨੇ, ਉਹ ਫਿਰ ਇਹ ਕਰ ਲੈਂਦੇ ਨੇ। ਤਾਂ ਉਸ ਤੋਂ ਬਾਅਦ ਜੇ ਗੱਲ ਕਰੀਏ ਜਿਹੜੀਆਂ ਲੜਾਈਆਂ ਝਗੜੇ ਹੋ ਰਹੇ ਆ ਜਾਂ ਕਈ ਵਾਰੀ ਕਤਲੋਗਾਰਤ ਵੀ ਹੋ ਜਾਂਦਾ ਇਹਦੇ ਵਿੱਚ, ਫਿਰ ਉਸ ਤੋਂ ਬਾਅਦ ਓਵਰਡੋਜ਼ ਦੀ ਗੱਲ ਕਰੀਏ, ਤੁਸੀਂ ਵੈਸੇ ਦੱਸ ਦਿੱਤਾ ਕਿ ਵੀ ਟੈਨਸ਼ਨ ਦੇ ਕਰਕੇ ਸ਼ਾਇਦ ਇਹ ਹੁੰਦਾ। ਮੈਂ ਸੰਖੇਪ 'ਚ ਹੋਰ ਥੋੜਾ ਜਿਹਾ ਡਿਟੇਲ 'ਚ ਜਾਣਨਾ ਚਾਹਣਾ ਤੁਹਾਡੇ ਤੋਂ, ਇਹਦੇ ਕਾਰਨ ਕੀ ਨੇ। ਫਿਰ ਉਸ ਤੋਂ ਬਾਅਦ ਮੈਂ ਇੱਥੋਂ ਦੀ ਜਿਹੜੀਆਂ ਇੰਟਰਨੈਸ਼ਨਲ ਲੜਕੀਆਂ ਨੇ, ਬੱਚੀਆਂ ਨੇ ਜਿਹੜੀਆਂ ਸਟੂਡੈਂਟ ਦੇ ਤੌਰ ਤੇ ਆਈਆਂ, ਉਹਨਾਂ ਬਾਰੇ ਆਪਾਂ ਚਰਚਾ ਕਰਾਂਗੇ। ਮੇਜਰ ਕਾਰਨ ਹੈ ਜੀ, ਇੱਕ ਤਾਂ ਹੈਗਾ ਸੋਸ਼ਲ ਪ੍ਰੈਸ਼ਰ ਜੀ, ਦੂਜਾ ਫਾਈਨੈਂਸ਼ੀਅਲ ਪ੍ਰੈਸ਼ਰ, ਤੀਜੀ ਜਿਹੜੀ ਇੱਕਦਮ ਚੇਂਜ ਆ ਉਹਨਾਂ ਦੇ ਲਾਈਫ ਸਟਾਈਲ 'ਚ, ਉਹ ਪਿੱਛੋਂ ਇੱਕ ਬੂਟੇ ਨੂੰ ਪੱਟ ਕੇ ਹਿੰਦੁਸਤਾਨ ਦੇ ਵਿੱਚੋਂ ਵੈਸਟਰਨ ਕੰਟਰੀ ਸਿੱਟ ਦੇਣਾ, ਜਿੱਥੇ ਰਹਿਣ ਸਹਿਣ ਬਿਲਕੁਲ ਵੱਖਰਾ ਹੈਗਾ, ਔਰ ਲੋਨਲੀਨੈਸ ਜੀ। 18 ਸਾਲ ਦਾ 19 ਸਾਲ ਇੰਨੀ ਉਮਰ ਹੈ ਜੀ, 18 ਤੋਂ 20 ਸਾਲ ਤੱਕ ਇਹਨਾਂ ਦੀ ਉਮਰ ਆ, ਔਰ ਇਕਲਾਪਾ ਹੈ ਚੀਜ਼ ਦਾ, ਇਕਲਾਪਾ ਜੀ, ਹੋਮ ਸਿਕਨੈਸ ਜਿਹੜੀ ਆ ਨਾ ਜੀ, ਉਹ ਪਿੱਛੇ ਘਰਦਿਆਂ ਦਾ ਵੀ ਪ੍ਰੈਸ਼ਰ ਆ। ਕਈ ਵਾਰੀ ਘਰ ਦੇ ਇੱਥੇ ਭੇਜ ਦਿੰਦੇ ਨੇ ਵੀ ਤੇਰੇ ਉੱਥੇ ਭੂਆ ਜਾਂ ਮਾਮਾ ਜਾਂ ਮਾਸੜ ਆ, ਉਹਨਾਂ ਦੀਆਂ ਵਿਚਾਰੀਆਂ ਆਪਣੀਆਂ ਮਜਬੂਰੀਆਂ ਨੇ, ਉਹਨਾਂ ਦੀਆਂ ਆਪਣੀਆਂ ਮੌਰਗੇਜ ਦੇਣ ਵਾਲੀਆਂ, ਉਹਨਾਂ ਕੋਲ ਹੋ ਸਕਦਾ ਉਹਦੇ ਵਾਸਤੇ ਵੱਖਰਾ ਇੱਕ ਕਮਰਾ ਨਾ ਹੋਵੇ। ਮੇਰੇ ਦੇਖਣ 'ਚ ਇਹ ਵੀ ਪ੍ਰੋਬਲਮਸ ਆਈਆਂ ਕਿ ਬੱਚਾ ਉੱਥੋਂ ਆਉਂਦਾ, ਉਹਨੇ ਕਦੀ ਘਰ ਦਾ ਕੰਮ ਨਹੀਂ ਕੀਤਾ ਔਰ ਇੱਥੇ ਆ ਗਿਆ, ਤੇ ਜਿਸ ਪਰਿਵਾਰ ਕੋਲ ਰਹਿੰਦਾ ਹੈ, ਫਰਜ਼ ਕਰੋ ਨੇਮਸੇਕ ਉਹ ਭੂਆ ਹੀ ਆ ਕੋਈ, ਉਹ ਕਹਿੰਦੀ ਹੈ ਪੁੱਤਰ ਮੈਂ ਚੱਲੀ ਆ ਤੇ ਤੂੰ ਅੱਜ ਵੈਕਮ ਵੀ ਕਰ ਦੇ, ਤੂੰ ਭਾਂਡੇ ਵੀ ਅੱਜ ਸਾਫ਼ ਕਰ ਦੇ, ਤੂੰ ਆਪਣੇ ਬੈੱਡ ਵੀ ਬਣਾ ਦੀ, ਤੇ ਉਹ ਬੱਚੀ ਦਾ ਕੋਈ ਤਜਰਬਾ ਨਹੀਂ, ਉਹ ਚੱਕ ਕੇ ਫੋਨ ਕਰਦੀ ਆ ਆਪਣੇ ਪਿੱਛੇ ਵੀ ਭੂਆ ਤਾਂ ਮੇਰੇ ਕੋਲ ਭਾਂਡੇ ਵਜਾਉਂਦੀ ਆ, ਭੂਆ ਤਾਂ ਮੇਰੇ ਕੋਲ ਵੈਕਮ ਕਰਾਉਂਦੀ ਆ, ਉਹ ਗੱਲ ਸਮਝ ਨਹੀਂ ਸਕਦੇ ਵੀ ਉਹਦੀ ਜਿਹੜੀ ਆਂਟੀ ਆ ਭੂਆ ਵਿਚਾਰੀ, ਉਹ ਤਾਂ 12 ਘੰਟੇ ਕੰਮ ਕਰਦੀ ਆ, ਉਹਨਾਂ ਦੀ ਤਾਂ ਹੈਵੀ ਮੌਰਗੇਜ ਆ। ਉਹ ਜਿਹੜੀ ਸਡਨ ਚੇਂਜ ਆ ਨਾ, ਇੱਕਦਮ ਛੋਟੀ ਟੈਂਡਰ ਉਮਰ ਦੇ ਵਿੱਚ, ਉਹ ਐਡਜਸਟਮੈਂਟ ਨਹੀਂ ਕਰ ਸਕਦੇ। ਫਿਰ ਜੇ ਉਹ 20 ਘੰਟੇ ਕੰਮ ਕਰਕੇ ਉਹਨਾਂ ਦਾ ਸਰਦਾ ਨਹੀਂ, 20 ਘੰਟੇ ਤੋਂ ਜ਼ਿਆਦਾ ਕਰਦੇ ਆ ਤੇ ਕਲਾਸ ਦੇ ਵਿੱਚ ਉਹਨੂੰ ਨੀਂਦ ਆਉਂਦੀ ਆ, ਔਰ ਕਲਾਸਿਸ ਦੇ ਸਟਾਰਟ ਮਿਸਿੰਗ ਦਾ ਕਲਾਸਿਸ, ਉੱਥੇ ਹਾਜ਼ਰੀਆਂ, ਫਿਰ ਕਾਲਜ ਵਾਲੇ ਉਹਨਾਂ ਨੂੰ ਛੁੱਟੀ ਕਰ ਦਿੰਦੇ, ਫਿਰ ਉਹਨਾਂ ਦਾ ਸਾਰਾ ਕੰਮ ਖਤਮ ਹੋ ਜਾਂਦਾ ਜੀ, ਆਪਣੀ ਡਿਗਰੀ ਪੂਰੀ ਕਰ ਨਹੀਂ ਸਕਦੇ, ਔਰ ਉਹ ਉੱਥੇ ਦੀ ਐਨਰੋਲਮੈਂਟ ਖਤਮ ਹੋ ਜਾਂਦੀ ਹੈ। ਫਿਰ ਉਹਨਾਂ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ PR ਲੈਣ ਨੂੰ ਹੋਰ ਪੈਸੇ ਖਰਚਣੇ ਪੈਂਦੇ ਨੇ। ਉਹ ਇੱਕ ਹੋਰ ਬਹੁਤ ਵੱਡੀ ਇੰਡਸਟਰੀ ਹੈ ਸਾਡੇ ਸਮਾਜ ਦੇ ਵਿੱਚ ਕ੍ਰੀਏਟ ਹੋਈ ਕਿ ਲੋਕ, ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ ਕਿ ਲੋਕ ਉਹਨਾਂ ਨੂੰ ਲੁੱਟ ਦੇਵੇ ਨੇ, ਵੱਡੀਆਂ ਰਕਮਾਂ ਵੀ ਲੈਂਦੇ ਨੇ ਐਲਾਨ ਲੈਣ ਨੂੰ ਦੇਣ ਨੂੰ, ਔਰ ਉਹਨਾਂ ਤੇ ਪ੍ਰੈਸ਼ਰ ਬਹੁਤ ਹੈ ਜੀ ਬੱਚਿਆਂ ਤੇ। ਪਲੀਜ਼ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਉਹਨਾਂ ਨੂੰ ਬਚਾ ਲਓ, ਉਹਨਾਂ ਦੀਆਂ ਜ਼ਿੰਦਗੀਆਂ ਬਚਾ ਲਓ। ਆਪਾਂ ਇੰਨੇ ਪ੍ਰੈਸ਼ਰ ਦੇ ਨਾਲ ਸਾਰੇ ਰਲ ਮਿਲ ਕੇ ਇਹੋ ਜਿਹੇ, ਫਿਰ ਆਪਾਂ ਉਹਨਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਹਾਂ। ਜੇ ਕੋਈ ਮਾੜੀ ਮੋਟੀ ਕਿਤੇ ਇੱਕ ਘਟਨਾ ਹੋ ਗਈ ਤੇ ਕਈ ਦਿਨ ਆਪਾਂ ਉਹਦੇ ਬਾਰੇ ਗੱਲਾਂ ਕਰਦੇ ਰਹਿੰਦੇ ਹਾਂ, ਔਰ ਉਹ ਬੜੀਆਂ ਹਾਨੀਕਾਰਕ ਨੇ। ਸਾਨੂੰ ਇਹਨਾਂ ਨੂੰ ਬਚਾਉਣ ਦੀ ਲੋੜ ਹੈ, ਸਮਝਾਉਣ ਦੀ ਲੋੜ ਹੈ। ਬੱਚੀਆਂ ਦੀ ਗੱਲ ਕਰੀਏ, ਇੰਟਰਨੈਸ਼ਨਲ ਸਟੂਡੈਂਟਸ ਦੇ ਤੌਰ ਤੇ ਜਿਹੜੀਆਂ ਇੱਥੇ ਬੱਚੀਆਂ ਆਈਆਂ ਨੇ, ਲੜਕੀਆਂ ਆਈਆਂ ਨੇ, ਬਹੁਤੀ ਵਾਰੀ ਇਹ ਵੀ ਕਹਿ ਦਿੱਤਾ ਜਾਂਦਾ ਕਿ ਵੀ ਇਹਨਾਂ ਦਾ ਇੱਕਦਮ ਮਾਹੌਲ ਬਦਲ ਗਿਆ, ਇੱਕ ਬੋਲਡ ਕਿਸਮ ਇਹਨਾਂ ਦੇ ਵਿੱਚ ਆ ਗਈ ਹੈ, ਇਹ ਕਿਸੇ ਦਾ ਡਰ ਭੈ ਨਹੀਂ ਮੰਨਦੀਆਂ, ਸ਼ਰੇਆਮ ਏਦਾਂ, ਮਤਲਬ ਬਹੁਤ ਸਾਰੀਆਂ ਚੀਜ਼ਾਂ ਅਸੀਂ ਸੁਣਦੇ ਹਾਂ ਔਰ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੁੰਦੀਆਂ ਨੇ, ਔਰ ਜਿਹਦੇ ਵਿੱਚੋਂ ਕਿਤੇ ਨਾ ਕਿਤੇ ਸਾਡੇ ਹੀ ਲੋਕ ਉਸ ਦੀ ਪੂਰੀ ਖੁੰਡ ਚਰਚਾ ਕਰਦੇ ਆ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਵੀ ਇਹ ਕਿੱਥੋਂ ਤੱਕ ਜਿਹੜਾ ਜਾਇਜ਼ ਹੈ? ਬੱਚਿਆਂ ਵਾਸਤੇ ਤਾਂ ਹੋਰ ਵੀ ਹਾਰਡ ਹੈ ਜੀ। ਉਹ ਜਿਹੜੀ ਵਲਨਰੇਬਿਲਟੀ ਜਿਹੜੀ ਉਹਨਾਂ 'ਚ ਬਹੁਤ ਹੈ ਜੀ, ਫਿਜ਼ੀਕਲ ਵਲਨਰੇਬਿਲਟੀ, ਔਰ ਉਹ ਵਿਚਾਰੀਆਂ ਮਲੂਕ ਜੀਆਂ ਜਿੰਦਾ ਨੇ, ਔਰ ਉਹ ਰੋ ਜਾਂਦੀਆਂ ਨੇ ਕਈ ਵਾਰੀ। ਉਹਨਾਂ ਦਾ ਮੈਂਟਲ ਅਬਿਊਜ਼ ਦਾ ਹੁੰਦਾ ਤੇ ਫਿਰ ਫਿਜ਼ੀਕਲ ਅਬਿਊਜ਼ ਵੀ ਉਹਨਾਂ ਦਾ ਹੁੰਦਾ, ਜਿਹੜੀਆਂ ਕਿਤੇ ਉਹ ਆਪਣੀ ਪੀੜ ਨੂੰ ਕਿਸੇ ਨੂੰ ਦੱਸ ਨਹੀਂ ਸਕਦੀਆਂ, ਕਿਉਂਕਿ ਉਹਨਾਂ ਨੇ ਅੱਗੇ ਆਪਣੇ ਘਰ ਵਸਾਉਣੇ ਨੇ, ਆਪਣੇ ਵਿਆਹ ਕਰਨੇ ਨੇ, ਔਰ ਜੇ ਉਹਨਾਂ ਨਾਲ ਕੋਈ ਫਿਜ਼ੀਕਲ ਅਬਿਊਜ਼ ਹੋਇਆ
ਤੇ ਬਹੁਤ ਸਾਰੇ ਕੇਸਿਸ ਕਦੀ ਬਾਹਰ ਨਹੀਂ ਹੋਣਗੇ, ਪਰ ਉਹ ਅੰਦਰ ਦੀ ਪੀੜ ਨੂੰ ਲੈ ਕੇ ਫਿਰ ਜਾਂ ਤੇ ਉਹ ਡਰੱਗ ਤੇ ਚੱਲ ਜਾਣਗੀਆਂ ਜਾਂ ਵਿਚਾਰੀਆਂ ਕੋਈ ਸੁਸਾਈਡ ਵੱਲ ਤੁਰ ਪੈਂਦੀਆਂ। ਇਹੋ ਜਿਹੇ ਕੇਸਿਸ ਵੀ ਹੋਏ ਨੇ ਔਰ ਉਹਨਾਂ ਦਾ ਹੋਰ ਵੀ ਸਾਨੂੰ ਇੱਕ ਤੇ ਬੱਚੀਆਂ ਕਾਫੀ ਇੱਥੇ ਆਈਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਖਾਸ ਕਰਕੇ ਕਿਸਾਨੀ ਵਰਗ ਦੇ ਵਿੱਚੋਂ ਜਿਹੜੇ ਮੁੰਡੇ ਸੀ ਉਹ ਬਹੁਤ ਪੜ੍ਹੇ ਨਹੀਂ ਉੱਥੇ, ਠੀਕ ਹੈ, ਤੇ ਬੱਚੀਆਂ ਪੜ੍ਹ ਜਾਂਦੀਆਂ ਨੇ ਜੀ, ਤੇ ਉੱਥੇ ਪੇਰੈਂਟਸ ਕਹਿੰਦੇ ਨੇ ਚਲੋ ਬੱਚੀ ਨੂੰ ਹੀ ਕੱਢੋ, ਹੁਣ ਪੈਸੇ ਇੱਥੇ ਲਾ ਦਿੰਦੇ ਆ। ਉਹਦੇ ਵਾਸਤੇ ਪ੍ਰੋਪਰ ਇੱਥੇ ਰਹਿਣ ਨੂੰ ਕਈ ਵਾਰੀ ਜਗ੍ਹਾ ਵੀ ਨਹੀਂ ਹੁੰਦੀ ਔਰ ਉਹਨਾਂ ਨੂੰ ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਉਹਨਾਂ ਨੂੰ ਤੈਰਨਾ ਨਹੀਂ ਆਉਂਦਾ, ਪਰ ਉਹਨਾਂ ਨੂੰ ਉਹ ਫੜ ਕੇ ਤੇ ਸਮੁੰਦਰ 'ਚ ਜਾਂ ਨਹਿਰ ਦੇ ਵਿੱਚ ਸਿੱਟ ਦਿੱਤਾ ਜਾਂਦਾ ਕਿ ਹੁਣ ਤੂੰ ਆਪਣੇ ਸਹਾਰੇ ਤੇ ਹੀ ਆ। ਉਹਨਾਂ ਵਾਸਤੇ ਉਹ ਕਈ ਤੇ ਲੜਕੀਆਂ ਅੱਛੀ ਐਸੋਸੀਏਸ਼ਨ ਮਿਲ ਜਾਏ ਉਹਨਾਂ ਨੂੰ, ਲੜਕੀਆਂ ਦੇ ਨਾਲ ਲੜਕੀਆਂ ਰਹਿ ਲੈਣ, ਕਈ ਵਾਰੀ ਮਜਬੂਰੀ ਬਸ ਉਹਨਾਂ ਨੂੰ ਹੋਰ ਵੀ ਜਿਹੜੇ ਮੁੰਡਿਆਂ ਦੇ ਨਾਲ ਰਹਿਣਾ ਪੈਂਦਾ ਔਰ ਉੱਥੇ ਉਸ ਦੁਨੀਆ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਗਾ ਆ ਉਹ ਬੜਾ ਡਰਾਵਣਾ ਜੀ। ਔਰ ਸਾਰੇ ਇਸ ਚੀਜ਼ ਤੋਂ ਜਾਣੂ ਵੀ ਹੈ, ਸਾਰੇ ਜਾਣੂ, ਉਹ ਬੜਾ ਡਰਾਵਣਾ ਆ। ਜੇ ਆਪਾਂ ਹੈਲਪ ਕਰ ਸਕਦੇ ਹਾਂ ਕਿਸੇ ਦੀ ਤੇ ਆਪਾਂ ਉਹਨਾਂ ਦਾ ਸਹਾਰਾ ਬਣੀਏ। ਗੱਲ ਸਿਰਫ ਸਾਲ 6 ਮਹੀਨੇ ਦੀ ਆ, ਉਹਨਾਂ ਨੇ ਸਾਰਿਆਂ ਨੇ ਆਪਣੇ ਪੈਰਾਂ ਤੇ ਆ ਜਾਣਾ। ਅਸੀਂ ਜਦੋਂ ਆਏ ਸੀ ਸਾਡੀ ਉਮਰ ਵੀ ਇੰਨੀ ਸੀ ਔਰ ਅਸੀਂ ਇਹਨਾਂ ਦੁੱਖਾਂ ਤਕਲੀਫਾਂ ਦੇ ਵਿੱਚੋਂ ਲੰਘੇ ਆ। ਉਦੋਂ ਸਮਾਂ ਹੋਰ ਵੀ ਬਹੁਤ ਹਾਰਡ ਸੀ, ਪਰ ਜਿਹਨਾਂ ਲੋਕਾਂ ਨੇ ਸਾਡੀ ਬਾਹ ਫੜੀ ਆ, ਸਾਨੂੰ ਈਵਨ ਇੱਕ ਡੰਗ ਦੀ ਰੋਟੀ ਵੀ ਖਾਣ ਨੂੰ ਦਿੱਤੀ ਸੀ, ਅਸੀਂ ਅੱਜ ਵੀ ਉਹਨਾਂ ਦਾ ਸਤਿਕਾਰ ਕਰਦੇ ਆ, ਉਹਨਾਂ ਨੂੰ ਜਾਣਦੇ ਆ ਔਰ ਸਾਰਿਆਂ ਨੇ ਇੱਥੇ ਪੱਕੇ ਹੋ ਜਾਣਾ ਜੀ, ਸਾਰਿਆਂ ਨੇ ਰਹਿ ਜਾਣਾ। ਪਰ ਜੇ ਤੁਸੀਂ ਇਸ਼ਾਈ ਕਰੋਗੇ ਤੇ ਉਹ ਤੁਹਾਡੀ ਇਸ਼ਾਈ ਦਾ ਮੁੱਲ ਇੱਕ ਦਿਨ ਜ਼ਰੂਰ ਮੋੜਨਗੇ। ਪਰ ਇਹੀ ਕਈ ਵਾਰੀ ਗੱਲਾਂ ਸੁਣਨ ਨੂੰ ਮਿਲਦੀਆਂ, ਆਪਾਂ ਵੈਸੇ ਹੀ ਸੁਭਾਵਿਕ ਹੀ ਕਿਸੇ ਨੂੰ ਪੁੱਛ ਲਈਏ ਵੀ ਤੂੰ ਸਟੂਡੈਂਟ ਨੂੰ ਕਿਉਂ ਨਫ਼ਰਤ ਕਰਦਾ, ਤਾਂ ਉਹਨਾਂ ਦਾ ਜਿਹੜਾ ਜਵਾਬ ਹੁੰਦਾ ਕਈ ਵਾਰੀ ਇਸ ਬੜਾ ਹਾਸੋ ਵੀ ਨਾ ਹੁੰਦਾ ਵੀ ਉਹ ਆਖੇ ਜੀ ਉਹ ਰਿਸਪੈਕਟ ਨਹੀਂ ਕਰਦੇ, ਉਹ ਸਾਨੂੰ ਜੀ ਕਹਿ ਕੇ ਨਹੀਂ ਬੁਲਾਉਂਦੇ, ਉਹ ਸਾਨੂੰ ਟਿੱਚ ਜਾਣਦੇ ਆ, ਸਾਡੇ ਸਾਹਮਣੇ ਕਈ ਵਾਰੀ ਇਹੋ ਜਿਹੀਆਂ ਹਰਕਤਾਂ ਕਰਦੇ ਆ ਵੀ ਜਿਹੜੀਆਂ ਦੇਖਣ ਯੋਗ ਨਹੀਂ ਹੁੰਦੀਆਂ। ਪਰ ਕਈ ਵਾਰੀ ਸਵਾਲ ਇਹ ਵੀ ਪੈਦਾ ਹੁੰਦੇ ਆ ਕਿ ਜਿਹੜੇ ਇੱਥੋਂ ਦੇ ਬੌਰਨ ਬੱਚੇ ਆ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ? ਦੇਖੋ ਜੀ, ਉਹ ਬੱਚੇ ਜਿਹੜੇ ਆ ਬੱਚੇ ਦੇ ਬੱਚੇ ਨੇ ਜੀ, ਉਹਨਾਂ ਨੂੰ ਆਪਾਂ ਪ੍ਰੋਟੈਕਟ ਕਰਦੇ ਆ। ਜੇ ਉਹ ਗਲਤੀਆਂ ਕਰਦੇ ਆ ਉਹਨਾਂ ਨੂੰ ਉਹ ਵੀ ਤੇ ਬੱਚੇ ਗਲਤੀਆਂ ਕਰਦੇ ਆ, ਗਲਤੀਆਂ ਤੇ ਪਰਦਾ ਪਾਇਆ ਜਾਂਦਾ, ਉਹ ਵੀ ਤੇ ਪੁੱਠੇ ਸਿੱਧੇ ਕੰਮਾਂ 'ਚ ਆ, ਉਹ ਵੀ ਲੜਾਈਆਂ ਕਰਦੇ ਨੇ, ਉਹ ਵੀ ਤੇ ਡਰੱਗਸ ਦੇ ਵਿੱਚ ਹੈਗੇ ਨੇ। ਪਰ ਆਪਾਂ ਇਹ ਸੌਫਟ ਟਾਰਗੇਟ ਕਿਉਂ ਬਣਾਉਂਦੇ ਆ ਇਹਨਾਂ ਨੂੰ? ਜੇ ਆਪਾਂ ਹੁਣ ਸਟੂਡੈਂਟਸ ਨੂੰ ਜੇ ਉਹ ਹੈਵੀ ਜਿਹੜਾ ਕਿਰਾਇਆ ਲੋਕ ਚਾਰਜ ਕਰ ਰਹੇ ਨੇ ਉਹਨਾਂ ਨੂੰ, ਬਿਲਕੁਲ ਇੱਕ ਘਰ ਦੇ ਵਿੱਚ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਆਉਂਦੀਆਂ ਵੀ 10-10 12-12 15-15 20 ਮੈਂ ਤੇ ਵੀ ਗੱਲ ਸੁਣੋ, ਇੱਕ ਘਰ ਦੇ ਵਿੱਚ ਸ਼ਾਇਦ 20-22 ਵੀ ਨੇ। ਲੋਕਾਂ ਨੇ ਆਪਣੀਆਂ ਕਿਚਨਸ ਦੇ ਵਿੱਚ ਵੀ ਬੈੱਡ ਲਗਾਤੇ। ਜੇ ਆਪਾਂ ਸਾਰਿਆਂ ਨੂੰ ਕੋਈ ਇੰਨੇ ਪੈਸੇ ਚਾਰਜ ਕਰ ਰਹੇ ਹਾਂ, এনवायरमेंटਲੀ ਵੀ ਉਹ ਸੇਫ ਨਹੀਂ ਹੈ, ਉਹਨਾਂ ਦੀ ਹੈਲਥ ਵਾਈਜ਼ ਵੀ ਸੇਫ ਨਹੀਂ ਹੈ, ਤੇ ਫਿਰ ਆਪਾਂ ਗੱਲਾਂ ਕਰਦੇ ਆ ਵੀ ਸਟੂਡੈਂਟ ਗਲਤ ਹੈ, ਸਟੂਡੈਂਟ ਗਲਤ ਹੈਗਾ ਆ। ਜੇ ਕੋਈ ਗਲਤੀ ਕਰਦੇ ਵੀ ਆ, ਜੇ ਉਹ ਥੱਲੇ ਕਿਤੇ ਉਹਨਾਂ ਨੂੰ ਛੁੱਟੀ ਆ ਤੇ ਉਹ ਚੱਲ ਕਿਤੇ ਮਿਊਜ਼ਿਕ ਵੀ ਲਾ ਲਿਆ, ਫਿਰ ਆਪਾਂ ਉਹਨਾਂ ਦੇ ਗੱਲ ਪੈਂਦੇ ਹੈਗੇ ਆ। ਆਪਾਂ ਨੂੰ ਥੋੜਾ ਜਿਹਾ ਆਪਾਂ ਨੂੰ ਐਡਜਸਟ ਕਰਨ ਦੀ ਲੋੜ ਆ। ਇਹ ਸਮਾਂ ਉਹਨਾਂ ਦਾ ਵੀ ਲੰਘ ਜਾਣਾ ਜੀ, ਤੇ ਜੇ ਆਪਾਂ ਉਹਨਾਂ ਦੇ ਖਿਲਾਫ ਹੀ ਗੱਲਾਂ ਕਰਨੇ, ਉਹਨਾਂ ਨੂੰ ਹੋਰ ਪ੍ਰੈਸ਼ਰ ਬਿਲਡ ਕਰਨਾ ਤੇ ਉਹ ਹੋਰ ਗਲਤੀਆਂ ਕਰਨ, ਆਪਾਂ ਨੂੰ ਅਵੋਇਡ ਕਰਨਾ ਚਾਹੀਦਾ ਨਾ। ਔਰ ਇਹ ਜਿਹੜੀ ਤੁਸੀਂ ਗੱਲ ਕਹੀ ਸੀ ਕਿ ਵੀ ਸਾਡੀ ਜਿਹੜੀ ਇੱਕ ਤਾਂ 12 ਬਿਲੀਅਨ ਤੁਸੀਂ ਕਿਹਾ ਵੀ ਇਕਨੋਮੀ 14 ਬਿਲੀਅਨ ਦਾ ਜਿਹੜਾ ਬੂਸਟ ਹੈ ਉਹ ਕੈਨੇਡੀਅਨ ਇਕਨੋਮੀ ਨੂੰ ਮਿਲਦਾ ਹੈ, ਔਰ ਦੂਜੇ ਪਾਸੇ ਲੋਕਲ ਇਕਨੋਮੀ ਦੀ ਗੱਲ ਕਰੀਏ ਔਰ ਸਾਡੀਆਂ ਬੇਸਮੈਂਟਸ ਦੇ ਜਾਂ ਸਾਡੇ ਜਿਹੜੇ ਲੋਕਲ ਧੰਦੇ ਨੇ, ਜਿਵੇਂ ਰੈਸਟੋਰੈਂਟ ਦੀ ਗੱਲ ਕਰੀਏ, ਕੰਸਟਰਕਸ਼ਨ ਦੀ ਗੱਲ ਕਰੀਏ, ਬੇਸਮੈਂਟਸ ਬਣਾਉਣ ਵਾਲੇ ਨੇ, ਜਾਂ ਹੋਰ ਟਰੱਕਿੰਗ ਇੰਡਸਟਰੀ ਦੀ ਗੱਲ ਕਰੀਏ, ਗਰੋਸਰੀ ਸਟੋਰਸ ਦੀ ਗੱਲ ਕਰੀਏ, ਲੋਕਲ ਇੰਡਸਟਰੀ ਦੀ ਗੱਲ ਕਰੀਏ, ਇਹਨੂੰ ਵੀ ਪੂਰਾ ਬੂਸਟ ਕੀਤਾ ਹੋਇਆ ਸਟੂਡੈਂਟਸ ਨੇ ਰਲ ਕੇ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਇੱਥੇ ਮੈਨੂੰ ਅੱਜ ਕੋਈ ਦੱਸ ਰਿਹਾ ਸੀ ਕਿ ਕਿੰਨੇ ਸਟੂਡੈਂਟਸ ਕਾਰਾਂ ਖਰੀਦ ਰਹੇ ਨੇ। ਆ ਬਰੈਂਪਟਨ ਦੀ ਜਿਹੜੀ ਬਰੈਂਪਟਨ ਟ੍ਰਾਂਜ਼ਿਟ ਹੈ ਵਾਸ ਟੋਟਲੀ ਫੇਲਰ ਅੱਜ ਤੋਂ 10 ਸਾਲ ਪਹਿਲਾਂ। ਹੁਣ ਬੱਸਾਂ ਭਰੀਆਂ ਜਾਂਦੇ ਨੇ, ਤੁਸੀਂ ਕਿਸੇ ਵੀ ਇੰਟਰਸੈਕਸ਼ਨ ਤੇ ਕਿਸੇ ਵੀ ਬੱਸ ਸਟਾਪ ਤੇ ਦੇਖ ਲਓ, ਸਾਰੇ ਸਟੂਡੈਂਟ ਆਪਣੇ ਖੜੇ ਹੋਏ ਨੇ, ਉਹ ਬੱਸ ਨਾਲ ਲੈਂਦੇ। ਆਫਟਰ ਆਲ ਉਹ ਗਰੋਸਰੀ ਵੀ ਲੈਂਦੇ ਨੇ, ਕੱਪੜੇ ਵੀ ਲੈਂਦੇ ਨੇ, ਇਕਨੋਮੀ ਨੂੰ ਕਿਵੇਂ ਬੂਸਟ ਕਰ ਰਹੇ ਨੇ, ਔਰ ਉਹ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹੈ। ਜੇ ਕਿਤੇ ਕੋਈ ਜਾਣੇ ਅਣਜਾਣੇ ਕਿ ਕਿਸੇ ਕੋਲ ਗਲਤੀ ਹੋ ਜਾਂਦੀ ਹੈ, ਕੋਈ ਜਾਣ ਬੁੱਝ ਕੇ ਵੀ ਕਰਦਾ, ਮੈਂ ਤੇ ਇਹ ਗੱਲ ਕਹਿਣਾ ਵੀ ਕਾਨੂੰਨ ਆਪੇ ਉਹਨਾਂ ਨੂੰ ਜੇ ਆਪਣੀ ਜਗੜ ਤੇ ਲੈ ਲੇਗਾ ਤੇ ਉਹਨਾਂ ਨੂੰ PR ਨਹੀਂ ਮਿਲੇਗੀ। ਉਹ ਤੇ ਆਪੇ ਉਹਨਾਂ ਨੂੰ ਰਿਪੋਰਟ ਕਰ ਦੇਣਗੇ। ਕੁਝ ਸਟੂਡੈਂਟ ਰਿਪੋਰਟ ਹੋਏ ਵੀ ਨੇ ਔਰ ਆਪੇ ਕਰ ਦੇਣਗੇ ਉਹਨਾਂ ਨੂੰ। ਤੇ ਆਪਾਂ ਨੂੰ ਕੀ ਹੱਕ ਆ ਕਿ ਜਦ ਆਪਾਂ ਉੱਥੇ ਵਿਟਨੈਸ ਉਹਦੇ ਸੀਨ ਤੇ ਵਿਟਨੈਸ ਨਹੀਂ ਸੀ ਆਪਣੀ, ਸੁਣੀਆਂ ਸੁਣਾਈਆਂ ਆਪਾਂ ਗੱਲਾਂ ਕਰਦੇ ਆ, ਤੇ ਆਪਾਂ ਨੂੰ ਉਹਨਾਂ ਗੱਲਾਂ ਤੋਂ ਥੋੜਾ ਜਿਹਾ ਗਰੇਜ਼ ਕਰਨਾ ਚਾਹੀਦਾ। ਔਰ ਸਾਨੂੰ ਇਹ ਵੀ ਗਰੇਜ਼ ਕਰਨਾ ਚਾਹੀਦਾ ਕਿ ਹਰੇਕ ਨਿੱਕੀ ਨਿੱਕੀ ਗੱਲ ਨੂੰ ਅਸੀਂ ਛੱਜ 'ਚ ਪਾ ਕੇ ਨਾ ਛੱਟਿਆ ਜਾਵੇ। ਬਿਲਕੁਲ ਜੀ। ਸੋ ਸਾਡੇ ਕੋਲੇ ਮਿੰਟ ਸਾਰੇ 5 ਬਚੇ ਨੇ, ਔਰ 5 ਮਿੰਟ ਦੇ ਵਿੱਚ ਮੈਂ ਹਮੇਸ਼ਾ ਹੀ ਇਹ ਦਰਸ਼ਕਾਂ ਵੱਲੋਂ ਜਾਂ ਲੋਕਾਂ ਵੱਲੋਂ ਇਹ
ਕਹਿ ਦਿੱਤਾ ਜਾਂਦਾ ਕਿ ਵੀ ਮੀਡੀਆ ਦੇ ਵਿੱਚ ਬੈਠ ਕੇ ਸਿਰਫ ਗੱਲਾਂ ਹੀ ਕਰਨ ਆਉਂਦੇ ਆ। ਅੱਜ ਮੈਂ ਚਾਹਣਾ ਕਿ ਗੱਲਾਂ ਦੀ ਬਜਾਏ ਇੱਕ ਸੋਲੂਸ਼ਨ ਕੱਢੀਏ ਜੋ ਕਿ ਹਰੇਕ ਸਟੂਡੈਂਟਸ ਦੇ ਤੱਕ ਪਹੁੰਚੇ, ਹਰੇਕ ਦੇਖਣ ਵਾਲੇ ਤੱਕ ਪਹੁੰਚੇ ਕਿ ਵੀ ਇਹ ਸੋਲੂਸ਼ਨ ਹੈ ਔਰ ਬੜਾ ਵੈਲਿਡ ਸੋਲੂਸ਼ਨ ਹੈ। ਤੁਸੀਂ ਦੱਸਣਾ ਚਾਹੁੰਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀ ਜਿਹੜੀ ਬਿਲਕੁਲ ਜੀ ਹਰਾਸਮੈਂਟ ਰੁਕ ਸਕਦੀ, ਇਹਦਾ ਸੋਲੂਸ਼ਨ ਹੋ ਸਕਦਾ ਜੀ। ਪਹਿਲੀ ਗੱਲ ਤੇ ਜਦੋਂ ਜਿਹੜੇ ਕਾਲਜਸ ਇਹਨਾਂ ਨੂੰ ਰਿਕਰੂਟ ਕਰਦੇ ਨੇ ਇੰਡੀਆ ਦੇ ਵਿੱਚੋਂ, ਠੀਕ ਹੈ, ਐਮਬੈਸੀ ਦੇ ਥਰੂ ਰਿਕਰੂਟਮੈਂਟ ਹੁੰਦੀ ਹੈ ਜੀ। ਇਹਨਾਂ ਦੇ ਉੱਥੇ ਜਿਹੜੇ ਨਾ ਇੱਕ ਹਫ਼ਤੇ ਦਾ ਉੱਥੇ ਸੈਮੀਨਾਰ ਇਹਨਾਂ ਦਾ ਹੋਣਾ ਚਾਹੀਦਾ, ਬਿਲਕੁਲ, ਤਾਂ ਕਿ ਕੈਨੇਡੀਅਨ ਵੈਦਰ ਬਾਰੇ, ਕੈਨੇਡੀਅਨ ਕਲਚਰ ਬਾਰੇ ਵੀ ਤੁਸੀਂ ਉੱਥੇ ਐਕਸਪੈਕਟ ਕੀ ਕਰਦੇ ਹੋ। ਬੱਚੇ ਦੇ ਮਨ 'ਚ ਇੱਕ ਚਾਹੁੰਦਾ ਮੈਂ ਹੁਣ ਕੈਨੇਡਾ ਚੱਲ ਜਾਣਾ ਜੀ, ਸਾਰਾ ਠੀਕ ਹੈ, ਸਾਰੀਆਂ ਪ੍ਰੋਬਲਮ ਖਤਮ ਹੋ ਗਿਆ। ਉਹਨਾਂ ਨੂੰ ਦੱਸਿਆ ਜਾਵੇ ਕਿ ਉੱਥੇ ਹਾਊਸਿੰਗ ਪ੍ਰੋਬਲਮ ਵੀ ਹੈਗੀ ਆ, ਟਰਾਂਸਪੋਰਟੇਸ਼ਨ ਦੀ ਪ੍ਰੋਬਲਮ ਵੀ ਆਉਣੀ ਹੈਗੀ ਆ, ਉੱਥੇ ਵੈਦਰ ਕੰਡੀਸ਼ਨਸ ਵੀ ਆ, ਉੱਥੇ ਜੇ 20 ਘੰਟੇ ਕੰਮ ਕਰਨਾ ਤੇ ਹਾਰਡ ਕਰਨਾ ਪੈਣਾ। ਉਹਨਾਂ ਨੂੰ ਮੈਂਟਲੀ ਤਿਆਰ ਕੀਤਾ ਜਾਵੇ, ਮੈਂਟਲੀ ਤਿਆਰ ਕੀਤਾ ਜਾਵੇ। ਔਰ ਜਦੋਂ ਇੱਥੇ ਆਉਂਦੇ ਨੇ ਉਹਨਾਂ ਨੂੰ ਕਲਾਸਿਸ ਸ਼ੁਰੂ ਹੋਣ ਤੋਂ ਪਹਿਲਾਂ ਉਹ ਬੇਸ਼ੱਕ ਪੈਸੇ ਚਾਰਜ ਕਰ ਲੈਣ, ਜਿੱਥੇ $10-12,000 ਕਾਲਜ ਜਾਂ ਯੂਨੀਵਰਸਿਟੀ ਚਾਰਜ ਕਰ ਰਹੀ ਆ, ਉਹ 'ਚ $200 ਹੋਰ ਲੈ ਲਓ ਤੁਸੀਂ। ਉਹਨਾਂ ਨੂੰ ਇੱਕ ਹਫ਼ਤਾ ਜਿਹੜਾ ਨਾ ਓਰੀਐਂਟੇਸ਼ਨ ਉਹਦੀ ਕੀਤੀ ਜਾਵੇ ਵੀ ਇੱਥੇ ਤੁਸੀਂ ਕਿੱਦਾਂ ਆਉਣਾ, ਆਪਣੇ ਘਰ ਤੋਂ ਬੱਸ ਕਿੱਦਾਂ ਫੜਨੀ, ਇੱਥੇ ਕਿੱਦਾਂ ਆਉਣਾ, ਖਾਣਾ ਕੀ ਹੈ, ਕਿੱਦਾਂ ਕਰਨੀ ਹੈ, ਉਹਨਾਂ ਨੂੰ ਮੈਂਟਲੀ ਫਿਰ ਪ੍ਰਪੇਅਰ ਕੀਤਾ ਜਾਵੇ। ਉਸ ਤੋਂ ਅੱਗੇ ਸਾਡੀਆਂ ਜ਼ਿੰਮੇਵਾਰੀਆਂ ਨੇ, ਸਾਡੀਆਂ ਸਮਾਜਿਕ ਸੰਸਥਾਵਾਂ ਨੇ, ਸਾਡੀਆਂ ਰਿਲੀਜੀਅਸ ਆਰਗੇਨਾਈਜੇਸ਼ਨਸ ਨੇ, ਸਾਡੀਆਂ ਆਪਣੀਆਂ ਜ਼ਿੰਮੇਵਾਰੀਆਂ ਨੇ। ਇਹ ਗੱਲ ਮੈਂ ਦਾਦ ਦੇਣਾ ਚਾਹਾਂਗਾ ਜਿੰਨੇ ਸਾਡੇ ਗੁਰਦੁਆਰੇ ਨੇ ਜਿੱਥੇ ਟੋਟਲੀ GTA ਦੇ ਵਿੱਚ ਇਹਨਾਂ ਨੇ ਸਟੂਡੈਂਟਸ ਦੀ ਬਹੁਤ ਹੈਲਪ ਕੀਤੀ ਹੈ ਜੀ। ਖਾਸ ਕਰਕੇ ਆ ਕਰੋਨਾ ਦੇ ਦੌਰਾਨ ਮੈਂ ਦੇਖਦਾ ਗੁਰਦੁਆਰਾ ਸਾਹਿਬ ਨੇ ਉਹ ਲੰਗਰ ਪੈਕ ਕਰਕੇ ਦਿੰਦੇ ਨੇ। ਡਿਕਸੀ ਰੋਡ ਦੇ ਮੈਂ ਆਪ ਜਾ ਕੇ ਦੇਖਿਆ, ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਇੱਥੇ ਲੰਗਰ ਅੰਦਰ ਤੇ ਸੰਗਤਾਂ ਛਕਦੀਆਂ ਨਹੀਂ। ਉਹ ਕਹਿੰਦੇ ਵੀ ਇੱਥੇ ਤਕਰੀਬਨ 400-500 ਸਟੂਡੈਂਟ ਰੋਜ਼ ਖਾਣਾ ਲੈ ਕੇ ਜਾਂਦਾ, ਉਹ ਪੈਕ ਕਰਕੇ ਰੱਖ ਦਿੰਦੇ ਜੀ ਬਾਹਰ, ਤੇ ਸਟੂਡੈਂਟ ਆਉਂਦੇ ਨੇ ਆਪਣਾ ਉਹ ਲੈ ਜਾਂਦੇ ਨੇ, ਬੇਸ਼ੱਕ ਆਪਣਾ ਲੰਚ ਵੀ ਲੈ ਜਾਣ, ਡਿਨਰ ਵੀ ਲੈ ਜਾਣ। ਔਰ ਬਹੁਤ ਵੱਡੀ ਗੱਲ ਹੈ ਇਹ, ਬਹੁਤ ਵੱਡੀ ਗੱਲ, ਉਹ ਟ੍ਰੇ ਦੇ ਵਿੱਚ ਪੈਕ ਆ ਜੀ, ਔਰ ਉਹ ਬੜੇ ਅੱਛੇ ਤਰੀਕੇ ਦੇ ਨਾਲ ਆ ਉਹ ਲੈ ਜਾਂਦੇ ਨੇ ਜੀ। ਉਹ ਆਪਣਾ ਅੱਛਾ ਜਿਹੜਾ ਪ੍ਰੋਬਲਮ ਗੁਰਦੁਆਰਿਆਂ ਦੇ ਵਿੱਚ ਮੰਦਿਰਾਂ 'ਚ ਕਿ ਰਾਤ ਨਹੀਂ ਕਿਸੇ ਨੂੰ ਰੱਖ ਸਕਦੇ, ਉੱਥੇ ਇੱਕ ਤਾਂ ਕੋਈ ਨਾ ਕੋਈ ਅਕੋਮੋਡੇਸ਼ਨ ਨਹੀਂ, ਦੂਜਾ ਜੇ ਬੱਚੀ ਕੋਈ ਕਹੇ ਮੈਂ ਆ ਕੇ, ਤੇ ਉਹਨਾਂ ਵਾਸਤੇ ਬੜੀ ਵੱਡੀ ਜ਼ਿੰਮੇਵਾਰੀ ਹੋ ਜਾਂਦੀ ਆ, ਉਹ ਰਾਤ ਉੱਥੇ ਰੱਖ ਨਹੀਂ ਸਕਦੇ। ਔਰ ਤੀਜੀ ਗੱਲ ਸਾਡੀ ਆਪਣੀ ਜ਼ਿੰਮੇਵਾਰੀ ਹੈ ਜੀ। ਆਖਰਕਾਰ ਤੇ ਜਿਹੜੇ ਬੱਚੇ ਆਏ ਨੇ ਸਾਡੇ ਕਿਤੇ ਨਾ ਕਿਤੇ ਦੂਰੋਂ ਨੇੜੇ ਕੋਈ ਰਿਸ਼ਤੇਦਾਰ ਹੀ ਨੇ, ਜਾਣ ਪਛਾਣ ਚੋਂ ਨੇ, ਪੰਜਾਬ ਚੋਂ ਆਏ ਨੇ, ਤੇ ਆਪਾਂ ਵੀ ਥੋੜਾ ਜਿਹਾ ਹੌਸਲਾ ਕਰਕੇ ਜੀ ਉਹਨਾਂ ਨੂੰ ਕੋਸ਼ਿਸ਼ ਕਰੋ ਕਿ ਜੇ ਥੋੜਾ ਜਿਹਾ ਚਿਰ ਹੌਸਲੇ ਦੇ ਨਾਲ ਉਹਨਾਂ ਨੂੰ 2-4 ਮਹੀਨੇ ਆਪਣੇ ਕੋਲ ਰੱਖ ਲਈਏ, ਜਦੋਂ ਤੱਕ ਉਹ ਸੀਜ਼ਨਡ ਨਾ ਹੋ ਜਾਣ, ਇੱਥੇ ਦੇ ਸਮਝ ਨਾ ਜਾਣ ਸਾਰੀਆਂ ਗੱਲਾਂ ਬਾਤਾਂ ਨੂੰ। ਇੱਕ ਤੇ ਜੇ ਕੋਈ ਖਾਸ ਕਰਕੇ ਜੇ ਬੱਚੀਆਂ ਆਉਂਦੀਆਂ ਉਹ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ ਰਹਿ ਲੈਣਗੀਆਂ 2-3 ਮਹੀਨੇ, ਉਹ ਫਿਰ ਐਡਜਸਟਮੈਂਟ ਹੋ ਜਾਏਗੀ ਵੀ ਇੱਥੇ ਕੰਮ ਸਾਨੂੰ ਸ਼ੇਅਰ ਕਰਨਾ ਪੈਣਾ ਜੀ, ਘਰਦਿਆਂ ਨਾਲ ਵੀ ਕੰਮ ਕਰਾਉਣਾ ਪੈਣਾ, ਔਰ ਉਹਨਾਂ ਦੀ ਸੇਫਟੀ ਤੇ ਸਿਕਿਉਰਿਟੀ ਵੀ ਆ। ਆਪਣੇ ਰਿਸ਼ਤੇਦਾਰਾਂ ਦੇ ਕੋਲ ਰਾਤ ਨੂੰ ਆ ਜਾਣਗੀਆਂ, ਕਿਤੇ ਉਹਨਾਂ ਨੂੰ ਰਾਈਟ ਦੇ ਦਿਓ, ਕਿਸੇ ਉਹਨਾਂ ਨੂੰ ਪਹਿਲਾਂ ਤੁਸੀਂ ਜਾ ਕੇ ਦੱਸ ਦਿਓ ਵੀ ਤੁਸੀਂ ਆਪਣਾ ਪਰਮਿਟ ਕਿੱਥੇ ਅਪਲਾਈ ਕਰਨਾ, ਸੋਸ਼ਲ ਇੰਸ਼ੋਰੈਂਸ ਨੰਬਰ ਕਿੱਥੇ ਅਪਲਾਈ ਕਰਨਾ ਹੈਗਾ, ਡਰਾਈਵਿੰਗ ਲਾਇਸੈਂਸ ਕਿੱਥੋਂ ਲੈਣ ਜਾਣਾ ਹੈਗਾ, ਡਾਕਟਰਸ ਕਿੱਥੇ ਆ, ਹਸਪੀਟਲ ਕਿੱਥੇ ਆ। ਇਹ ਸਾਡੀ ਸਮਾਜ ਦੀ ਜ਼ਿੰਮੇਵਾਰੀ ਆ, ਬਹੁਤ ਵੱਡੀ ਜ਼ਿੰਮੇਵਾਰੀ ਆ ਇਹ। ਇੰਨਾ ਕੁ ਆਪਾਂ ਥੋੜਾ ਕਰੀਏ, ਜ਼ਿਆਦਾ ਕਰਨ ਦੀ ਲੋੜ ਨਹੀਂ ਹੁੰਦੀ। ਮਹੀਨੇ 2 ਮਹੀਨੇ ਦੇ ਵਿੱਚ ਫਿਰ ਉਹ ਜਿਹੜਾ ਬੱਚਾ ਉਡਾਰੂ ਹੋ ਜਾਂਦਾ। ਅੰਗਰੇਜ਼ੀ ਤਾਂ ਸਾਰਿਆਂ ਨੂੰ ਆਉਂਦੀ ਹੈ, ਔਰ ਉਹ ਸਾਰਾ ਕੁਝ ਕੰਪਿਊਟਰ ਤੇ ਇੰਟਰਨੈਟ ਵੀ ਉਹਨਾਂ ਨੂੰ ਆਉਂਦਾ। ਸਾਡੀ ਦਫਾ ਅਸੀਂ ਤੇ ਇੱਕ ਤਰ੍ਹਾਂ ਦੇ ਅਨਪੜ੍ਹ ਆ ਕੰਪਿਊਟਰ ਦੇ ਹਿਸਾਬ ਨਾਲ, ਉਹ ਤੇ ਸਾਰਾ ਕੁਝ ਜਾਣਦੇ ਨੇ, ਉੱਥੋਂ ਸਿੱਖ ਕੇ ਵੀ ਆਏ ਨੇ ਤੇ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਨੂੰ ਹੈਲਪ ਦੀ ਲੋੜ ਹੈ, ਬੂਸਟ ਕਰਨ ਦੀ ਲੋੜ ਹੈ। ਸੋ ਮੈਂ ਸਮਝਦਾ ਇੱਕ ਤਾਂ ਗਵਰਨਮੈਂਟ ਆਫ ਕੈਨੇਡਾ ਦਾ ਫਰਜ਼ ਬਣਦਾ, ਦੂਜਾ ਜਿਹੜੀਆਂ ਇੰਸਟੀਟਿਊਸ਼ਨਸ ਨੇ ਆਪਣੀਆਂ ਉਹਨਾਂ ਦਾ ਜਿੱਥੇ ਉਹ ਆ ਕੇ ਪੜ੍ਹਦੇ ਨੇ ਉਹਨਾਂ ਦਾ ਬਣਦਾ, ਤੀਜਾ ਸਾਡੀਆਂ ਧਾਰਮਿਕ ਸੰਸਥਾਵਾਂ ਦਾ ਫਰਜ਼ ਬਣਦਾ, ਚੌਥਾ ਸਾਡੇ ਸਮਾਜ ਦਾ ਫਰਜ਼ ਬਣਦਾ ਹੈਗਾ, ਤੇ ਪੰਜਵਾਂ ਮੈਂ ਕਹਾਂਗਾ ਕਿ ਪੁਲਿਸ ਵਾਲਿਆਂ ਨੂੰ ਵੀ ਉਸ ਕਾਲਜ ਦੇ ਵਿੱਚ ਜਾ ਕੇ ਓਰੀਐਂਟੇਸ਼ਨ ਕਰਨੀ ਚਾਹੀਦੀ ਹੈ। ਕਲਾਸਾਂ ਦਾ ਜਾਂ ਤੇ ਹੁਣ ਸ਼ੁਰੂ ਹੋਣੀਆਂ ਨੇ ਜੀ ਅੱਜ ਤੋਂ ਸ਼ੁਰੂ ਹੋ ਗਈਆਂ, ਤੇ ਜਾਂ ਹੋਣੀਆਂ ਮੁੜ ਕੇ ਜਨਵਰੀ ਜਾ ਕੇ, ਦੋ ਟਾਈਮ ਹੀ ਆਉਣੇ, 2 ਸਮੈਸਟਰ ਹੁੰਦੇ ਨੇ। ਔਰ ਪੁਲਿਸ ਵਾਲਿਆਂ ਨੂੰ ਅਸੀਂ ਅਪਰੋਚ ਕਰ ਸਕਦੇ ਹਾਂ ਜੀ, ਪੁਲਿਸ ਵਾਲਿਆਂ ਦੇ ਵੀ ਵੈਰੀ ਹੈਪੀ ਟੂ ਡੂ ਸੋ ਵੀ ਤੁਸੀਂ ਵੀ ਆ ਕੇ ਉਹਨਾਂ ਨੂੰ 4-5 ਦਿਨ ਕਾਨੂੰਨ ਦੀ ਵੀ ਇੱਥੇ ਸਪੀਡਿੰਗ ਨਹੀਂ ਕਰਨੀ, ਸਟਾਪ ਸਾਈਨ ਤੇ ਰੁਕਣਾ, ਲਾਈਟਾਂ ਦੇ ਵਿੱਚ ਨਹੀਂ ਲੰਘਣਾ, ਜਿਹੜਾ ਰਾਤ ਨੂੰ ਜਿਹੜਾ ਨੋਇਸ ਨਹੀਂ ਕਰਨਾ, ਇੰਨੇ ਵਜੇ ਬੈੱਡ ਤੇ ਜਾਣਾ। ਇਹ ਸੁਸਾਇਟੀ ਕੀ ਡਿਮਾਂਡ ਕਰਦੀ ਹੈ ਉਹ ਪੁਲਿਸ ਵਾਲਿਆਂ ਕੋ ਵੀ ਆਪਾਂ ਕਰਵਾ ਸਕਦੇ, ਦੈਟਸ ਨਾਟ ਅ ਬਿਗ ਡੀਲ, ਉਹ ਕਰਨਗੇ ਆ ਕੇ। ਇਹ ਮੇਰੇ ਸੁਝਾਅ ਨੇ ਜੀ ਇਸ ਤਰ੍ਹਾਂ ਤੇ। ਔਰ ਇੱਕ ਗੱਲ ਹੋਰ ਜਿਹੜੀਆਂ 2 ਚੀਜ਼ਾਂ ਵਿੱਚ ਮੈਂ ਵੀ ਇਹ ਇਜ਼ਾਫਾ ਕਰਨਾ ਚਾਹਣਾ ਕਿ ਵੀ ਜਿੱਥੇ ਕਾਲਜਸ ਤੁਸੀਂ ਕਹਿ ਰਹੇ ਕਿ $200 ਲੈ ਕੇ ਉਹਨਾਂ ਦੀ ਓਰੀਐਂਟੇਸ਼ਨ ਕੀਤੀ ਜਾਵੇ, ਨਾਲ ਦੀ ਨਾਲ ਇਹ ਵੀ ਬਲ ਸਾਹਿਬ ਐਡ ਕੀਤੀ ਜਾਵੇ, ਤੁਸੀਂ ਵੀ ਇੱਕ ਨੁਮਾਇੰਦੇ ਦੇ ਤੌਰ ਤੇ ਉੱਥੇ ਤੱਕ ਗੱਲ
ਗੱਲ ਪਹੁੰਚਾ ਸਕਦੇ ਹਾਂ ਕਿ ਜਿਹੜੇ ਕਾਲਜਸ ਦੇ ਵਿੱਚ ਕਿਸੇ ਵਿਦਿਆਰਥੀ ਦਾ ਦਾਖਲਾ ਹੋਇਆ ਤਾਂ ਉਹ ਜਿੱਥੇ ਇੰਨੀ ਵੱਡੀ ਮਾਤਰਾ ਦੇ ਵਿੱਚ ਫੀਸ ਲੈ ਰਿਹਾ $1000 ਜਾਂ $500 ਲੈ ਕੇ ਉਹਨਾਂ ਦਾ ਇੱਕ ਘੱਟੋ ਘੱਟ 1 ਸਾਲ ਦੀ ਅਕੋਮੋਡੇਸ਼ਨ ਉਹਨਾਂ ਨੂੰ ਦਿੱਤੀ ਜਾਵੇ। ਬਿਲਕੁਲ, ਇਹ ਮੈਂ ਗੱਲ ਮੇਰੇ ਵਿਸਰ ਗਈ ਜੀ। ਬਿਗੇਸਟ ਪ੍ਰੋਬਲਮ ਉਹਨਾਂ ਬੱਚਿਆਂ ਨੂੰ ਇੱਥੇ ਰਹਿਣ ਦੀ ਆਉਂਦੀ ਹੈ ਜੀ। ਹਾਂ, ਇਹ ਮੈਂ ਬਿਲਕੁਲ, ਇਹ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਆ ਔਰ ਜਿਹੜੀਆਂ ਇੰਸਟੀਟਿਊਸ਼ਨ ਦੇ ਉਹਨਾਂ ਦੀ ਜ਼ਿੰਮੇਵਾਰੀ ਆ। ਜਦੋਂ ਸਾਡੇ ਬੱਚੇ ਇੱਥੇ ਯੂਨੀਵਰਸਿਟੀ ਜਾਂਦੇ ਗਏ ਨਾ, ਸਾਡੇ ਬੱਚੇ ਵੀ ਗਏ ਨੇ, ਉਹ ਪਹਿਲਾ ਸਾਲ ਉਹਨਾਂ ਨੂੰ ਹੋਸਟਲ 'ਚ ਰੱਖਦੇ ਨੇ। ਫਿਰ ਅਗਲੇ ਸਾਲ ਉਹ ਕਹਿੰਦੇ ਵੀ ਤੁਸੀਂ ਬਾਹਰ ਕਿਤੇ ਲੱਭ ਲਓ। ਬਿਲਕੁਲ ਇਸੇ ਤਰ੍ਹਾਂ ਦੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਉਹਨਾਂ ਵਾਸਤੇ ਕੁਝ ਇਹੋ ਜਿਹੀਆਂ ਅਕੋਮੋਡੇਸ਼ਨ ਹੋਣ। ਇਹ ਸਰਕਾਰ ਦੀ ਜ਼ਿੰਮੇਵਾਰੀ ਹੋਵੇ ਤਾਂ ਕਿ ਉਹਨਾਂ ਨੂੰ ਰੋਲਣਾ ਨਾ ਪਵੇ ਬਾਹਰ ਜਾ ਕੇ। ਔਰ ਜਿੱਥੇ ਕਿਤੇ ਸਾਡੀ ਸਟੂਡੈਂਟਸ ਦੇ ਨਾਲ ਕੋਈ ਰਿਸ਼ਤੇ ਦਾ ਨਾਤਾ ਜਾਂ ਰਿਸ਼ਤਾ ਨਾਤਾ ਪ੍ਰਣਾਲੀ ਨਹੀਂ ਹੈ ਜਾਂ ਕੋਈ ਸਾਡਾ ਰਿਸ਼ਤਾ ਨਾਤਾ ਨਹੀਂ ਵੀ ਉਹਨਾਂ ਨਾਲ, ਇੱਕ ਇਨਸਾਨੀਅਤ ਦੇ ਰਿਸ਼ਤੇ ਦੇ ਤੌਰ ਤੇ ਉਹਨਾਂ ਦੀ ਪੂਰੀ ਮਦਦ ਕੀਤੀ ਜਾਵੇ। ਸੋ ਬਹੁਤ ਬਹੁਤ ਸ਼ੁਕਰੀਆ ਬਾਲ ਸਾਹਿਬ, ਔਰ ਬੜੇ ਬਹੁਮੁੱਲੇ ਔਰ ਬੜੇ ਅਨਮੋਲ ਵਚਨ ਔਰ ਜਿਹੜੀਆਂ ਗੱਲਾਂ ਔਰ ਜਿਹੜੇ ਵਿਚਾਰ ਤੁਸੀਂ ਸਾਂਝੇ ਕੀਤੇ ਆ। ਵਚਨ ਤਾਂ ਕਹਿ ਰਿਹਾ ਕਿਉਂਕਿ ਇੱਕ ਸੁਜੱਗ ਔਰ ਚੰਗੇ ਇਨਸਾਨ ਦੀ ਕੋਈ ਵੀ ਗੱਲ ਕੀਤੀ ਗਈ ਉਹ ਇੱਕ ਵਚਨ ਦੇ ਤੌਰ ਤੇ ਹੁੰਦੀ ਹੈ ਔਰ ਅੱਜ ਤੁਸੀਂ ਦਰਸ਼ਕਾਂ ਤੱਕ ਪਹੁੰਚਾਈ ਹੈ। ਬਹੁਤ ਸ਼ੁਕਰੀਆ ਤੁਹਾਡਾ। ਸੋ ਦਰਸ਼ਕੋ, ਤੁਹਾਡਾ ਵੀ ਸ਼ੁਕਰੀਆ। ਇਸੇ ਤਰੀਕੇ ਦੇ ਨਾਲ ਪਿਆਰ ਦਿੰਦੇ ਰਹੋ ਵਿਜ਼ਨ ਪੰਜਾਬ ਟੀਵੀ ਨੂੰ ਔਰ ਇਸ ਦੇ ਨਾਲ ਫੀਡਬੈਕ ਵੀ ਦਿੰਦੇ ਰਹੋ। 905 790 99 ਔਰ ਨਵੇਂ ਮਹਿਮਾਨ ਤੇ ਨਵੇਂ ਵਿਸ਼ੇ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਦਿਓ ਇਜਾਜ਼ਤ। ਸ਼ੁਕਰੀਆ, ਜਿਉਂਦੇ ਰਹੋ, ਸ਼ਬਾ ਖੈਰ।